शुरू करते हाँ उस दो जहान दे पालनहार दा नाम लेके जो सब ते बहुत ही रहमतां और बख्शिशां करने वाला है। अज अगर सानू सारिਆਂ ਨੂੰ इस सत्संग ਦੇ ਵਿੱਚ ਆਉਣ ਦਾ ਮੌਕਾ ਮਿਲਿਆ ਹੈ, सत्संग 'ਚ ਬੈਠਣ ਦਾ ਮੌਕਾ ਮਿਲਿਆ ਹੈ, ਤੇ ਉਹੀ ਪਲ ਉਹੀ ਘੜੀਆਂ ਹੁੰਦੀਆਂ ਹੈ ਜਦੋਂ ਸਾਡੇ ਜੀਵਨ 'ਚ ਕੁਝ ਬਦਲਾਵ ਆ ਸਕਦੇ ਹੈ, ਸਾਡਾ ਜੀਵਨ ਬਦਲ ਸਕਦਾ ਹੈ। ਕਿਉਂਕਿ ਇਨਸਾਨ ਦੀ ਜ਼ਿੰਦਗੀ 'ਚ ਦੇਖਿਆ ਹੈ ਕਿ ਬੜੀਆਂ ਟੈਨਸ਼ਨਾਂ, ਬੜੀਆਂ ਚਿੰਤਾਵਾਂ, ਬੜੀਆਂ ਫਿਕਰਾਂ ਜਾਂ ਬੜੇ ਦੁੱਖ ਹੁੰਦੇ ਹੈ ਜਾਂ ਕਈ ਕਿਸਮ ਦੇ ਡਰ ਵੀ ਹੁੰਦੇ ਇਨਸਾਨ ਦੇ ਜੀਵਨ ਦੇ ਵਿੱਚ। ਔਰ ਇਨਸਾਨ ਦੀ ਇੱਕ ਸੋਚ ਹੁੰਦੀ ਹੈ ਕਿ ਕਿਸ ਤਰ੍ਹਾਂ ਮੈਂ ਆਪਣੇ ਜੀਵਨ ਦੀਆਂ ਇਹ ਚਿੰਤਾਵਾਂ ਤੋਂ, ਇਹਨਾਂ ਫਿਕਰਾਂ ਤੋਂ, ਇਹ ਡਰਾਂ ਤੋਂ ਮੁਕਤੀ ਹਾਸਲ ਕਰ ਸਕਦਾ। ਕਿਉਂਕਿ ਕੁਛ ਨਾ ਕੁਛ ਡਰ ਚਿੰਤਾਵਾਂ ਤਾਂ ਹੁੰਦੀਆਂ ਕਿ ਨਹੀਂ? ਇਸ ਵੇਲੇ ਹੈ ਕਿ ਨਹੀਂ ਕਿ ਚਿੰਤਾ ਕੋਈ ਸੱਚੀ ਨਹੀਂ ਹੈ। ਹਰ ਪਲ ਹਰ ਘੜੀ ਦਿਮਾਗ ਅੰਦਰ ਚੱਲਦਾ ਹੈ, ਇਹ ਹੋਏਗਾ ਨਹੀਂ ਹੋਏਗਾ, ਆਹ ਕੰਮ ਬਣੇਗਾ ਨਹੀਂ ਬਣੇਗਾ, ਇਹ 'ਚ ਮੈਨੂੰ ਸਫਲਤਾ ਮਿਲੇਗੀ ਨਹੀਂ ਮਿਲੇਗੀ। ਯਾਨੀ ਇੱਦਾਂ ਦੀਆਂ ਕਈ ਸੋਚਾਂ, ਕਈ ਵਿਚਾਰ ਇਨਸਾਨ ਦੇ ਜੀਵਨ ਦੇ ਵਿੱਚ ਹਰ ਵੇਲੇ ਇਨਸਾਨ ਨੂੰ ਪਰੇਸ਼ਾਨ ਕਰਦੇ ਹੈ। ਔਰ ਫਿਰ ਇਨਸਾਨ ਦੀ ਇਹ ਜ਼ਿੰਦਗੀ ਜੋ ਆਨੰਦਮਈ ਹੋ ਸਕਦੀ ਹੈ, ਖੁਸ਼ੀਆਂ ਨਾਲ ਭਰਪੂਰ ਹੋ ਸਕਦੀ ਹੈ, ਇਨਸਾਨ ਦੀ ਇਹ ਜ਼ਿੰਦਗੀ ਚਿੰਤਾ ਕਰਦਿਆਂ ਹੋਇਆਂ, ਡਰਦਿਆਂ ਹੋਇਆਂ, ਫਿਕਰ ਕਰਦਿਆਂ ਹੋਇਆਂ ਹੀ ਗੁਜ਼ਰ ਜਾਂਦੀ ਹੈ। ਪਰ ਅਗਰ ਅਸੀਂ ਸੱਚਮੁੱਚ ਚਾਹੁੰਦੇ ਹਾਂ ਕਿ ਸਾਡੇ ਜੀਵਨ ਦੇ ਵਿੱਚ ਜੋ ਡਰ ਹੈ, ਜੋ ਚਿੰਤਾਵਾਂ ਹੈ, ਜੋ ਫਿਕਰਾਂ ਹੈ, ਇਹ ਖਤਮ ਹੋ ਜਾਣ ਔਰ ਸਾਡੇ ਜੀਵਨ 'ਚ ਵੀ ਖੁਸ਼ੀ ਆਵੇ, ਆਨੰਦ ਆਵੇ, ਤਾਂ ਕੀ ਐਸਾ ਸਾਨੂੰ ਜੀਵਨ ਦੇ ਵਿੱਚ ਕੁਝ ਐਸਾ ਮਿਲ ਸਕਦਾ ਹੈ, ਕੁਝ ਐਸਾ ਹਾਸਿਲ ਹੋ ਸਕਦਾ ਹੈ, ਜਾਂ ਕਹਿ ਲਓ ਕਿ ਕੋਈ ਇੱਦਾਂ ਦੀ ਚੀਜ਼ ਹੈ ਜੋ ਸਾਡੇ ਜੀਵਨ ਦੇ ਸਾਰੇ ਡਰ, ਸਾਰੀਆਂ ਚਿੰਤਾਵਾਂ ਨੂੰ ਦੂਰ ਕਰ ਦੇਵੇ? ਜਿੱਦਾਂ ਬੰਦਾ ਲੱਭਦਾ ਹੁੰਦਾ ਨਾ, ਇਹ ਦੇਖਿਆ ਕਿ ਅਲਾਦੀਨ ਹੁੰਦਾ ਸੀ। ਅਲਾਦੀਨ ਦੀ ਕਹਾਣੀ ਤੁਸੀਂ ਸੁਣੀ ਹੋਏਗੀ ਕਿ ਅਲਾਦੀਨ ਬੜਾ ਗਰੀਬ ਸੀ, ਬੜਾ ਕਹਿੰਦੇ ਗਰੀਬ ਸੀ, ਪਰੇਸ਼ਾਨ ਸੀ। ਪਰ ਇੱਕ ਦਿਨ ਕੀ ਹੋਇਆ, ਉਹਨੂੰ ਮਿਲਿਆ ਕੀ ਮਿਲਿਆ? ਤੁਸੀਂ ਜਨਾਬ ਨਾਲ ਜਵਾਬ ਦੇਣਾ ਸਾਨੂੰ। ਇੱਕ ਜਾਦੂ ਦਾ ਚਿਰਾਗ ਮਿਲਿਆ ਜਿਸ ਨੂੰ ਰਗੜਦਾ ਸੀ ਤਾਂ ਉਹਦੇ ਚੋਂ ਜਿੰਨ ਨਿਕਲਦਾ ਸੀ ਔਰ ਕਹਿੰਦਾ ਸੀ ਕਿਆ ਹੁਕਮ ਹੈ ਮੇਰੇ ਆਕਾ। ਹੁਣ ਜ਼ਰਾ ਸਮਝਣਾ ਸਾਰਿਆਂ ਨੇ ਕਿ ਪ੍ਰਮਾਤਮਾ ਨੇ, ਪ੍ਰਭੂ ਨੇ ਹਰ ਇਨਸਾਨ ਦੇ ਅੰਦਰ ਨਾ ਇੱਕ ਵਾਕਈ ਉਹ ਚਮਤਕਾਰੀ ਜਿੰਨ ਰੱਖਿਆ ਹੋਇਆ ਹੈ। ਅਗਰ ਇਨਸਾਨ ਨੂੰ ਉਹਨੂੰ ਪ੍ਰਗਟ ਕਰਨਾ ਆ ਜਾਵੇ ਤਾਂ ਇਨਸਾਨ ਦੇ ਜੀਵਨ ਦੀਆਂ ਸਾਰੀਆਂ ਚਿੰਤਾਵਾਂ, ਸਾਰੀਆਂ ਫਿਕਰਾਂ ਵੀ ਦੂਰ ਹੋ ਸਕਦੀਆਂ ਹੈ। ਕਿਉਂਕਿ ਜਾਦੂਈ ਚਿਰਾਗ ਲੱਭਣ ਜਾਵਾਂਗੇ ਤਾਂ ਸ਼ਾਇਦ ਨਹੀਂ ਮਿਲੇਗਾ, ਪਰ ਅਗਰ ਅਸੀਂ ਉਸ ਜਿੰਨ ਦੀ ਗੱਲ ਕਰੀਏ ਜਿਹੜਾ ਕਿ ਅਲਾਦੀਨ ਨੂੰ ਕਹਿੰਦਾ ਸੀ ਕਿਆ ਹੁਕਮ ਹੈ ਮੇਰੇ ਆਕਾ, ਤਾਂ ਉਹ ਜਿੰਨ ਪ੍ਰਮਾਤਮਾ ਨੇ ਸਭ ਦੇ ਅੰਦਰ ਰੱਖਿਆ ਹੋਇਆ ਹੈ। ਪਰ ਉਹ ਜਿੰਨ ਨਹੀਂ ਹੈ ਕਿ ਕੋਈ ਰਗੜੇਗਾ ਤਾਂ ਬਾਹਰ ਆ ਜਾਏਗਾ। ਉਹ ਜਿੰਨ ਨੂੰ ਸਾਨੂੰ ਆਪ ਹੀ ਬਾਹਰ ਲਿਆਣਾ ਪਏਗਾ, ਥੋੜੀ ਜਿਹੀ ਮਿਹਨਤ ਕਰਕੇ। ਥੋੜੇ ਜਿਹੇ ਕਾਹਦੇ ਨਾਲ? ਮਿਹਨਤ ਕਰਕੇ। ਕੁਝ ਯੁਕਤੀਆਂ ਹੈ, ਕੁਝ ਵਿਧੀਆਂ ਐਸੀਆਂ ਹੁੰਦੀਆਂ ਹੈ ਕਿ ਅਗਰ ਇਨਸਾਨ ਉਹਨਾਂ ਯੁਕਤੀਆਂ ਨੂੰ, ਉਹਨਾਂ ਵਿਧੀਆਂ ਨੂੰ ਸਮਝ ਲਵੇ ਤਾਂ ਫਿਰ ਇਨਸਾਨ ਵੀ ਆਪਣੇ ਜੀਵਨ ਦੇ ਵਿੱਚ ਇੰਨਾ ਸ਼ਕਤੀਸ਼ਾਲੀ ਹੋ ਜਾਂਦਾ ਹੈ, ਜਾਂ ਇਨਸਾਨ ਵੀ ਆਪਣੇ ਜੀਵਨ ਦੇ ਵਿੱਚ ਐਸਾ ਬਣ ਜਾਂਦਾ ਹੈ ਕਿ ਫਿਰ ਕਿਸੇ ਮੁਸ਼ਕਿਲ, ਕਿਸੇ ਪਰੇਸ਼ਾਨੀ ਤੋਂ ਨਾ ਹੀ ਉਹ ਡਰਦਾ ਹੈ, ਤਾਂ ਨਾ ਹੀ ਉਹ ਕੋਈ ਚਿੰਤਾ ਕਰਦਾ ਹੈ, ਬਲਕਿ ਹਰ ਮੁਸ਼ਕਿਲ ਨੂੰ ਪਾਰ ਕਰਦਾ ਹੋਇਆ ਉਹ ਆਪਣੀ ਮੰਜ਼ਿਲ ਤੱਕ ਪਹੁੰਚਦਾ ਚਲਾ ਜਾਂਦਾ ਹੈ। ਇਸੇ ਲਈ ਤਾਂ ਇੱਕ ਸ਼ਬਦ ਦੇ ਅੰਦਰ ਆਇਆ ਹੈ, ਜਰਾ ਸਮਝਣਾ ਇਸ ਚੀਜ਼ ਨੂੰ, ਕਿ ਚਿੰਤਾ ਜਗ ਕੇ ਦੁੱਖੋਂ ਕੀ, चिंता जग के दुखों की गर मन को रोज सताती है। कि अगर तेनू दुनियावी दुखों की चिंता रोज तंग करती है, रोज सताती है, तो फिर ए प्यारिया तेनू करना की चाहिए है? तेनू जाना कित्थे चाहिए है? जिथे जाके तेरी हर चिंता खत्म होएगी, जिथे जाके तेरे जीवन च खुशियां आनगियां, जिथे जाके तेरे जीवन च कामयाबी का मार्ग तेनू पता लगेगा कि मैं किदां कामयाब हो सकदा। वो किहड़ी जगह है जिथे जाके चिंतावां तो, टेंशनां तो, दुखों तो या इंसान दे अंदर डर तो इंसान नू मुक्ति मिल सकती है? तो वो जगह की दसिया है शब्द के अंदर कि चिंता जग के दुखों की गर मन को रोज सताती है, संतों की सोहबत में जाकर हर चिंता मिट जाती है। हुण इस शब्द अंदर बड़ा प्यारा इशारा किया गया है कि अगर तेरे मन च भी टेंशन है, चिंता है, तो फिर इशारा की होया है कि संतां दी संगत विच जाके, संतां दी सोहबत विच जाके हर चिंता इंसान दी मिट जाती है। पर हुण जरा सोचण वाली गल है, समझण वाली गल है कि संतां दी सोहबत विच जाके हर चिंता मिट जाती है, तो की सिर्फ बैठण नाल ही चिंता मिट जाएगी साडी? ये जवाब तुसीं देना है कि असीं गए, बैठे और बैठ के आ गए,
कि ਇਹਦੇ ਨਾਲ ਹੀ ਚਿੰਤਾ ਮਿਟ ਜਾਏਗੀ। ਜਾਂ ਜਿਸ ਤਰ੍ਹਾਂ ਇੱਕ ਬੱਚਾ ਜਾਵੇ ਸਕੂਲ ਦੇ ਵਿੱਚ ਸਿਰਫ ਬੈਠ ਕੇ ਘੰਟਾ 2 ਘੰਟੇ ਹਾਜ਼ਰੀ ਲਵਾ ਕੇ ਵਾਪਸ ਆ ਜਾਵੇ, ਤਾਂ ਕੀ ਇਹਦੇ ਨਾਲ ਹੀ ਬੱਚੇ ਨੂੰ ਗਿਆਨ ਮਿਲ ਜਾਏਗਾ? ਕਿ ਇਹਦੇ ਨਾਲ ਹੀ ਬੱਚੇ ਨੂੰ ਡਿਗਰੀਆਂ ਮਿਲ ਜਾਣਗੀਆਂ? ਕਿ ਇਹਦੇ ਨਾਲ ਹੀ ਬੱਚੇ ਨੂੰ ਉਹ ਮਿਲ ਜਾਏਗਾ ਜੋ ਪਾਣਾ ਚਾਹੁੰਦਾ ਹੈ? ਨਹੀਂ, ਸਿਰਫ ਬੈਠਣ ਨਾਲ ਨਹੀਂ। ਕਿਉਂਕਿ ਸੰਤਾਂ ਦੀ ਸੋਭਤ ਜਾ ਕੇ ਸਿਰਫ ਬੈਠਣਾ ਨਹੀਂ ਹੈ, ਉੱਥੇ ਜਾ ਕੇ ਕੁਝ ਸਮਝਣਾ ਵੀ ਹੈ, ਉੱਥੇ ਜਾ ਕੇ ਕੁਝ ਸਿੱਖਣਾ ਵੀ ਹੈ। ਕਿਉਂਕਿ ਇੱਕ ਇਨਸਾਨ ਹਮੇਸ਼ਾ ਅਸੀਂ ਦੇਖਿਆ ਹੈ ਕਿ ਕਈ ਵਾਰ ਇਨਸਾਨ ਕਹਿੰਦਾ ਜਿਵੇਂ ਫਲਾਣੇ ਧਾਰਮਿਕ ਸਥਾਨ ਤੇ ਜਾਂਦਿਆਂ ਨੂੰ ਇੰਨਾ ਚਿਰ ਹੋ ਗਿਆ, ਤੀਰਥ ਸਥਾਨਾਂ ਤੇ ਜਾਂਦਿਆਂ ਨੂੰ ਇੰਨਾ ਚਿਰ ਹੋ ਗਿਆ, ਮੈਨੂੰ ਉਸ ਜਗ੍ਹਾ ਜਾਂਦਿਆਂ ਨੂੰ ਇੰਨਾ ਸਮਾਂ ਹੋ ਗਿਆ, ਪਰ ਮੇਰੇ ਜੀਵਨ 'ਚ ਪਰੇਸ਼ਾਨੀਆਂ, ਮੇਰੇ ਜੀਵਨ ਚਿੰਤਾਵਾਂ ਉਦਾਂ ਹੀ ਹੈ। ਤਾਂ ਫਿਰ ਇੱਥੇ ਕਵਾਂਗੇ ਸਿਰਫ ਜਗ੍ਹਾ ਨੂੰ ਦੇਖਣ ਨਾਲ ਹੀ ਸਾਡੀਆਂ ਪਰੇਸ਼ਾਨੀਆਂ ਦੂਰ ਨਹੀਂ ਹੋਣਗੀਆਂ। ਉੱਥੇ ਜਾ ਕੇ ਅਗਰ ਗੁਰੂ ਰਹਿਬਰ ਕੋਈ ਸੰਤ ਫਕੀਰ ਉੱਥੇ ਬੈਠੇ ਹੈ, ਉਹਨਾਂ ਦੀ ਬਾਣੀ ਨੂੰ ਸੁਣਨਾ ਹੈ, ਉਹਨਾਂ ਦੀ ਬਾਣੀ ਨੂੰ ਸਮਝਣਾ ਹੈ ਔਰ ਸਮਝ ਕੇ ਆਪਣੇ ਜੀਵਨ 'ਚ ਅਪਲਾਈ ਕਰਨਾ ਹੈ, ਤਾਂ ਫੇਰ ਹੀ ਸਾਡੇ ਜੀਵਨ ਦੀਆਂ ਟੈਨਸ਼ਨਾਂ ਚਿੰਤਾਵਾਂ ਤੋਂ ਮੁਕਤੀ ਸਾਨੂੰ ਮਿਲ ਸਕਦੀ ਹੈ। ਪਰ ਬਹੁਤ ਜਗ੍ਹਾ ਤੇ ਐਸਾ ਹੁੰਦਾ ਜਿੱਥੇ ਕੋਈ ਸਮਝਾਉਣ ਵਾਲਾ ਵੀ ਨਹੀਂ ਹੁੰਦਾ, ਸਮਝਦੇ ਹੋ ਕਿ ਨਹੀਂ? ਜਿੱਥੇ ਕੋਈ ਰਸਤਾ ਦਿਖਾਉਣ ਵਾਲਾ ਵੀ ਨਹੀਂ ਹੁੰਦਾ। ਜਿਸ ਤਰ੍ਹਾਂ ਅੱਜ ਜੇ ਤੁਸੀਂ ਇਸ ਸਤਸੰਗ ਪੰਡਾਲ 'ਚ ਆਏ ਹੋ, ਤਾਂ ਫਿਰ ਅੱਜ ਅਸੀਂ ਇਹੀ ਚੀਜ਼ ਕਰਨੀ ਕਿ ਅਗਰ ਸਾਡੇ ਜੀਵਨ 'ਚ ਵੀ ਕੋਈ ਦੁੱਖ ਦਰਦ ਚਿੰਤਾਵਾਂ ਪਰੇਸ਼ਾਨੀਆਂ ਹੈ, ਤਾਂ 2-4 ਪੁਆਇੰਟ ਅਸੀਂ ਦੱਸਣੇ ਐਸੇ ਕਿ ਜਿਨ੍ਹਾਂ ਨੂੰ ਅਗਰ ਤੁਸੀਂ ਆਪਣੇ ਹਿਰਦੇ 'ਚ ਯਾਦ ਕਰ ਲਓਗੇ ਨਾ, ਯਾਨੀ ਆਪਣੇ ਮਾਈਂਡ 'ਚ ਯਾਦ ਕਰ ਲਓਗੇ, ਹਿਰਦੇ 'ਚ ਲਿਖ ਲਓਗੇ ਔਰ ਆਪਣੇ ਜੀਵਨ 'ਚ ਅਪਲਾਈ ਕਰ ਲਓਗੇ, ਤਾਂ ਤੁਹਾਨੂੰ ਵੀ ਪਤਾ ਲੱਗੇਗਾ ਕਿ ਵਾਕਈ ਜ਼ਿੰਦਗੀ 'ਚ ਹੁਣ ਇੱਕ ਖੁਸ਼ੀ ਆਣੀ ਸ਼ੁਰੂ ਹੋ ਗਈ ਹੈ, ਇੱਕ ਆਨੰਦ ਆਣਾ ਸ਼ੁਰੂ ਹੋ ਗਿਆ ਹੈ, ਇੱਕ ਸਕੂਨ ਆਣਾ ਸ਼ੁਰੂ ਹੋ ਗਿਆ ਹੈ। ਕਿਉਂਕਿ ਜ਼ਿੰਦਗੀ 'ਚ ਸਕੂਨ ਖੁਸ਼ੀ ਹੈ। ਫਿਰ ਕਹਾਂਗੇ ਕਿ ਜ਼ਿੰਦਗੀ 'ਚ ਹਰ ਪਲ ਹਰ ਘੜੀ ਸਕੂਨ ਵੀ ਹੈ, ਖੁਸ਼ੀ ਵੀ ਹੈ, ਪਰ ਇਨਸਾਨ ਹੈ ਕਿ ਉਸ ਖੁਸ਼ੀ ਨੂੰ ਸਮਝਣ ਦੀ ਬਜਾਏ ਇਨਸਾਨ ਹਮੇਸ਼ਾ ਉਸ ਖੁਸ਼ੀ ਨੂੰ ਬਾਹਰ ਲੱਭਣ ਦੀ ਕੋਸ਼ਿਸ਼ ਕਰਦਾ ਹੈ। ਇਸ ਲਈ ਇੱਕ ਛੋਟੀ ਜਿਹੀ ਕਹਾਣੀ ਤੋਂ ਗੱਲ ਕਲੀਅਰ ਹੋਏਗੀ ਕਿ ਇੱਕ ਵਾਰ ਨਾ ਇੱਕ ਆਦਮੀ ਜਿਹਦਾ ਇੱਕ ਛੋਟਾ ਜਿਹਾ ਇੱਕੋ ਹੀ ਕਮਰਾ ਸੀ ਉਹਦੇ ਕੋਲ, ਸਮਝ ਲਓ ਇੱਕੋ ਹੀ ਅੱਖਾਂ ਦੀ ਕੁੱਲੀ ਸੀ, ਗਰੀਬ ਸੀ, ਇੱਕੋ ਹੀ ਅੱਖਾਂ ਦੀ ਕੁੱਲੀ, ਔਰ ਘਰ ਦੇ ਵਿੱਚ ਗਰੀਬੀ ਵੀ ਬਹੁਤ, ਤੰਗੀ ਵੀ ਬਹੁਤ ਸੀ। ਇੱਕ ਦਿਨ ਉਹ ਫਕੀਰਾਂ ਦੇ ਕੋਲ ਗਿਆ ਔਰ ਜਾ ਕੇ ਫਕੀਰਾਂ ਨੂੰ ਪੁੱਛਣ ਲੱਗਾ, ਕਹਿੰਦਾ ਮਹਾਰਾਜ ਮੇਰੇ ਜੀਵਨ 'ਚ ਤੰਗੀਆਂ ਬਹੁਤ ਹੈ, ਪਰੇਸ਼ਾਨੀਆਂ ਬਹੁਤ ਹੈ, ਘਰ ਵੀ ਬੜਾ ਛੋਟਾ ਜਿਹਾ ਹੈ, ਤਾਂ ਜੀਵਨ 'ਚ ਪਰੇਸ਼ਾਨੀ ਵੀ ਬਹੁਤ ਹੈ। ਮੈਂ ਦੇਖਦਾ ਕਿ ਕਿਸੇ ਕੋਲ ਬੜਾ ਘਰ ਹੈ, ਕਿਸੇ ਕੋਲ ਬੜੇ ਸਾਧਨ ਹੈ, ਕਿਸੇ ਕੋਲ ਆਹ ਚੀਜ਼ ਇੰਨੀ ਹੈ, ਪਰ ਮੇਰੇ ਕੋਲ, ਮੈਨੂੰ ਰੱਬ ਨੇ ਕੀ ਦਿੱਤਾ ਹੈ? ਬੜਾ ਛੋਟਾ ਜਿਹਾ ਘਰ ਹੈ, ਇੱਕੋ ਹੀ ਕਮਰਾ ਹੈ ਜਿਸ 'ਚ ਮੈਂ ਔਰ ਮੇਰੀ ਪਤਨੀ ਰਹਿੰਦੇ ਹੈ, ਔਰ ਤੰਗੀ ਬਹੁਤ ਹੈ, ਗਰੀਬੀ ਬਹੁਤ ਹੈ। ਸੋ ਮਹਾਰਾਜ ਮੈਂ ਵੀ ਚਾਹੁੰਦਾ ਕਿ ਆਪਣੀ ਜ਼ਿੰਦਗੀ ਖੁਸ਼ੀ ਦੇ ਨਾਲ ਜੀਵਾਂ, ਆਪਣੀ ਜ਼ਿੰਦਗੀ ਆਨੰਦ ਦੇ ਨਾਲ ਜੀਵਾਂ, ਸੋ ਕਰੋ ਕਿਰਪਾ ਕਿ ਮੇਰੇ ਜੀਵਨ 'ਚ ਕਿਸੇ ਤਰ੍ਹਾਂ ਖੁਸ਼ੀ ਤਾਂ ਆਵੇ, ਆਨੰਦ ਤਾਂ ਆਵੇ। ਤਾਂ ਉਸ ਵੇਲੇ ਫਕੀਰਾਂ ਨੇ ਉਹਨੂੰ ਪੁੱਛਿਆ ਕਿ ਤੂੰ ਬੇਟਾ ਆਪਣੇ ਜੀਵਨ 'ਚ ਆਨੰਦ ਚਾਹੁੰਦਾ ਹੈ, ਖੁਸ਼ੀ ਚਾਹੁੰਦਾ, ਤੇ ਇੱਕ ਗੱਲ ਦੱਸ ਕਿ ਘਰ ਦੇ ਵਿੱਚ ਤੂੰ ਦੱਸਿਆ ਕਿ ਕਮਰਾ ਇੱਕੋ ਹੀ ਹੈ, ਮੇਰੀ ਪਤਨੀ ਵੀ ਹੈ, ਮੇਰੇ ਯਾਨੀ ਮੈਂ ਔਰ ਮੇਰੀ ਪਤਨੀ ਅਸੀਂ ਦੋਨੇ ਹੀ ਰਹਿੰਦੇ ਹਾਂ, ਮੇਰੇ ਕੋਲ ਛੋਟਾ ਜਿਹਾ ਕਮਰਾ ਹੈ, ਹੋਰ ਕੀ ਹੈ ਤੇਰੇ ਕੋਲ? ਕੋਈ ਜਾਨਵਰ ਰੱਖਿਆ ਹੈ? ਉਹਨਾਂ ਕਿਹਾ ਮਹਾਰਾਜ ਜਾਨਵਰ ਰੱਖਿਆ ਹੈ। ਕਹਿੰਦੇ ਕਿਹੜਾ ਜਾਨਵਰ ਹੈ? ਕਹਿੰਦੇ ਇਹ ਕੁੱਤਾ ਵੀ ਹੈ ਮੇਰੇ ਕੋਲ, ਇੱਕ ਗਾਊਂ ਵੀ ਹੈ ਮੇਰੇ ਕੋਲ, ਇੱਕ ਮੁਰਗਾ ਵੀ ਹੈ। ਕੀ ਹੈ? ਇੱਕ ਕੁੱਤਾ ਵੀ ਰੱਖਿਆ ਹੋਇਆ ਹੈ, ਇੱਕ ਗਾਊਂ ਵੀ ਰੱਖੀ ਹੋਈ ਹੈ, ਇੱਕ ਮੁਰਗਾ ਵੀ ਰੱਖਿਆ ਹੋਇਆ ਹੈ। ਤਾਂ ਫਕੀਰ ਕਹਿੰਦਾ ਬੇਟਾ ਫਿਰ ਇੱਦਾਂ ਕਰ, ਅੱਜ ਤੂੰ ਜਾ ਕੇ ਇੱਕ ਕੰਮ ਕਰਨਾ ਹੈ ਕਿ ਤੂੰ ਅੱਜ ਤੋਂ ਨਾ ਉਹ ਇੱਕ ਮੁਰਗੇ ਨੂੰ ਆਪਣੇ ਕਮਰੇ 'ਚ ਬੰਨਣਾ ਸ਼ੁਰੂ ਕਰ ਦੇ, ਯਾਨੀ ਮੁਰਗੇ ਨੂੰ ਆਪਣੇ ਕਮਰੇ 'ਚ ਰੱਖਣਾ ਸ਼ੁਰੂ ਕਰ ਦੇ। ਕਹਿੰਦਾ ਮਹਾਰਾਜ ਉਹਦੇ ਨਾਲ ਕੀ ਹੋਏਗਾ? ਕਹਿੰਦੇ ਖੁਸ਼ੀਆਂ ਦਾ ਰਾਜ ਆਏਗਾ ਤੇਰੇ ਕੋਲ, ਫਿਕਰ ਨਾ ਕਰ, ਜੋ ਤੈਨੂੰ ਹੁਕਮ ਕੀਤਾ ਤੂੰ ਉਹ ਕਰ। ਤੂੰ ਸ਼ਾਂਤੀ ਚਾਹੁੰਦਾ ਨਾ, ਖੁਸ਼ੀ ਚਾਹੁੰਦਾ ਕਿ ਕਦੀ ਮੈਨੂੰ ਵੀ ਖੁਸ਼ੀ ਮਿਲੇ, ਮੈਨੂੰ ਵੀ ਆਨੰਦ ਮਿਲੇ, ਤਾਂ ਕਿ ਮੈਂ ਵੀ ਰੱਬ ਦਾ ਸ਼ੁਕਰ ਕਰ ਸਕਾਂ। ਇਸ ਲਈ ਮੁਰਗੇ ਨੂੰ ਆਪਣੇ ਕੋਲ ਰੱਖ। ਜਿਹੜਾ ਮੁਰਗਾ ਬਾਹਰ ਬੰਨਦਾ ਤੂੰ ਟੋਕਰੇ ਥੱਲੇ ਰੱਖਦਾ ਜਾਂ ਕਿਤੇ ਵੀ ਰੱਖਦਾ, ਉਹਨੂੰ ਆਪਣੇ ਅੰਦਰ ਰੱਖ। ਉਹਨੇ ਕਿਹਾ ਜੀ ਠੀਕ ਹੈ, ਪਰ ਮਨ 'ਚ ਬੜਾ ਸੋਚਿਆ ਕਿ ਮੁਰਗੇ ਨੂੰ ਅੰਦਰ ਰੱਖਣ ਨਾਲ ਮੇਰੇ ਜੀਵਨ 'ਚ ਸ਼ਾਂਤੀ ਕਿੱਦਾਂ ਆਏਗੀ, ਸਕੂਨ ਕਿੱਦਾਂ ਆਏਗਾ, ਖੁਸ਼ੀ ਕਿੱਦਾਂ ਆਏਗੀ। ਪਰ ਹੁਣ ਸੰਤਾਂ ਨੇ ਹੁਕਮ ਕੀਤਾ, ਇਸ ਲਈ ਮੁਰਗਾ ਰੱਖ ਲਿਆ ਉਸਨੇ ਅੰਦਰ। ਹੁਣ ਜਦੋਂ 1-2 ਦਿਨ ਮੁਰਗੇ ਨੂੰ ਰੱਖਿਆ ਤਾਂ ਪਰੇਸ਼ਾਨੀ ਹੋਰ ਵੱਧ ਗਈ। ਅੰਦਰ ਹਰ ਵੇਲੇ ਕੁੱਕੜ ਯਾਨੀ ਮੁਰਗੇ ਦੀ ਆਵਾਜ਼ ਕੂੰ ਕਰੀ ਜਾਣੀ, ਉਹਨੇ ਹਰ ਵੇਲੇ ਕੁਝ ਨਾ ਕੋਈ ਛੇੜਖਾਨੀ ਕਰੀ ਜਾਣੀ। ਕਹਿੰਦਾ ਇਹ ਤਾਂ ਪਰੇਸ਼ਾਨੀ ਹੋਰ ਵੱਧ ਗਈ ਮੇਰੀ। ਜਾ ਕੇ ਸੰਤਾਂ ਨੂੰ ਪੁੱਛਾਂ ਕਿ ਮਹਾਰਾਜ ਮੈਂ ਤਾਂ ਪਰੇਸ਼ਾਨੀ ਦੂਰ ਕਰਨ ਦੀ ਗੱਲ ਕੀਤੀ ਸੀ, ਤੁਸੀਂ ਤਾਂ ਮੇਰੀ ਪਰੇਸ਼ਾਨੀ ਹੋਰ ਵਧਾਤੀ। ਮੁਰਗੇ ਨੂੰ ਜਦੋਂ ਦਾ ਮੈਂ ਮੁਰਗੇ ਨੂੰ ਅੰਦਰ ਰੱਖ ਲਿਆ, ਆਪਣੇ ਕਮਰੇ 'ਚ ਰੱਖ ਲਿਆ ਹੈ, ਉਦੋਂ ਦੀ ਪਰੇਸ਼ਾਨੀ ਹੋਰ ਵੱਧ ਗਈ। ਜਾ ਕੇ ਪੁੱਛਾਂ ਸੰਤਾਂ ਨੂੰ, ਜਦੋਂ ਗਿਆ ਫਕੀਰਾਂ ਦੇ ਕੋਲ, ਕਹਿੰਦਾ ਮਹਾਰਾਜ ਪਰੇਸ਼ਾਨੀ ਹੋਰ ਵੱਧ ਗਈ। ਫਕੀਰ ਕਹਿੰਦੇ ਏਦਾਂ ਕਰ, ਕੁੱਤੇ ਨੂੰ ਵੀ ਅੰਦਰ ਪਾ। ਜਰਾ ਹੁਣ ਗੌਰ ਕਰਨ ਵਾਲੀ ਗੱਲ ਹੈ। ਕਹਿੰਦੇ ਕੁੱਤੇ ਨੂੰ ਵੀ ਅੰਦਰ ਲਿਆ। ਕਹਿੰਦਾ ਮਹਾਰਾਜ ਕੁੱਤੇ ਨੂੰ ਅੰਦਰ ਲਿਆਵਾਂ?
ਮੈਂ ਤਾਂ ਮੁਰਗੇ ਨੂੰ ਬਾਹਰ ਕੱਢਣ ਦੀ ਇਜਾਜ਼ਤ ਲੈਣ ਆਇਆ ਸੀ ਕਿ ਮੁਰਗੇ ਨੂੰ ਬਾਹਰ ਪਾਵਾਂ, ਤੁਸੀਂ ਕਹਿੰਦੇ ਕੁੱਤੇ ਨੂੰ ਵੀ ਅੰਦਰ ਲਿਆ। ਕਰ ਕੀ ਰਹੇ ਹੋ ਤੁਸੀਂ? ਉਹ ਕਹਿੰਦੇ ਜੋ ਹੁਕਮ ਹੈ ਨਾ ਉਹ ਕਰ। ਜੀਵਨ 'ਚ ਖੁਸ਼ੀ ਚਾਹੀਦੀ ਕਿ ਨਹੀਂ? ਜੀਵਨ 'ਚ ਸ਼ਾਂਤੀ ਚਾਹੀਦੀ ਹੈ ਜਾਂ ਨਹੀਂ? ਕਹਿੰਦਾ ਮਹਾਰਾਜ ਸ਼ਾਂਤੀ ਤਾਂ ਚਾਹੀਦੀ ਹੈ। ਕਹਿੰਦੇ ਬਸ ਫਿਰ ਕੁਛ ਦਿਨ ਦੀ ਤਕਲੀਫ। ਇਹ ਉਸੇ ਤਰ੍ਹਾਂ ਜਿੱਦਾਂ ਜੇ ਬੱਚੇ ਨੂੰ ਸਾਰੀ ਜ਼ਿੰਦਗੀ ਵਾਸਤੇ ਹੀ ਤੰਦਰੁਸਤ ਰੱਖਣਾ ਤਾਂ ਟੀਕਾ ਇੱਕ ਲਵਾਉਣਾ ਹੀ ਪੈਂਦਾ ਬੱਚੇ ਨੂੰ। ਉਸ ਲਈ ਬੱਚਾ ਰੋਂਦਾ ਜ਼ਰੂਰ ਹੈ, ਇੰਜੈਕਸ਼ਨ ਲੱਗਦਾ ਤਾਂ ਬੱਚਾ ਤੜਫਦਾ ਜ਼ਰੂਰ ਹੈ, ਪਰ ਉਹੀ ਇੰਜੈਕਸ਼ਨ ਜਿਹੜਾ ਉਹਨੂੰ ਕਈ ਬਿਮਾਰੀਆਂ ਤੋਂ ਬਚਾ ਲੈਂਦਾ ਹੈ। ਜੇ ਉਹ ਇੱਕ ਪਲ ਦੀ ਪੀੜਾ ਜਾਂ ਕੁਝ ਸਮੇਂ ਦੀ ਪੀੜਾ ਬੱਚਾ ਨਹੀਂ ਬਰਦਾਸ਼ਤ ਕਰੇਗਾ ਤਾਂ ਫਿਰ ਸਾਰੀ ਜ਼ਿੰਦਗੀ ਉਹ ਬਿਮਾਰੀ, ਉਹ ਪਰੇਸ਼ਾਨੀ ਉਹਨੂੰ ਤੰਗ ਕਰਦੀ ਰਹੇਗੀ। ਇਸ ਲਈ ਕਈ ਵਾਰ ਥੋੜੀ ਦੇਰ ਵਾਸਤੇ ਸਾਨੂੰ ਕੁਝ ਤਕਲੀਫਾਂ ਬਰਦਾਸ਼ਤ ਕਰਨੀਆਂ ਪੈਂਦੀਆਂ ਤਾਂ ਕਿ ਅਸੀਂ ਸਾਰੀ ਜ਼ਿੰਦਗੀ ਵਾਸਤੇ ਕੀ ਕਰੀਏ? ਖੁਸ਼ੀ ਨਾਲ ਜੀ ਪਾਈਏ, ਆਨੰਦ ਨਾਲ ਜੀ ਪਾਈਏ। ਇਸ ਲਈ ਜਦੋਂ ਅਸੀਂ ਤੁਹਾਨੂੰ ਕਹਿੰਦੇ ਨਾ ਮੈਡੀਟੇਸ਼ਨ ਕਰੋ, ਧਿਆਨ ਕਰੋ, ਤਾਂ ਧਿਆਨ ਦਾ ਮਤਲਬ ਵੀ ਇਹੀ ਹੁੰਦਾ ਹੈ। ਬੰਦਾ ਕਹਿੰਦਾ ਜੀ ਧਿਆਨ ਕਰਨ ਲੱਗਿਆ ਬੋਡੀ 'ਚ ਦਰਦਾਂ ਬੜੀਆਂ ਹੁੰਦੀਆਂ, ਗੋਡਿਆਂ 'ਚ ਪੇਨ ਹੁੰਦੀ ਹੈ, ਜਾਂ ਮੈਨੂੰ ਬੈਠਣਾ ਬੜਾ ਔਖਾ ਲੱਗਦਾ ਹੈ, ਤਾਂ ਉਸ ਵੇਲੇ ਗੱਲ ਇਹ ਯਾਦ ਰੱਖੋ ਕਿ ਅੱਜ ਅਗਰ ਇਸ ਥੋੜੀ ਜਿਹੀ ਪੀੜਾ ਨੂੰ ਬਰਦਾਸ਼ਤ ਕਰ ਲਵਾਂਗੇ ਨਾ ਤਾਂ ਸਾਡਾ ਆਪਣੇ ਮਾਈਂਡ ਤੇ ਇੰਨਾ ਕੰਟਰੋਲ ਆ ਜਾਏਗਾ ਕਿ ਸਾਡੀ ਪੂਰੀ ਜ਼ਿੰਦਗੀ ਖੁਸ਼ੀਆਂ ਨਾਲ ਗੁਜ਼ਰੇਗੀ। ਜਰਾ ਸੋਚ ਕੇ ਦੇਖੋ, ਇੱਥੇ ਅੱਜ ਅਸੀਂ ਕਈ ਦੇਖੇ ਹੈ। ਇੱਕ ਨਾ ਸਾਡਾ ਜੀਵ ਅਮਰੀਕਾ 'ਚ ਰਹਿੰਦਾ, ਉਹ ਲੜਕਾ ਹਲੇ ਨੌਜਵਾਨ ਹੀ ਹੈ, ਪਾਇਲਟ ਦਾ ਕੋਰਸ ਕਰ ਰਿਹਾ, ਯਾਨੀ ਪਾਇਲਟ ਬਣਨਾ ਉਹਨੇ। ਉਹ ਦੱਸਦਾ ਕਿ ਪਾਇਲਟ ਦਾ ਜਦੋਂ ਮੈਂ ਟ੍ਰੇਨਿੰਗ ਸ਼ੁਰੂ ਕੀਤੀ ਤਾਂ ਬੜੀ ਡਿਫਿਕਲਟ ਹੈ। ਜਰਾ ਸਮਝਣਾ, ਯਸ਼ਕਰਨ ਉਹਦਾ ਨਾਮ ਹੈ, ਕਿ ਬੜੀ ਡਿਫਿਕਲਟ ਟ੍ਰੇਨਿੰਗ ਹੈ ਉਹਦੀ। ਪਰ ਮਾਲਕੋ ਜਿੱਦਾਂ ਜਿੱਦਾਂ ਪਹਿਲਾਂ ਬੜਾ ਔਖਾ ਲੱਗਦਾ ਸੀ, ਪਰ ਹੁਣ ਜਿੱਦਾਂ ਦਾ ਕਰ ਰਿਹਾ ਇੱਕ ਆਨੰਦ ਆ ਰਿਹਾ ਹੈ, ਇੱਕ ਸਕੂਨ ਮਿਲ ਰਿਹਾ ਹੈ। ਯਾਨੀ ਅਸੀਂ ਦੱਸਣਾ ਕੀ ਚਾਹੁੰਦੇ, ਚਾਹੇ ਕੋਈ ਮੈਡੀਕਲ ਸਾਇੰਸ ਵਿੱਚ ਹੋਵੇ, ਚਾਹੇ ਕੋਈ ਕਿਸੇ ਵੀ ਉਸ ਜਗ੍ਹਾ ਹੋਵੇ ਜਿਹੜੀ ਬੰਦੇ ਨੂੰ ਔਖੀ ਲੱਗਦੀ ਹੈ, ਉਹ ਪਹਿਲਾਂ ਜ਼ਰੂਰ ਬੰਦੇ ਨੂੰ ਪੇਨਫੁਲ ਲੱਗਦਾ ਹੈ, ਪਰ ਇੱਕ ਵਾਰ ਜਦੋਂ ਬੰਦਾ ਉਹ ਚੀਜ਼ 'ਚ ਨਿਪੁੰਨ ਹੋ ਜਾਂਦਾ ਹੈ ਨਾ, ਉੱਤੇ ਪੂਰਾ ਕੰਟਰੋਲ ਆ ਜਾਂਦਾ ਹੈ, ਤਾਂ ਬਾਕੀ ਸਾਰੀ ਜ਼ਿੰਦਗੀ ਬੰਦੇ ਦੀ ਫਿਰ ਆਰਾਮ ਨਾਲ ਗੁਜ਼ਰਦੀ ਹੈ। ਇਹੀ ਮੈਡੀਟੇਸ਼ਨ ਹੈ, ਇਹੀ ਧਿਆਨ ਹੈ। ਕਿਉਂਕਿ ਬਾਹਰੋਂ ਅਸੀਂ ਜਦੋਂ ਬਾਹਰੋਂ ਮਿਹਨਤ ਕਰਦੇ ਹਾਂ ਤਾਂ ਬਾਹਰਲੀਆਂ ਚੀਜ਼ਾਂ ਦੀ ਸਾਨੂੰ ਨੌਲੇਜ ਆਉਂਦੀ ਹੈ, ਪਰ ਜਦੋਂ ਅਸੀਂ ਅੰਦਰ ਮਿਹਨਤ ਕਰਦੇ ਹਾਂ ਨਾ ਤਾਂ ਸਾਨੂੰ ਆਪਣੇ ਅੰਦਰਲਾ ਉਹ ਗਿਆਨ ਮਿਲਦਾ ਹੈ। ਔਰ ਯਾਦ ਰੱਖੋ, ਜਿਹਨੇ ਅੰਦਰ ਨੂੰ ਸਮਝ ਲਿਆ ਨਾ, ਇਸ ਤੋਂ ਜ਼ਿਆਦਾ ਪਾਵਰਫੁਲ ਚੀਜ਼ ਤਾਂ ਹੋਰ ਕੋਈ ਹੈ ਹੀ ਨਹੀਂ। ਕਿਉਂਕਿ ਸਭ ਨੂੰ ਪੈਦਾ ਕਰਨ ਵਾਲਾ ਉਹ ਪਰਮ ਸ਼ਕਤੀ ਤੁਹਾਡੇ ਅੰਦਰ ਬੈਠੀ ਹੋਈ ਹੈ। ਜਦੋਂ ਸ਼ਕਤੀ ਨਾਲ ਸਾਡਾ ਕਨੈਕਸ਼ਨ ਜੁੜ ਗਿਆ ਜਾਂ ਸ਼ਕਤੀ ਨੂੰ ਕੰਟਰੋਲ ਕਰਨਾ ਸਾਨੂੰ ਆ ਗਿਆ, ਜਿੱਦਾਂ ਹੁਣ ਸਮਝ ਲਓ ਕਿਸੇ ਨੂੰ ਗੱਡੀ ਕੰਟਰੋਲ ਕਰਨੀ ਆ ਗਈ, ਉਹ ਕਿੰਨਾ ਲਾਭ ਲੈਂਦਾ ਹੈ ਉਹਦਾ। ਗੱਡੀ ਕੰਟਰੋਲ ਕਰਨ ਦਾ ਮਤਲਬ ਮੈਨੂੰ ਪਤਾ ਹੈ ਸਟੀਅਰਿੰਗ ਨੂੰ ਕਿੱਦਾਂ ਸੰਭਾਲਣਾ ਹੈ, ਗੱਡੀ ਨੂੰ ਕਿੱਦਾਂ ਚਲਾਉਣਾ ਹੈ। ਜਾਂ ਜੇ ਇਹਨੂੰ ਪਲੇਨ ਕੰਟਰੋਲ ਕਰਨਾ ਆ ਗਿਆ, ਪਾਇਲਟ ਬਣ ਗਿਆ, ਉਹਨੂੰ ਪਤਾ ਹੈ ਕਿ ਮੈਂ ਹੁਣ ਜਿੱਥੇ ਮਰਜ਼ੀ ਚਾਹਾਂ ਉਡਾ ਕੇ ਲਿਜਾ ਸਕਦਾ ਹੈ। ਕਿਉਂਕਿ ਇਸੇ ਤਰ੍ਹਾਂ ਜਦੋਂ ਸਾਨੂੰ ਆਪਣੇ ਅੰਦਰਲੀ ਸ਼ਕਤੀ ਨੂੰ ਕੰਟਰੋਲ ਕਰਨ ਦਾ ਪਤਾ ਲੱਗ ਜਾਂਦਾ ਹੈ ਨਾ, ਤਾਂ ਹੀ ਤਾਂ ਸਭ ਤੋਂ ਵੱਡੀ ਸ਼ਕਤੀ ਕਿਹੜੀ ਕਿਹਾ ਗਿਆ ਹੈ। ਜਰਾ ਹੁਣ ਗੌਰ ਕਰਨਾ, ਸਭ ਤੋਂ ਬੜੀ ਸ਼ਕਤੀ ਇਨਸਾਨ ਦੀ ਆਤਮਿਕ ਸ਼ਕਤੀ ਨੂੰ ਕਿਹਾ ਗਿਆ ਹੈ, ਔਰ ਉਸ ਤੋਂ ਬਾਅਦ ਆਉਂਦੀ ਹੈ ਮਾਨਸਿਕ ਸ਼ਕਤੀ। ਬੋਲੋ ਸਮਝਦੇ ਹੋ ਕਿ ਨਹੀਂ? ਪਹਿਲੀ ਸ਼ਕਤੀ ਕਿਹੜੀ ਹੈ? ਆਤਮਿਕ ਸ਼ਕਤੀ, ਜਿੱਥੋਂ ਹਰ ਚੀਜ਼ ਪੈਦਾ ਹੁੰਦੀ ਹੈ। ਫਿਰ ਆਉਂਦੀ ਹੈ ਮਾਨਸਿਕ ਸ਼ਕਤੀ, ਔਰ ਇਹ ਬਾਡੀ ਦੀ ਜਾਂ ਸਰੀਰਕ ਸ਼ਕਤੀ ਤਾਂ ਤੀਸਰੇ ਨੰਬਰ ਤੇ ਹੈ। ਇਹ ਗੱਲ ਯਾਦ ਰੱਖਣਾ। ਹੁਣ ਜਦੋਂ ਮੈਡੀਟੇਸ਼ਨ ਅਸੀਂ ਕਰਦੇ ਹਾਂ ਤਾਂ ਫਿਰ ਅਸੀਂ ਆਪਣੀ ਉਸ ਅੰਤਰਿਕ ਸ਼ਕਤੀ ਤੱਕ ਜਾਂਦੇ ਹਾਂ ਜਿੱਥੋਂ ਹਰ ਚੀਜ਼ ਪੈਦਾ ਹੋ ਰਹੀ ਹੈ, ਜਿੱਥੋਂ ਹਰ ਨੌਲੇਜ ਪੈਦਾ ਹੋ ਰਹੀ ਹੈ, ਹਰ ਗਿਆਨ ਦਾ ਜਿੱਥੋਂ ਜਨਮ ਹੋ ਰਿਹਾ ਹੈ। ਜਦੋਂ ਉਹ ਚੀਜ਼ ਨੂੰ ਅਸੀਂ ਸਮਝ ਲੈਂਦੇ ਹਾਂ ਤਾਂ ਸਾਡਾ ਜੀਵਨ ਹੀ ਕੁਝ ਹੋਰ ਹੋ ਜਾਂਦਾ ਹੈ। ਇਸ ਲਈ ਸਮਝਣਾ। ਹੁਣ ਇੱਥੇ ਗੱਲ ਆ ਗਈ ਉਹ ਫਕੀਰਾਂ ਦੀ, ਕਿ ਫਕੀਰਾਂ ਨੇ ਉਹਨੂੰ ਕਿਹਾ, ਕਹਿੰਦੇ ਇਸ ਤਰ੍ਹਾਂ ਕਰ, ਪਹਿਲਾਂ ਮੁਰਗੇ ਨੂੰ ਅੰਦਰ ਰੱਖਿਆ ਸੀ, ਉਹਨੂੰ ਕੁੱਤੇ ਨੂੰ ਵੀ ਅੰਦਰ ਲਿਆ। ਉਹ ਕਹਿੰਦਾ ਮਹਾਰਾਜ ਮੁਰਗੇ ਨੇ ਮੇਰਾ ਜੀਣਾ ਹਰਾਮ ਕਰ ਦਿੱਤਾ 2 ਦਿਨਾਂ 'ਚ। ਪਹਿਲਾਂ ਇਹ ਮੁਰਗੇ ਨੇ ਹੀ ਸਾਡਾ ਜੀਣਾ ਹਰਾਮ ਕਰ ਦਿੱਤਾ, ਹੁਣ ਤੁਸੀਂ ਕਹਿੰਦੇ ਕੁੱਤੇ ਨੂੰ ਵੀ ਅੰਦਰ ਲਿਆ ਵਾ। ਉਹ ਕਹਿੰਦੇ ਹਾਂ, ਕੁੱਤੇ ਨੂੰ ਵੀ ਲਿਆ। ਜੇ ਜੀਵਨ 'ਚ ਖੁਸ਼ੀ ਦੇ ਮੰਤਰ ਚਾਹੀਦੇ ਤਾਂ ਥੋੜੀ ਦੇਰ ਦੀ ਪੀੜਾ ਦਾ ਬਰਦਾਸ਼ਤ ਕਰਨੀ ਪੈਣੀ ਹੈ, ਜੀਵਨ ਭਰ ਦਾ ਆਰਾਮ ਲੈਣਾ ਹੈ। ਹੁਣ ਉਹਨਾਂ ਹੁਕਮ ਮੰਨਿਆ, ਕਹਿੰਦੇ ਜੀ ਠੀਕ ਹੈ, ਉਹਨਾਂ ਕੁੱਤੇ ਨੂੰ ਵੀ ਅੰਦਰ ਬੰਨਣਾ ਸ਼ੁਰੂ ਕਰਤਾ। ਹੁਣ ਦਿਨ ਰਾਤ ਕੁੱਤਾ ਵੀ ਅੰਦਰ ਹੀ ਹੈ। ਹੁਣ ਕੁੱਤੇ ਨੂੰ ਅੰਦਰ ਲਿਆਉਣ ਨਾਲ ਪਰੇਸ਼ਾਨੀ, ਕਿਉਂਕਿ ਕਮਰਾ ਛੋਟਾ, ਉੱਥੇ ਕੁੱਤਾ ਭੌਂਕੇ, ਉੱਥੇ ਮੁਰਗਾ ਕੂ ਕਰਦਾ ਹੈ, ਉੱਥੇ ਕੁੱਤਾ ਭੌਂਕੀ ਜਾਂਦਾ ਹੈ। ਹੁਣ ਤਾਂ ਹੋਰ ਪਰੇਸ਼ਾਨੀ ਵੱਧ ਗਈ ਕਿ ਮੈਂ ਤਾਂ ਆਪਣੇ ਜੀਵਨ ਨੂੰ ਆਸਾਨ ਬਣਾਉਣ ਗਿਆ ਸੀ, ਇਹ ਤਾਂ ਮੇਰੀ ਪਰੇਸ਼ਾਨੀ ਦਿਨ ਪ੍ਰਤੀ ਦਿਨ ਵੱਧਦੀ ਜਾ ਰਹੀ ਹੈ। ਦਿਨ ਬ ਦਿਨ ਮੇਰੀ ਪਰੇਸ਼ਾਨੀ ਹੋਰ ਵੱਧ ਰਹੀ ਹੈ। ਆਖਿਰ 2 ਦਿਨ 'ਚ ਤਾਂ ਇੰਨਾ ਦੁਖੀ ਹੋ ਗਿਆ ਕਿ ਹੁਣ ਤਾਂ ਰਾਤ ਨੂੰ ਸੋਣਾ ਵੀ ਮੁਸ਼ਕਿਲ ਹੈ। ਜਾ ਕੇ ਫਕੀਰਾਂ ਨੂੰ ਕਹਾਂ ਮਹਾਰਾਜ ਆਜ਼ਾਦੀ ਦਿਓ ਮੈਨੂੰ ਇਹਨਾਂ ਤਕਲੀਫਾਂ ਤੋਂ। ਕੀ ਕਰ ਰਹੇ ਹੋ ਤੁਸੀਂ ਕਿ ਇਸ ਕੁੱਤੇ ਨੂੰ ਔਰ ਮੁਰਗੇ ਨੂੰ ਬਾਹਰ ਕੱਢਣ ਦੀ ਇਜਾਜ਼ਤ ਦਿਓ। ਜਦੋਂ ਇਜਾਜ਼ਤ ਲੈਣ ਗਿਆ ਨਾ 2 ਦਿਨਾਂ ਬਾਅਦ, ਫਿਰ ਤਾਂ ਫਕੀਰਾਂ ਨੇ ਪਤਾ ਕੀ ਕਿਹਾ, ਕਹਿੰਦੇ ਨੂੰ ਗਾਉਂ ਨੂੰ ਵੀ ਅੰਦਰ ਬੰਨ। ਆ ਜਿਹੜੀ ਗਾਉਂ ਰਹਿ ਗਈ ਨਾ ਬਾਹਰ, ਇਹਨੂੰ ਵੀ ਅੰਦਰ ਲਿਆ। ਉਹ ਕਹਿੰਦਾ ਮਹਾਰਾਜ ਕੁੱਤਾ ਠੀਕ ਸੀ, ਮੁਰਗਾ ਠੀਕ ਸੀ, ਗਾਉਂ ਵੀ ਅੰਦਰ ਲਿਆਵਾਂ, ਗਾਉਂ ਗੋਬਰ ਕਰੇਗੀ, ਕਿਉਂਕਿ ਜਾਨਵਰ ਹੈ, ਖਾਣਾ ਵੀ ਉੱਥੇ ਖਾਣਾ ਹੈ ਤਾਂ ਗੋਬਰ ਵੀ ਕਰਨਾ। ਫਕੀਰ ਕਹਿੰਦੇ ਜੋ ਵੀ ਅੰਦਰ ਹੀ ਹੋਏਗਾ, ਬਸ ਤੂੰ ਬੰਨ ਅੰਦਰ ਬਸ। ਹੁਣ ਕਹਿੰਦੇ ਹੁਣ ਸਮਝ ਨਾ ਆਵੇ, ਕਹਿੰਦਾ ਮਹਾਰਾਜ ਮੈਂ ਇਹ ਤੁਸੀਂ ਕਰ ਕੀ ਰਹੇ ਹੋ, ਮੇਰੀ ਜ਼ਿੰਦਗੀ ਨਰਕ ਬਣ ਚੁੱਕੀ ਹੈ। ਫਕੀਰ ਕਹਿੰਦੇ ਨੂੰ ਮਹਾਨਰਕ ਬਣਾਉਣੀ ਹੈ।
लैके चल इनू अंदर, बस 2 दिन की गल होर है, चल अंदर लैके। कहते गांव नूं भी अंदर पाया। हुण जो गांव भी अंदर, कुत्ता भी अंदर, मुर्गा भी अंदर, तो आप निक्का जिहा कोने जे फस के पति पत्नी बैठे रहते हैं। उत्थे लम्मे पैना, उत्थे बैठना का कमरा तो इदां हो गया कि जिद्दां भाई मुर्गा खाना हुंदा, जिद्दां सारे जानवर ही उत्थे बंद किए जाते हैं। बड़ा परेशान हो गया वो। 2 दिन गांव नूं अंदर पाया तो जीना इन्ना मुश्किल हो गया कि पत्नी भी कहती इन्ना चंगा तो मौत आ जाए। हुण गया फकीरां को, कहता मारे हुण तो मौत ही दे दो। फकीर कहते चल फिर, दुखी हो गया, परेशान हो गया, कहता जी बहुत। कहते इदा कर हुण तिन्नां नूं बाहर चक के बाहर कढ, तिन्नां नूं बाहर कढ। जदों सुनिया कि तिन्नां नूं बाहर कढ, नचदा गया, खुशी नाल टपदा होया। किदां गया? शुक्र है, शुक्र है, शुक्र करदा गया, खुशी नाल बाहर गया। और फकीरां ने जांदे कहता कि बेटा 2 दिनों बाद आके दसना भी है, दसना भी लाइफ किदां दी, जिंदगी किदां दी है। जदों गया मुर्गे नूं, कुत्ते नूं, गाऊं नूं बाहर बन्निया, तो अज बड़े दिनों बाद गुड़ी नींद सुत्ता और शुक्र किया, शुक्र है भगवान का, शुक्र है रब का, चैन आ गया। अज चैन आ गया, सुकून आ गया, बड़ी गुड़ी नींद सुते दोने। घर खुला खुला लगे, कमरा पूरा खुला खुला लगे। लै भी कमाल हो गया। अगले दिन 2 दिनों बाद फकीरां ने कहा 2 दिन की, अगले दिन ही फकीरां को दौड़ के गया। फकीर कहते रात कितने गुजरी? कहता महाराज सारी रात शुक्र करके गुजारी और बड़ी गुड़ी नींद आई। फकीर कहते समझिया फिर कुछ, समझिया फिर कुछ? कमरा पहला भी उही सी, घर पहला भी उही सी, उसने कभी शुक्र नहीं किया। तेन इदा नचदे नहीं कभी देखा मैं जिद्दां तू गया सी। शुक्र है, शुक्र है, कमरा हुण भी उही है, पर हुण तू शुक्र कर रहा है कि कमरा खुला खुला लगता है, कमरे 'च सब कुछ ही है, आनंद है, शांति है। पर कमरा पहला भी उही सी, पहला तेनू कदी ये फील ही नहीं होया, महसूस ही नहीं होया। कारण की है कि खुशी हमेशा साडे कोल ही हुंदी है, पर असीं ओनू देखण दी बजाय ना, जदों असीं कमियां नू देखदे रहिंदे आ कि मेरे जीवन 'च आ कमी है, मेरे जीवन 'च ओ कमी है, तो उस वेले जो साडे कोल है असीं ओहदा आनंद पूरा ले ही नहीं पाते जब तक असीं कमियां वाल ही देखते रहते। असीं ये नहीं देखते कि मेरे कोल जो है ओहदा मैं किद्दां आनंद लवां। समझ रहे हो कि नहीं साडी गल? जे हुण फर्ज करो तुहाडी जेब 'च 10 रुपए है, तुहाडी जेब 'च 10 रुपए, उदाहरण दे रहे हैं, हालांकि 10 होंदे नहीं, 10 तो ज़्यादा ही होंदे हैं, पर इत्थे एक मिसाल दे रहे हैं कि अगर तुहाडी जेब 'च 10 रुपए है और तुहाडे नाल दे साथी दी जेब 'च 10 लाख है, तो तुसीं हुण ये भी सोच सकते हो कि ਉਹਦੇ ਕੋਲ 10 ਲੱਖ है, यार मेरे को 10 रुपए है, ਉਹਦੇ ਕੋਲ 10 क्यों है, ਉਹਦੇ ਕੋਲ 10 ਲੱਖ क्यों है, ਉਹ ਕੋਲ ਲੱਖਾਂ क्यों है, रब ने ਉਹਨੂੰ क्यों ਲੱਖਾਂ ਦਿੱਤੇ, तो मैनू सिर्फ 10 ही दिते है, मैं हैगा ही निकम्मा, मेरी किस्मत ही माड़ी है, मेरी तकदीर ही खराब है, मैनू पता नहीं रब किहड़े जन्मां दी सज़ा दे रहा, मेरी किस्मत माड़ी। इदां अपने आप नूं कोस के तुसीं अपना टाइम, अपनी जिंदगी गुजार सकते हो। तो जिहड़ा समझदार इंसान होएगा ना, वो पता की कहेगा, ठीक है ਉਹਦੇ ਕੋਲ 10 ਲੱਖ है, मेरे को 10 है, पर मैं ये देखना कि 10 का आनंद किद्दां लवां, ये 10 का आनंद किद्दां लवां, ये 10 नाल मैं खुशी किद्दां लवां। जे ਉਹਦੇ कोल कार है तो मेरे को मोटरसाइकिल, मैं अपने मोटरसाइकिल ते की ऐसा कर सकता है कि मैं ਇਹਦੇ ਨਾਲ ही आनंद लवां। अगे ਵਧਣਾ है असीं, पर ਉਹਦੇ ਨਾਲ जो साडे कोल है ਉਹਦੇ वास्ते भी असीं शुक्र करना, शिकायत नहीं करनी। बोलो समझदे हो कि नहीं? शिकायत नहीं करनी, शिकवे नहीं करने कि मेरे को आ नहीं है, मेरी किस्मत माड़ी। क्योंकि जदों असीं अपने आप नूं कोसना शुरू कर दिंदे आ, अपने आप नूं ही बुरा कहना शुरू कर दिंदे, अपनी किस्मत नूं कोसना शुरू कर दिंदे, या शिकवे शिकायतां देनियां शुरू कर दिंदे आ, तो असीं जीवन 'च जो इस वेले है ना साडे कोल, असीं ओहदा आनंद कदी फिर ले ही नहीं पावांगे। साडी सोच की होनी चाहिए है, ठीक है ਉਹਦੇ ਕੋਲ इन्ना आ, मेरे को चाहे थोड़ा है। गल इत्थे बड़े या छोटे दी नहीं है, गल ये है कि कईयां को बहुत है पर फिर भी दुखी है, मेरे को थोड़ा है पर मैं थोड़े च भी किद्दां खुश हो सकदा। गल तां खुशी दी है, समझ आ रही कि नहीं? हुण जरा तुसीं आप सोच के देखो कि अगर एक पासे बंदा कहंदा मैं अरबापति हाँ पर वो दुखी बैठा है, उदास बैठा है, तो दूजे पासे एक आदमी लखापति है, चाहे कोई लाख रुपया है पर वो आनंद विच है, नच रहा है, खुश है, मुस्कुरा रहा है। असीं कहांगे किहदी जिंदगी वधिया? क्योंकि कल नूं मरना करोड़ां वाले ने भी है तो मरना हज़ारां वाले ने भी है। पर गल तां इह है कि वो करोड़ां वाला भी जदों मरेगा दुखी होके, चिंतित होके, तो इसदा मतलब उन्हें सारी जिंदगी चिंता 'च ही गुजार दी। लखां वाला भी मरिया, हज़ारां वाला भी मरिया, पर खुशी नाल इन्हां हर पल दा आनंद लिया, हर पल नूं खुशी ना जिया। क्योंकि दिन उही है, जिंदगी उही है जो खुशी नाल गुजर जावे। समझ रहे हो कि नहीं? इसलिए अज तो पहली गल ऐसी दस्सिया कि अज पॉइंट कुछ सीखने हैं असीं अपने जीवन च, ताकि अपने जीवन च असीं खुश किद्दां रह सकते हैं।
ਪਹਿਲੀ ਗੱਲ ਇਹ ਦੇਖਣਾ ਬੰਦ ਕਰੋ ਕਿ ਮੇਰੇ ਕੋਲ ਕੀ ਨਹੀਂ ਹੈ, ਉਹਦੀਆਂ ਸ਼ਿਕਾਇਤਾਂ ਕਰਨੀਆਂ ਬੰਦ ਕਰੋ, ਔਰ ਇਹ ਦੇਖਣਾ ਸ਼ੁਰੂ ਕਰੋ ਕਿ ਮੇਰੇ ਕੋਲ ਕੀ ਹੈ। ਜੋ ਮੇਰੇ ਕੋਲ ਹੈ ਮੈਂ ਇਹਦੇ ਨਾਲ ਬੈਟਰ ਕੀ ਕਰ ਸਕਦਾ ਹੈ। ਬੋਲੋ ਸਮਝਦੇ ਹੋ ਕਿ ਨਹੀਂ? ਜਿੱਦਾਂ ਹੀ ਦੱਸੀਦਾ ਨਾ ਕਿ ਇੱਕ ਐਸਾ ਕਲਾਕਾਰ ਹੈ ਜਿਹੜਾ ਨਾ ਬਿਨਾਂ ਹੱਥਾਂ ਤੋਂ ਪੈਦਾ ਹੋਇਆ। ਜਰਾ ਹੁਣ ਗੌਰ ਕਰਨਾ, ਉਹਦੇ ਹੱਥ ਨਹੀਂ ਹੈ ਪਰ ਫਿਰ ਵੀ ਉਹ ਪੇਂਟਿੰਗ ਇੰਨੀ ਸੋਹਣੀ ਬਣਾਉਂਦਾ ਹੈ ਆਪਣੇ ਪੈਰਾਂ ਦੇ ਪੰਜਿਆਂ ਨਾਲ ਹੀ, ਪੈਰਾਂ ਦੇ ਪੰਜਿਆਂ ਨਾਲ ਹੀ ਪੇਂਟਿੰਗ ਇੰਨੀ ਸੋਹਣੀ ਬਣਾਉਂਦਾ ਹੈ ਕਿ ਲੋਕ ਦੇਖ ਕੇ ਹੈਰਾਨ ਰਹਿ ਜਾਂਦੇ। ਤਾਂ ਕਿਸੇ ਨੇ ਉਹਦੀ ਇੰਟਰਵਿਊ ਲਈ ਕਿ ਤੁਸੀਂ ਇੰਨੀ ਸੁੰਦਰ ਪੇਂਟਿੰਗ ਬਣਾਉਂਦੇ ਹੋ, ਤੁਹਾਡੇ ਹੱਥ ਨਹੀਂ ਹੈ ਪੈਰਾਂ ਨਾਲ ਹੀ? ਤਾਂ ਉਹਨਾਂ ਕਿਹਾ ਠੀਕ ਹੈ, ਮੈਂ ਬਚਪਨ ਤੋਂ ਹੀ, ਜਦੋਂ ਮੇਰੀ ਪੈਦਾਇਸ਼ ਹੋਈ ਸੀ ਤਾਂ ਮਾਂ ਦੇ ਗਰਭ 'ਚ ਹੀ ਕੁਝ ਐਸੀ ਪ੍ਰੋਬਲਮ ਹੋ ਗਈ ਸੀ ਕਿ ਮੇਰੇ ਹੱਥ ਨਹੀਂ ਬਣ ਪਾਏ, ਹੱਥ ਨਹੀਂ ਹੈ ਉਹਦੇ। ਜਰਾ ਹੁਣ ਗੌਰ ਕਰਨਾ। ਪਰ ਉਹ ਕਹਿੰਦਾ ਮੈਂ ਕਦੀ ਇਸ ਚੀਜ਼ ਦਾ ਅਫਸੋਸ ਨਹੀਂ ਕੀਤਾ ਕਿ ਮੇਰੇ ਕੋਲ ਆਹ ਚੀਜ਼ ਨਹੀਂ ਹੈ, ਮੇਰੇ ਕੋਲ ਹੱਥ ਨਹੀਂ ਹੈ। ਮੈਂ ਇਹ ਚੀਜ਼ ਦਾ ਕਦੀ ਅਫਸੋਸ ਨਹੀਂ ਕੀਤਾ, ਬਲਕਿ ਮੈਂ ਇਹ ਕਿਹਾ, ਆਪਣੇ ਆਪ ਨੂੰ ਇਹ ਗੱਲ ਕਹੀ ਕਿ ਠੀਕ ਹੈ ਮੇਰੇ ਕੋਲ ਹੱਥ ਨਹੀਂ ਹੈ, ਪਰ ਜੋ ਮੇਰੇ ਕੋਲ ਹੈ ਮੈਂ ਉਹਦੇ ਨਾਲ ਅੱਛਾ ਕੀ ਕਰ ਸਕਦਾ, ਮੈਂ ਉਹਦੇ ਨਾਲ ਬੈਟਰ ਕੀ ਕਰ ਸਕਦਾ। ਹੁਣ ਅੱਜ ਇਨਸਾਨ ਕਹਿੰਦਾ ਮੇਰੀ ਇੱਕ ਅੱਖ ਦੀ ਰੋਸ਼ਨੀ ਕਮਜ਼ੋਰ ਹੈ, ਜਾਂ ਮੇਰਾ ਹੱਥ ਇੱਕ ਕਮਜ਼ੋਰ ਹੈ, ਜਾਂ ਮੇਰੀ ਇੱਕ ਲੱਤ ਕਮਜ਼ੋਰ ਹੈ, ਜਾਂ ਮੇਰਾ ਆਹ ਬਾਡੀ ਦਾ ਪਾਰਟ ਕਮਜ਼ੋਰ ਹੈ। ਉਹ ਠੀਕ ਹੈ, ਇੱਕ ਪਾਰਟ ਕਮਜ਼ੋਰ ਹੈ, ਪਰ ਜਿਹੜੇ ਅੱਛੇ ਆ ਉਹਨਾਂ ਨਾਲ ਕੀ ਬੈਸਟ ਕਰ ਸਕਦੇ ਹੋ ਇਹ ਦੇਖੋ। ਤੁਸੀਂ ਆਪਣੀ ਕਮਜ਼ੋਰੀ ਨਾ ਦੇਖੋ। ਅਸੀਂ ਦੱਸਿਆ ਨਾ ਕਿ ਬਰੁਸ਼ਲੀ ਜੋ ਕਿ ਐਡਾ ਮਹਾਨ ਨਾਇਕ ਹੋਇਆ ਹੈ, ਬਹੁਤ ਸੁਪਰਸਟਾਰ ਹੋਇਆ ਹੈ ਮਾਰਸ਼ਲ ਆਰਟ ਦੇ ਵਿੱਚ ਵੀ ਤਾਂ ਫਿਲਮਾਂ 'ਚ ਵੀ, ਉਹਦੀ ਇੱਕ ਲੱਤ ਦੂਸਰੀ ਲੱਤ ਨਾਲੋਂ ਛੋਟੀ ਸੀ, ਇੱਕ ਲੱਤ ਦੂਜੀ ਲੱਤ ਨਾਲੋਂ ਛੋਟੀ ਸੀ। ਤਾਂ ਜਦੋਂ ਟ੍ਰੇਨਿੰਗ ਲੈਣ ਗਿਆ ਸੀ ਤਾਂ ਉਹਦੇ ਪਹਿਲੇ ਕੋਚ ਨੇ ਕਹਿ ਦਿੱਤਾ ਵੀ ਤੂੰ ਨਹੀਂ ਸਫਲ ਹੋ ਸਕਦਾ ਕਿਉਂਕਿ ਤੇਰੀ ਲੱਤ ਹੀ ਛੋਟੀ ਹੈ। ਤਾਂ ਬਰੁਸ਼ਲੀ ਨੇ ਆਪਣੀ ਉਹ ਕਮਜ਼ੋਰੀ ਨੂੰ ਤਾਕਤ ਬਣਾਇਆ, ਕਮਜ਼ੋਰੀ ਨਹੀਂ ਬਣਾਇਆ ਉਹਨੂੰ ਕੀ ਬਣਾਇਆ? ਤਾਕਤ। ਉਹਨੇ ਪ੍ਰੈਕਟਿਸ ਹੀ ਉਸ ਲੱਤ ਨਾਲ ਇੰਨੀ ਕੀਤੀ ਕਿ ਕਹਿੰਦੇ ਉਹ ਇੰਨੀ ਪ੍ਰੈਕਟਿਸ ਹੋ ਗਈ ਸੀ ਉਸ ਬਰੁਸ਼ਲੀ ਨੂੰ ਕਿ ਜਦੋਂ ਉਸ ਲੱਤ ਨਾਲ ਬਾਹਰ ਕਰਦਾ ਸੀ ਤਾਂ ਉਹਨੂੰ ਵੀ ਕੈਮਰੇ ਤੇ ਦਿਖਾਉਣ ਵਾਸਤੇ ਸਲੋ ਮੋਸ਼ਨ ਕਰਕੇ ਦਿਖਾਉਣਾ ਪੈਂਦਾ ਸੀ। ਲੱਤ ਦੀਦੀ ਨਹੀਂ ਸੀ ਉਹਦੀ, ਇੰਨੀ ਸਪੀਡ ਸੀ ਉਹਦੀ। ਉਹਦੇ ਕੋਚ ਨੇ ਵੀ ਕਿਹਾ ਕਿ ਜਿਹੜੀ ਤੇਰੀ ਕਮਜ਼ੋਰੀ ਸੀ ਤੂੰ ਉਹਨੂੰ ਸ਼ਕਤੀ ਬਣਾ ਲਿਆ। ਮਜ਼ਾ ਤਾਂ ਇਹਦੇ 'ਚ ਹੀ ਹੈ ਨਾ ਕਿ ਦੁਨੀਆ ਕਵੇ ਤੂੰ ਆ ਨਹੀਂ ਕਰ ਸਕਦਾ, ਪਰ ਮੈਂ ਕਹਾਂ ਮੈਂ ਕਰ ਸਕਦਾ ਹਾਂ ਕਿਉਂਕਿ ਮੈਨੂੰ ਆਪਣੇ ਮਾਲਿਕ ਤੇ ਪੂਰਾ, ਕਿਉਂਕਿ ਜਿਸ ਸ਼ਕਤੀ ਨੇ ਸਾਨੂੰ ਪੈਦਾ ਕੀਤਾ ਹੈ, ਅਗਰ ਉਸਨੇ ਪੈਦਾ ਕੀਤਾ ਤਾਂ ਇਸ ਲਈ ਨਹੀਂ ਪੈਦਾ ਕੀਤਾ ਕਿ ਅਸੀਂ ਉਹ ਕਮਜ਼ੋਰੀ ਦਾ ਰੋਣਾ ਰੋਂਦੇ ਫਿਰੀਏ, ਬਲਕਿ ਉਹਨੇ ਇਸ ਲਈ ਸਾਨੂੰ ਪੈਦਾ ਕੀਤਾ ਕਿ ਅਸੀਂ ਦੁਨੀਆ ਤੇ ਮਿਸਾਲ ਬਣੀਏ ਕਿ ਇਹ ਕਮਜ਼ੋਰੀ ਮੇਰੇ 'ਚ ਸੀ, ਪਰ ਇਸ ਕਮਜ਼ੋਰੀ ਨੂੰ ਆਪਣੇ ਹਾਵੀ ਹੋਣ ਨਹੀਂ ਦਿੱਤਾ, ਬਲਕਿ ਇਸ ਕਮਜ਼ੋਰੀ 'ਚ ਵੀ ਮੈਂ ਵਿਜੇ ਕਰਕੇ, ਵਿਨ ਕਰਕੇ, ਜਿੱਤ ਕੇ ਦਿਖਾਇਆ ਹੈ ਤਾਂ ਕਿ ਦੁਨੀਆ ਤੇ ਤੇਰੀ ਇੱਕ ਮਿਸਾਲ ਬਣੇ। ਪਰ ਅੱਜ ਬੰਦਾ ਬਹਾਨੇਬਾਜ਼ੀ, ਪੁੱਛੋ ਤੂੰ ਭਾਈ ਕਾਮਯਾਬ ਕਿਉਂ ਨਹੀਂ? ਕਹਾਂ ਟਾਈਮ ਹੀ ਖਰਾਬ ਸੀ, ਕਿਸਮਤ ਖਰਾਬ ਸੀ, ਮੇਰੇ ਮਾਂ-ਬਾਪ ਨੇ ਸਾਥ ਨਹੀਂ ਦਿੱਤਾ, ਮੇਰੇ ਰਿਸ਼ਤੇਦਾਰਾਂ ਨੇ ਸਾਥ ਨਹੀਂ ਦਿੱਤਾ, ਮੈਨੂੰ ਫਲਾਣੇ ਨੇ ਸਾਥ ਨਹੀਂ ਦਿੱਤਾ। ਯਾਨੀ ਇਦਾਂ ਦੀ ਬਹਾਨੇਬਾਜ਼ੀ ਕਰ ਕਰਕੇ ਬੰਦਾ ਦੂਜਿਆਂ ਨੂੰ ਬਲੇਮ ਦੇ ਦੇ ਕੇ ਬੰਦਾ ਆਪ, ਫਿਰ ਕਵਾਂਗੇ ਜਦੋਂ ਦੂਜਿਆਂ ਨੂੰ ਬਲੇਮ ਦਿੰਦੇ ਆ ਨਾ ਤਾਂ ਨੁਕਸਾਨ ਕਿਹਦਾ ਹੁੰਦਾ ਹੈ? ਕਿਸੇ ਦੂਜੇ ਦਾ ਨਹੀਂ, ਆਪਣਾ ਹੀ ਹੁੰਦਾ ਹੈ। ਤਾਂ ਜਿਨ੍ਹਾਂ ਨੇ ਕੁਝ ਕਰਕੇ ਦਿਖਾਣਾ ਹੋਵੇ ਉਹ ਤਾਂ ਕਹਿੰਦੇ ਕਿ ਸਮਾਂ ਜੈਸਾ ਮਰਜ਼ੀ ਹੋਵੇ, ਕੋਈ ਸਾਥ ਦੇਵੇ ਨਾ ਦੇਵੇ, ਦੁਨੀਆ ਮੇਰੇ ਨਾਲ ਖੜੇ ਨਾ ਖੜੇ, ਬਸ ਮੈਨੂੰ ਉਹਦਾ ਸਾਥ ਚਾਹੀਦਾ ਤਾਂ ਮੈਂ ਅਸੰਭਵ ਨੂੰ ਵੀ ਸੰਭਵ ਕਰ ਸਕਦਾ ਹਾਂ। ਇਹ ਗੱਲ ਹਮੇਸ਼ਾ ਯਾਦ ਰੱਖੋ। ਸੋ ਸਭ ਤੋਂ ਪਹਿਲੀ ਗੱਲ, ਅਸੀਂ ਜਦੋਂ ਆਪਣੇ ਮਾਈਂਡ ਨੂੰ ਨਾ ਉਸ ਚੀਜ਼ ਵੱਲ ਲਿਜਾਂਦੇ ਆ ਕਿ ਜੋ ਮੇਰੇ ਕੋਲ ਹੈ ਮੈਂ ਉਸ ਚੀਜ਼ ਦਾ ਆਨੰਦ ਕਿੱਦਾਂ ਲੈਣਾ ਹੈ। ਸਮਝਦੇ ਹੋ ਕਿ ਨਹੀਂ? ਹੁਣ ਫਰਜ਼ ਕਰੋ ਡਾਕਟਰ ਤੁਹਾਨੂੰ ਕਹਿ ਦੇਵੇ ਤੇ ਕੋ 2 ਦਿਨ ਨੇ, 2 ਦਿਨ ਬਾਅਦ ਤੇਰੀ ਮੌਤ ਹੈ। ਹੁਣ ਇੱਕ ਬੰਦਾ ਹੋ ਸਕਦਾ ਸੋਚੇ ਹਾਏ ਮੈਂ ਮਰ ਗਿਆ, ਉਹ 2 ਦਿਨ ਰੋ ਰੋ ਕੇ ਕੱਟੀ ਜਾਵੇ, ਤਾਂ ਦੂਜਾ ਸੋਚੇ ਠੀਕ ਹੈ ਮੇਰੇ ਕੋਲ 2 ਦਿਨ ਹੈ, ਇਹ 2 ਦਿਨ ਮੈਂ ਬੈਸਟ ਕੀ ਕਰ ਸਕਦਾ, ਅੱਛਾ ਕੀ ਕਰ ਸਕਦਾ, ਕਿੱਦਾਂ ਮੈਂ ਇੰਜੋਏ ਕਰ ਸਕਦਾ, ਮਰਨਾ ਤਾਂ ਉਦਾਂ ਵੀ ਇੱਕ ਦਿਨ ਹੈ, ਪਰ ਜੇ ਹੁਣ 2 ਦਿਨ ਮੇਰੇ ਕੋਲ ਹੈ ਤਾਂ ਮੈਂ ਕੀ ਬੈਸਟ ਕਰ ਸਕਦਾ। ਸੋਚੋ ਕੀ ਬੈਸਟ ਕਰ ਸਕਦੇ ਹੋ ਤੁਸੀਂ, ਸੋਚਦੇ ਹੋ ਕਿ ਨਹੀਂ? ਅਗਰ ਇਹ ਟਾਈਮ ਹੈ, ਇਹ ਸਮਾਂ ਹੈ, ਅਗਰ ਇਹ ਪਲ ਕੁਦਰਤ ਨੇ ਸਾਨੂੰ ਦਿੱਤੇ ਹੈ ਤਾਂ ਇਹਨਾਂ 'ਚ ਮੈਂ ਕੀ ਬੈਸਟ ਕਰ ਸਕਦਾ। ਔਰ ਨਾਲ ਇਹ ਵੀ ਯਾਦ ਰੱਖਣਾ ਹਮੇਸ਼ਾ ਕਿ ਜਦੋਂ ਸਾਨੂੰ ਕੁਦਰਤ ਜ਼ਿੰਦਗੀ ਦਿੰਦੀ ਹੈ ਨਾ, ਇਸ ਲਈ ਜ਼ਿੰਦਗੀ ਦਿੰਦੀ ਹੈ ਕਿ ਅਸੀਂ ਆਪਣਾ ਜੀਵਨ ਇਸ ਢੰਗ ਨਾਲ ਜੀਏ ਕਿ ਆਪ ਤਾਂ ਖੁਸ਼ ਰਹੀਏ, ਤਾਂ ਐਸਾ ਜੀਵਨ ਜੀਏ ਕਿ ਦੂਜਿਆਂ ਨੂੰ ਵੀ ਕਿਸੇ ਤਰ੍ਹਾਂ ਅਸੀਂ ਕੁਝ ਬੈਸਟ ਕਰਕੇ, ਯਾਨੀ ਉਹਨਾਂ ਦੇ ਜੀਵਨ 'ਚ ਵੀ ਬੈਸਟ ਕਰਕੇ ਦਿਖਾਈਏ ਤਾਂ ਕਿ ਉਹ ਵੀ ਜੀਵਨ ਖੁਸ਼ੀ ਦੇ ਨਾਲ ਜੀ ਸਕਣ। ਇਹ ਗੱਲ ਯਾਦ ਰੱਖਣਾ ਹਮੇਸ਼ਾ। ਇਸ ਲਈ ਅਸੀਂ ਕਈ ਵਾਰ ਕਹੀਦਾ, ਇੱਕ ਬੰਦਾ ਸੋਚਦਾ ਹੈ, ਜਿੱਦਾਂ ਫਰਜ਼ ਕਰੋ ਇੱਕ ਇੰਜੀਨੀਅਰ ਹੈ, ਇੱਕ ਲੜਕਾ ਜਾਂ ਕੋਈ ਲੜਕੀ ਉਹ ਇੰਜੀਨੀਅਰ ਬਣਨਾ ਚਾਹੁੰਦੀ ਹੈ, ਉਹਦੇ ਮਨ ਦੀ ਕੀ ਸੋਚ ਹੈ? ਕੋਈ ਪੁੱਛੇ ਬੇਟਾ ਜਾਂ ਬੇਟੀ ਤੂੰ ਇੰਜੀਨੀਅਰ ਕਿਉਂ ਬਣਨਾ ਚਾਹੁੰਦੀ ਹੈ? ਤਾਂ ਕਿ ਮੈਂ ਇੱਕ ਸੋਹਣੀ ਜਿਹੀ ਕੋਠੀ ਹੈਗੀ, ਇੱਕ ਸੋਹਣਾ ਜਿਹਾ ਘਰ ਬਣਾਵਾਂ ਆਪਣੇ ਵਾਸਤੇ। ਸੋਚ ਆ ਜਾਂਦੀ ਕਿ ਨਹੀਂ? ਤਾਂ ਕਿ ਆਪਣੇ ਮਾਂ-ਬਾਪ ਨੂੰ ਮੈਂ ਸੋਹਣੀ ਜਿਹੀ ਜ਼ਿੰਦਗੀ ਦੇਵਾਂ। ਹੁਣ ਇਹ ਸੋਚ ਹੁੰਦੀ ਹੈ, ਤੇ ਇੱਕ ਪਤਾ ਕੀ ਸੋਚ ਹੁੰਦੀ ਹੈ? ਮੈਂ ਇਸ ਲਈ ਬਣ ਰਿਹਾ ਹਾਂ ਤਾਂ ਕਿ ਮੈਂ
ਇਦਾਂ ਦੀਆਂ ਬਿਲਡਿੰਗਾਂ ਤਿਆਰ ਕਰਾਂ, ਇਦਾਂ ਦੀਆਂ ਚੀਜ਼ਾਂ ਤਿਆਰ ਕਰਾਂ ਜਿਹਦਾ ਪੂਰੀ ਦੁਨੀਆ ਲਾਭ ਲੈ ਸਕੇ, ਜਿਹਦਾ ਦੂਜਿਆਂ ਨੂੰ ਫਾਇਦਾ ਹੋਵੇ। ਕਿਉਂਕਿ ਅੱਜ ਮਿਲਾਵਟ ਬਹੁਤ ਹੈ ਔਰ ਮੈਂ ਉਹ ਬਣਨਾ ਚਾਹੁੰਦਾ ਕਿ ਮੈਂ ਅੱਜ ਪਿਓਰ ਚੀਜ਼, ਕੋਈ ਅੱਛੀ ਚੀਜ਼ ਦੁਨੀਆ ਨੂੰ ਦੇਣਾ ਚਾਹੁੰਦਾ ਹਾਂ ਤਾਂ ਕਿ ਦੁਨੀਆ ਤੇ ਮੈਂ ਰਵਾਂ ਨਾ ਰਵਾਂ, ਮੇਰੀ ਬਣਾਈ ਚੀਜ਼ ਯਾਦਗਾਰ ਰਵੇ, ਬੈਸਟ ਹੋਵੇ। ਕਿ ਮੈਂ ਕੀ ਬੈਸਟ ਕਰ ਸਕਦਾ ਹਾਂ। ਔਰ ਯਾਦ ਕਰੋ, ਜਦੋਂ ਤੁਸੀਂ ਬੈਸਟ ਕਰੋਗੇ ਨਾ, ਇਹ ਯਾਦ ਰੱਖਣਾ, ਤਾਂ ਤੁਹਾਨੂੰ ਬੈਸਟ ਫਲ ਆਪਣੇ ਆਪ ਹੀ ਮਿਲੇਗਾ। ਇੱਕ ਇਨਸਾਨ ਸਿਰਫ ਆਪਣੇ ਬਾਰੇ ਸੋਚਦਾ ਹੈ। ਫਰਜ਼ ਕਰੋ ਇੱਕ ਬੰਦਾ ਸੋਚਦਾ ਹੈ ਕਿ ਮੈਂ ਡਾਕਟਰ ਬਣਨਾ ਹੈ, ਪਰ ਡਾਕਟਰ ਕਿਉਂ ਬਣਨਾ ਹੈ? ਤਾਂ ਕਿ ਮੈਂ ਵਧੀਆ ਗੱਡੀ ਲੈ ਸਕਾਂ, ਵਧੀਆ ਕੋਠੀ ਪਾ ਸਕਾਂ, ਕਿਉਂਕਿ ਮੇਰੀ ਜ਼ਿੰਦਗੀ ਗਰੀਬੀ 'ਚ ਗੁਜ਼ਰੀ ਹੈ। ਠੀਕ ਹੈ, ਇੱਕ ਇਹਦੀ ਸੋਚ ਬੰਦੇ ਦੀ। ਪਰ ਇੱਕ ਦੀ ਸੋਚ ਹੈ ਮੈਂ ਡਾਕਟਰ ਇਸ ਲਈ ਬਣਨਾ ਹੈ ਕਿਉਂਕਿ ਮੈਂ ਚਾਹੁੰਦਾ ਕਿ ਅੱਜ ਦੁਨੀਆ ਨੂੰ ਨਾ ਸੱਚਾਈ ਦੀ ਬੜੀ ਲੋੜ ਹੈ, ਅੱਛਾਈ ਦੀ ਬਹੁਤ ਲੋੜ ਹੈ। ਅੱਜ ਬਹੁਤ ਇਦਾਂ ਹੋ ਰਿਹਾ ਹੈ ਕਿ ਪ੍ਰੋਬਲਮ ਕੋਈ ਹੈ ਤਾਂ ਬੰਦੇ ਨੂੰ ਉਹਦਾ ਹੱਲ ਕਰਨ ਦੀ ਬਜਾਏ ਰਸਤਾ ਕੋਈ ਹੋਰ ਦਿਖਾਇਆ ਜਾ ਰਿਹਾ। ਪਰ ਮੈਂ ਚਾਹੁੰਦਾ ਹਾਂ ਮੈਂ ਬੈਸਟ ਡਾਕਟਰ ਬਣਾ ਤਾਂ ਕਿ ਮੈਂ ਦੂਜਿਆਂ ਦਾ ਭਲਾ ਕਰ ਸਕਾਂ, ਮੈਂ ਕੁਝ ਅੱਛਾ ਕਰ ਸਕਾਂ। ਔਰ ਅੱਛਾ ਕਰਨ ਦੇ ਵਿੱਚ ਇੱਕ ਗੱਲ ਯਾਦ ਰੱਖਣਾ, ਜਦੋਂ ਅਸੀਂ ਦੂਜੇ ਦਾ ਅੱਛਾ ਕਰਦੇ ਆ ਨਾ ਤਾਂ ਤੁਹਾਡਾ ਅੱਛਾ ਹੋਣਾ ਹੀ ਹੋਣਾ, ਪੱਕੀ ਗੱਲ ਹੈ। ਕਿਉਂਕਿ ਸੋਚ ਦਾ ਫਰਕ ਹੈ। ਹੁਣ ਫਰਜ਼ ਕਰੋ ਇੱਕ ਹੋਰ ਡਾਕਟਰ ਹੈ, ਉਹ ਵੀ ਪਰਚੀ ਕੱਟੇਗਾ ਕਿ ਭਾਈ ਮੇਰੀ 100 ਰੁਪਏ ਫੀਸ ਹੈ, ਪਰ ਉਹਦੀ ਸੋਚ ਹੈ ਮੈਂ ਘਰ ਬਣਾਉਣਾ ਆਪਣਾ। ਤਾਂ ਦੂਜੇ ਡਾਕਟਰ ਦੀ ਫੀਸ ਵੀ 100 ਰੁਪਏ ਹੀ ਹੈ, ਪਰ ਉਹਦੀ ਸੋਚ ਹੈ ਮੈਂ ਕੁਝ ਐਸਾ ਕਰਨਾ ਜਿਹਦਾ ਦੂਜਿਆਂ ਦਾ ਵੀ ਭਲਾ ਹੋਵੇ, ਦੂਜਿਆਂ ਦਾ ਵੀ ਫਾਇਦਾ ਹੋਵੇ। ਹੁਣ ਕੁਦਰਤ ਨੇ ਦੇਖਣਾ ਸਾਡੀ ਸੋਚ ਕੀ ਹੈ, ਸਮਝਦੇ ਹੋ ਕਿ ਨਹੀਂ? ਇਸ ਲਈ ਅਸੀਂ ਦੱਸਣਾ ਕੀ ਚਾਹੁੰਦੇ ਕਿ ਜ਼ਿੰਦਗੀ ਸਿਰਫ ਇਸੇ ਲਈ ਨਾ ਜੀਓ ਕਿ ਮੈਂ ਅੱਛਾ ਖਾਵਾਂ, ਅੱਛਾ ਪਾਵਾਂ, ਬਲਕਿ ਜੇ ਮੇਰੇ ਪੱਲੇ ਕੋਈ ਗਿਆਨ ਹੈ ਤਾਂ ਮੇਰਾ ਬੈਸਟ ਉਪਯੋਗ ਕਰਾਂ ਕਿ ਜੇ ਮੈਂ ਦੂਜੇ ਤੋਂ ਫੀਸ ਲੈ ਰਿਹਾ ਤਾਂ ਉਹਨੂੰ ਬੈਸਟ ਰਿਜ਼ਲਟ ਦੇਵਾਂ। ਜਿੱਦਾਂ ਇੱਕ ਵਕੀਲ ਦੀ ਗੱਲ ਦੱਸੀ ਨਾ, ਕਈ ਵਾਰ ਇੱਕ ਬਾਪ ਵਕੀਲ ਸੀ। ਹੁਣ ਜਦੋਂ ਬਾਪ ਦੀ ਉਮਰ ਜ਼ਿਆਦਾ ਹੋ ਗਈ ਨਾ, ਆਪਣੇ ਬੇਟੇ ਨੂੰ ਵਕੀਲ ਬਣਾਇਆ। ਹੁਣ ਜਦੋਂ ਬੇਟੇ ਨੂੰ ਵਕੀਲ ਬਣਾਇਆ ਤਾਂ ਬਾਪ ਕਿਤੇ ਛੁੱਟੀਆਂ ਤੇ ਗਿਆ, ਹਫ਼ਤੇ ਕੇ ਬਾਅਦ ਵਾਪਸ ਆਇਆ ਤਾਂ ਬੇਟੇ ਨੇ ਖੁਸ਼ਖਬਰੀ ਸੁਣਾਈ। ਕਹਿੰਦੇ ਪਿਤਾ ਜੀ ਵਧਾਈਆਂ। ਬਾਪ ਕਹਿੰਦਾ ਕਾਹਦੀਆਂ ਵਧਾਈਆਂ? ਉਹ ਕਹਿੰਦਾ ਆਪਣੇ ਚੁੰਨੀ ਲਾਲ ਸੇਠ ਜੀ ਸੀ ਨਾ। ਬਾਪ ਕਹਿੰਦਾ ਹਾਂ ਕੀ ਗੱਲ ਹੋਈ? ਕਹਿੰਦਾ ਜੀ ਪਿਛਲੇ 15 ਸਾਲ ਤੋਂ ਤੁਸੀਂ ਉਹਦਾ ਕੇਸ ਲੜ ਰਹੇ ਸੀ, ਕੱਲ ਮੈਂ ਉਹਨੂੰ ਜਿਤਾ ਦਿੱਤਾ। ਕੱਲ ਮੇਰੇ ਪਹਿਲੀ ਵਾਰ ਪੇਸ਼ ਹੋਇਆ ਤਾਂ ਉਹਦੀ ਜਿੱਤ ਹੋ ਗਈ, ਕੇਸ ਜਿੱਤ ਗਿਆ ਉਹ। ਬਾਪ ਨੇ ਪੱਟ ਕੇ ਚਪੇੜ ਮਾਰੀ ਆਪਣੇ ਬੇਟੇ ਦੇ ਮੂੰਹ ਤੇ। ਉਹ ਪਿਤਾ ਕਹਿੰਦਾ ਪਿਤਾ ਜੀ ਕਮਾਲ ਦੀ ਗੱਲ ਹੈ, ਤੁਹਾਨੂੰ ਖੁਸ਼ ਹੋਣਾ ਚਾਹੀਦਾ ਹੈ ਕਿ ਜਿਹੜਾ ਕੇਸ ਤੁਸੀਂ 15 ਸਾਲ ਤੋਂ ਨਹੀਂ ਜਿੱਤ ਪਾਏ, ਮੈਂ ਪਹਿਲੀ ਤਰੀਕ 'ਤੇ ਜਿੱਤ ਦਿੱਤਾ। ਜੱਜ ਮੋਰੇ ਗਵਾਹੀਆਂ ਇਦਾਂ ਦੀਆਂ ਪੇਸ਼ ਕੀਤੀਆਂ ਕਿ ਜੱਜ ਨੇ ਫਟਾਫਟ ਹੀ ਉਹਦੇ ਹੱਕ 'ਚ ਫੈਸਲਾ ਕਰਤਾ, ਤੁਸੀਂ ਮੇਰੇ ਚਪੇੜ ਕਿਉਂ ਮਾਰੀ? ਉਹ ਕਹਿੰਦਾ ਪੁੱਤਰ ਇਹੀ ਤਾਂ ਸਮਝਣ ਵਾਲੀ ਗੱਲ ਹੁੰਦੀ ਹੈ। ਆ 15 ਸਾਲ 'ਚ ਮੈਂ ਵੀ ਜਿੱਤ ਸਕਦਾ ਸੀ, ਪਰ ਕਿਉਂ ਨਹੀਂ ਜਿੱਤਿਆ? ਫਿਰ ਫੀਸ ਕਿੱਥੋਂ ਆਣੀ ਸੀ? 15 ਸਾਲ ਮੈਂ ਹੀ ਲਟਕਾਇਆ ਸੀ ਤਾਂ ਕੋਈ ਫੀਸ ਦਿੰਦਾ ਰਵੇ ਤਾਂ ਆਪਣਾ ਕੰਮ ਚੱਲੀ ਜਾਵੇ, ਔਰ ਤੂੰ ਪਹਿਲੀ ਪੇਸ਼ੀ 'ਚ ਹੀ ਕੰਮ ਕਰ ਦਿੱਤਾ। ਤਾਂ ਉਸ ਲਈ ਬਾਪ ਨੇ ਜਦੋਂ ਇੰਨੀ ਗੱਲ ਕਹੀ ਤਾਂ ਬੇਟੇ ਨੂੰ ਬੜੀ ਤਕਲੀਫ ਹੋਈ। ਕੀ ਤਕਲੀਫ ਹੋਈ? ਕਿਉਂਕਿ ਬੇਟਾ ਅੱਛਾ ਸੀ, ਸਮਝਦਾਰ ਸੀ, ਕਿਸੇ ਅੱਛੇ ਗੁਰੂ ਪੀਰ ਦੀ ਸੰਗਤ ਕਰਨ ਵਾਲਾ ਸੀ। ਉਹ ਕਹਿੰਦਾ ਪਿਤਾ ਜੀ ਅਗਰ ਅਸੀਂ ਕਿਸੇ ਤੋਂ ਫੀਸ ਲੈਂਦੇ ਤਾਂ ਸਾਡਾ ਫਰਜ਼ ਹੀ ਬਣਦਾ ਕਿ ਉਹਨੂੰ ਸਹੀ ਦਿਸ਼ਾ ਦਿਖਾਈਏ, ਉਹਨੂੰ ਸਹੀ ਰਸਤਾ ਦਿਖਾਈਏ, ਨਾ ਕਿ ਜੇ ਉਹ ਸਾਡੇ ਤੇ ਭਰੋਸਾ ਕਰਦਾ ਹੈ ਤਾਂ ਉਹਨੂੰ ਭਰੋਸੇ 'ਚ ਲੈ ਕੇ ਅਸੀਂ ਗਲਤ ਰਸਤੇ ਤੋਰੀ ਜਾਈਏ ਕਿ ਉਹਦਾ ਤਾਂ ਨੁਕਸਾਨ ਹੋਵੇ ਤਾਂ ਉਹਦੇ ਨੁਕਸਾਨ 'ਚੋਂ ਆਪਣਾ ਫਾਇਦਾ ਲੱਭੀਏ। ਜਰਾ ਗੌਰ ਕਰਨਾ, ਇਹ ਗਲਤ ਹੈ। ਕਿਉਂਕਿ ਜੇ ਅਸੀਂ ਕਿਸੇ ਤੋਂ ਕੁਝ ਚੀਜ਼ ਲੈ ਰਹੇ ਹਾਂ ਨਾ ਤਾਂ ਸਾਡਾ ਪੂਰਾ ਫਰਜ਼ ਹੈ ਕਿ ਅਸੀਂ ਉਹਨੂੰ ਬੈਸਟ ਦੇਈਏ। ਸਮਝ ਰਹੇ ਹੋ ਕਿ ਨਹੀਂ? ਇਸ ਲਈ ਅਗਰ ਤੁਸੀਂ ਇੱਥੇ ਬੈਠੇ ਹੋ ਨਾ, ਤੁਹਾਡੇ ਨਾਲ ਲਿੰਕ ਜੁੜੇ ਆ, ਚਾਹੇ ਕੋਈ ਡਾਕਟਰ ਹੈ, ਚਾਹੇ ਕੋਈ ਹੋਰ ਚਾਹੇ ਕੋਈ ਦੁਕਾਨਦਾਰ ਹੈ, ਕੁਝ ਵੀ ਹੈ। ਅਗਰ ਕੋਈ ਸਾਨੂੰ ਫਰਜ਼ ਕਰੋ ਇੱਕ ਕੱਪੜਾ ਵੇਚਦੇ ਆ ਜਾਂ ਅਸੀਂ ਕੋਈ ਸਮਾਨ ਵੇਚਦੇ ਆ, ਅਗਰ ਕੋਈ ਉਹਦੀ ਪੂਰੀ ਕੀਮਤ ਸਾਨੂੰ ਦੇ ਰਿਹਾ ਹੈ ਤਾਂ ਸਾਨੂੰ ਵੀ ਉਹਨੂੰ ਅੱਛੀ ਚੀਜ਼ ਹੀ ਦੇਣੀ ਚਾਹੀਦੀ ਹੈ। ਇਹ ਨਹੀਂ ਕਿ ਅੱਛਾ ਕਹਿ ਕੇ ਕੀਮਤ ਤਾਂ ਪੂਰੀ ਦੇ ਰਿਹਾ ਪਰ ਅਸੀਂ ਅੱਛਾ ਕਹਿ ਕੇ ਉਹਨੂੰ ਚੀਜ਼ ਹੀ ਗਲਤ ਦੇ ਦਈਏ। ਕਿਉਂਕਿ ਉਹਦੇ ਨਾਲ ਪੈਸਾ ਜ਼ਰੂਰ ਤੁਹਾਡੇ ਕੋਲ ਆ ਜਾਏਗਾ, ਪਰ ਤੁਹਾਡੀ ਮਾਨਸਿਕ ਸ਼ਾਂਤੀ, ਤੁਹਾਡੀ ਆਤਮਿਕ ਪਾਵਰ ਜਿਹੜੀ ਹੈ ਨਾ, ਆਤਮਿਕ ਸ਼ਕਤੀ ਹੈ, ਮਾਨਸਿਕ ਵੱਲ ਹੈ, ਇਹ ਘਟਦਾ ਚਲਾ ਜਾਏਗਾ। ਕਿਉਂ? ਕਿਉਂਕਿ ਕਿਤੇ ਨਾ ਕਿਤੇ ਤੁਹਾਨੂੰ ਪਤਾ ਹੈ ਕਿ ਮੈਂ ਇਹ ਗਲਤ ਕੀਤਾ ਹੈ, ਮੈਂ ਕੀਮਤ ਤਾਂ ਪੂਰੀ ਲਈ ਹੈ ਪਰ ਮੈਂ ਉਹਨੂੰ ਲਾਭ ਪੂਰਾ ਨਹੀਂ ਦਿੱਤਾ। ਸੋ ਦੂਜਿਆਂ ਦਾ ਭਲਾ ਕਰਨ ਦਾ ਮਤਲਬ ਵੀ ਇਹ ਕੁਛ ਲੈ ਰਿਹਾ ਹਾਂ ਤਾਂ ਮੈਂ ਆਪਣੇ ਵੱਲੋਂ ਵੀ ਪੂਰੀ ਜਾਨ ਲਗਾ ਦੇਵਾਂ ਤਾਂ ਕਿ ਉਹਦਾ ਫਾਇਦਾ ਹੋਵੇ। ਸਮਝਦੇ ਹੋ ਕਿ ਨਹੀਂ? ਜਿੱਦਾਂ ਸਮਝ ਲਓ ਕਿ ਇੱਕ ਆਦਮੀ ਟੈਕਸੀ 'ਚ ਬਹਿੰਦਾ ਹੈ ਤਾਂ ਇੱਕ ਟੈਕਸੀ ਡਰਾਈਵਰ ਇਹ ਹੋ ਸਕਦਾ ਹੈ ਨੇਕ ਬੰਦਾ ਕਿ ਜੇ ਮੇਰੇ ਕੋਲ ਬੈਠਾ ਹੈ, ਕੋਈ ਪੈਸੇ ਤਾਂ ਮੈਂ ਲੈਣੇ ਹੀ ਆ, ਇਹਨੂੰ ਸਹੀ ਸਲਾਮਤ ਤੰਦਰੁਸਤੀ ਨਾਲ ਮੰਜ਼ਿਲ ਤੱਕ ਵੀ ਪਹੁੰਚਾ ਦੇਵਾਂ। ਪਰ ਇੱਕ ਦੂਜਾ ਵੀ ਹੋ ਸਕਦਾ ਹੈ ਕਿ ਭਾਈ ਬੈਠ ਗਿਆ, ਹੁਣ ਇਹ ਕਿਹੜਾ ਮੈਨੂੰ ਜਾਣਦਾ ਹੈ, ਰਸਤੇ 'ਚ ਇਹਨੂੰ ਕਿਤੇ ਕੱਲੇ ਪੰਜ ਲਿਜਾ ਕੇ ਲੁੱਟ ਲਵਾਂ, ਖੋਲਾ ਮੈਂ ਇਹਦੇ ਕੋਲ ਜੋ ਵੀ ਹੈ। ਹੁਣ ਗੌਰ ਕਰਨਾ, ਹੁਣ ਇਹ ਦੋ ਸੋਚਾਂ ਹੈ। ਹੁਣ ਇਹ ਤੁਸੀਂ ਦੇਖਣਾ ਕਿ ਤੁਹਾਡੀ ਸੋਚ ਕਿਹੜੀ ਹੈ। ਕਿਉਂਕਿ ਇੱਕ ਗੱਲ ਯਾਦ ਰੱਖੋ, ਜੇ ਜੀਵਨ 'ਚ ਸ਼ਾਂਤੀ ਚਾਹੀਦੀ ਹੈ, ਸਕੂਨ ਚਾਹੀਦਾ, ਖੁਸ਼ੀ ਚਾਹੀਦੀ ਹੈ ਨਾ, ਤਾਂ ਖੁਸ਼ੀ ਸਿਰਫ ਪੈਸੇ ਨਾਲ ਨਹੀਂ ਆਉਂਦੀ, ਖੁਸ਼ੀ ਅੱਛੀ ਕਰਨੀ ਨਾਲ ਆਉਂਦੀ ਹੈ। ਕਈ ਵਾਰ ਜਦੋਂ ਅਸੀਂ ਪੈਸਾ ਅੱਛੀ ਜਗ੍ਹਾ ਖਰਚ ਕਰਦੇ ਹਾਂ ਨਾ ਫਿਰ ਸ਼ਾਂਤੀ ਮਿਲਦੀ ਹੈ। ਨਹੀਂ ਤਾਂ ਅਸੀਂ ਕਈ ਵਾਰ ਮਿਸਾਲ ਦਿੱਤੀ, ਕਰਕੇ ਦੇਖ ਲਿਓ
ਕਿ ਤੁਸੀਂ ਆਪ ਕਿਸੇ ਰੈਸਟੋਰੈਂਟ 'ਚ ਖਾਣਾ ਖਾ ਲਿਓ ਪੇਟ ਭਰ ਕੇ, ਔਰ ਫਿਰ ਦੇਖਿਓ ਮਨ ਨੂੰ ਕਿੰਨੀ ਖੁਸ਼ੀ ਮਿਲਦੀ ਹੈ। ਤਾਂ ਕਿਸੇ ਭੁੱਖੇ ਬੱਚੇ ਨੂੰ, ਕਿਸੇ ਗਰੀਬ ਨੂੰ ਖਾਣਾ ਖਿਲਾ ਕੇ ਦੇਖ ਲਿਓ ਕਿ ਜਦੋਂ ਤੁਸੀਂ ਕਿਸੇ ਗਰੀਬ ਨੂੰ ਖਾਣਾ ਖਿਲਾਓਗੇ ਨਾ, ਤਾਂ ਫਿਰ ਦੇਖਿਓ ਮਨ ਨੂੰ ਕਿੰਨਾ ਸੰਤੁਸ਼ਟੀ ਮਿਲੇਗੀ। ਤੁਸੀਂ ਕਹਿਣਾ ਵਾਹ ਬਈ, ਆਪ ਖਾ ਕੇ ਉਨਾ ਸਵਾਦ ਨਹੀਂ ਆਇਆ, ਯਾਨੀ ਉਨੀ ਸ਼ਾਂਤੀ ਨਹੀਂ ਮਿਲੀ, ਉਹਲੇ ਪੇਟ ਭਰਿਆ ਸੀ। ਆਪ ਖਾਣਾ ਖਾਧਾ ਤਾਂ ਪੇਟ ਭਰਿਆ, ਪਰ ਵਾਕਈ ਜਿਹੜਾ ਜ਼ਰੂਰਤਮੰਦ ਸੀ, ਕੋਈ ਭੁੱਖਾ ਸੀ, ਕੋਈ ਗਰੀਬ ਸੀ, ਜਦੋਂ ਉਹਨੇ ਖਾਧਾ ਤਾਂ ਫਿਰ ਤਾਂ ਆਤਮਾ ਹੀ ਠੰਡੀ ਹੋ ਗਈ, ਫਿਰ ਤਾਂ ਆਤਮਾ ਨੂੰ ਸ਼ਾਂਤੀ ਮਿਲੀ। ਕਿਉਂਕਿ ਜੀਵਨ 'ਚ ਸਕੂਨ ਚਾਹੀਦਾ ਹੈ, ਸ਼ਾਂਤੀ ਚਾਹੀਦੀ ਹੈ, ਤਾਂ ਨੇਕ ਕਰਨ ਦੀ, ਨੇਕ ਕਰਮ ਕਰਨ ਦੀ ਭਾਵਨਾ ਵੀ ਸਾਡੇ ਅੰਦਰ ਹੋਣੀ ਚਾਹੀਦੀ ਹੈ। ਇਸ ਲਈ ਪੁਆਇੰਟ ਦੱਸ ਰਹੇ, ਨੋਟ ਕਰ ਰਹੇ ਕਿ ਨਹੀਂ? ਔਰ ਇਹਨਾਂ ਨੂੰ ਸਿਰਫ ਸੁਣਨਾ ਨਹੀਂ, ਅਪਲਾਈ ਕਰਨਾ ਆਪਣੇ ਜੀਵਨ 'ਚ। ਪਹਿਲਾ ਪੁਆਇੰਟ ਕਿਹੜਾ ਦੱਸਿਆ ਸੀ ਤੁਹਾਨੂੰ ਕਿ ਜੋ ਵੀ ਤੁਹਾਡੇ ਕੋਲ ਹੈ, ਆਪਣੇ ਮਾਈਂਡ ਨੂੰ ਇਹ ਸੋਚੋ ਕਿ ਠੀਕ ਹੈ, ਮੈਂ ਇਹ ਨਹੀਂ ਦੇਖਣਾ ਉਹਦੇ ਕੋਲ ਕੀ ਹੈ ਜਾਂ ਮੇਰੇ ਕੋਲ ਕੀ ਹੈ, ਮੈਂ ਇਹ ਦੇਖਣਾ ਜੋ ਮੇਰੇ ਕੋਲ ਹੈ, ਮੈਂ ਇਹਦੇ ਨਾਲ ਵੈਸਟ ਕੀ ਕਰ ਸਕਦਾ, ਮੈਂ ਇਹਦੇ ਨਾਲ ਅੱਛਾ ਕੀ ਕਰ ਸਕਦਾ। ਸਮਝਦੇ ਹੋ ਕਿ ਨਹੀਂ? ਹੁਣ ਜੇ ਬੰਦਾ ਸੋਚੇ ਲੈ ਜਦੋਂ ਮੇਰੇ ਕੋਲ ਬਹੁਤਾ ਹੋਏਗਾ ਫਿਰ ਅੱਛਾ ਕਰੂੰ, ਜਿੱਦਾਂ ਹੁਣ ਦਸੀਏ ਕਿ ਅੱਜ ਮੇਰੇ ਕੋਲ 100 ਰੁਪਇਆ ਹੈ, 100 ਨਾਲ ਅੱਛਾ ਕੀ ਹੁੰਦਾ ਹੈ, ਜਦੋਂ ਮੇਰੇ ਕੋਲ ਲੱਖਾਂ ਆਏਗਾ ਫਿਰ ਅੱਛਾ ਕਰੂੰਗਾ, ਫਿਰ ਤਾਂ ਜ਼ਿੰਦਗੀ ਬੁਰਾ ਕਰਦੀਆਂ ਬੀਤ ਜਾਏਗੀ। ਇਹ ਸੋਚੋਗੇ 100 ਜਦੋਂ ਆਏ, 1000 ਲੱਖ ਜਦੋਂ ਆਏਗਾ ਉਹ ਦੇਖੀ ਜਾਏਗੀ, ਪਰ ਜੋ ਮੇਰੇ ਕੋਲ ਅੱਜ ਹੈ ਉਹਦੇ ਨਾਲ ਮੈਂ ਅੱਛਾ ਕੀ ਕਰ ਸਕਦਾ। ਔਰ ਫਿਰ ਇੱਕ ਗੱਲ ਤੁਹਾਨੂੰ ਕਵਾਂਗੇ, ਇਹਦਾ ਮਤਲਬ ਇਹ ਵੀ ਨਾ ਬੰਦਾ ਸੋਚੇ ਕਿ ਜੇ ਮੈਂ ਅੱਜ 10,000 ਕਮਾ ਰਿਹਾ ਤਾਂ ਉੱਥੇ ਖੁਸ਼ ਰਵਾਂ। ਨਹੀਂ, ਉਹਦਾ ਆਨੰਦ ਲੈਣਾ ਹੈ। ਜਦੋਂ ਤੁਸੀਂ ਆਨੰਦ ਲੈਣਾ ਸ਼ੁਰੂ ਕਰ ਦਿੱਤਾ ਨਾ, ਉਹਦਾ ਹੀ ਬੈਸਟ ਕਰਨਾ ਸ਼ੁਰੂ ਕਰ ਦਿੱਤਾ, ਤਾਂ ਉਹ 10, 15, 20 ਆਪਣੇ ਆਪ ਹੀ ਤਰੱਕੀ ਹੁੰਦੀ ਚਲੀ ਜਾਏਗੀ। ਕਿਉਂਕਿ ਚਿੰਤਾ ਕਰਨ ਵਾਲੇ, ਟੈਨਸ਼ਨ ਲੈਣ ਵਾਲੇ ਨਾ, ਉਹ ਦੁਖੀ ਹੁੰਦੇ ਆ, ਉਹ ਅੱਗੇ ਨਹੀਂ ਵਧਦੇ। ਜਰਾ ਹੁਣ ਗੌਰ ਕਰਨਾ। ਪਰ ਜਿਹੜੇ ਖੁਸ਼ ਰਹਿਣ ਵਾਲੇ, ਉਹਨਾਂ ਦਾ એનર્ਜੀ ਇੰਨੀ ਹੁੰਦੀ ਹੈ ਕਿ ਹਰ ਚੀਜ਼ ਨੂੰ ਅੱਗੇ ਹੋ ਕੇ ਕਰਨਾ ਪਸੰਦ ਕਰਦੇ, ਉਹ ਜੀਵਨ 'ਚ ਵੀ ਅੱਗੇ ਵਧਦੇ ਚਲੇ ਜਾਂਦੇ ਆ। ਹੁਣ ਤੁਸੀਂ ਦੁਖੀ ਹੋਵੋ, ਪਰੇਸ਼ਾਨ ਹੋਵੋ, ਫਰਜ਼ ਕਰੋ ਤੁਸੀਂ ਬੜੇ ਦੁਖੀ ਹੋ, ਕਿਤੇ ਦੁਖੀ ਹੋ ਕੇ ਆਏ ਆ, ਤਾਂ ਤੁਹਾਡੀ ਮਾਂ ਜਾਂ ਬਾਪ ਜਾਂ ਘਰ ਦੇ ਵਿੱਚ ਪਤਨੀ ਕਹਿ ਦੇਵੇ ਨਾ, ਅੱਜ ਸੁਣੋ ਜੀ ਉਹ ਕੰਮ ਕਰ ਦਿਓ, ਨਹੀਂ ਮੈਂ ਬਹੁਤ ਪਰੇਸ਼ਾਨ ਹਾਂ, ਮੈਨੂੰ ਛੇੜੋ ਨਾ, ਅੱਜ ਮੈਂ ਬਹੁਤ ਦੁਖੀ ਹਾਂ, ਮੈਨੂੰ ਕੋਈ ਕੰਮ ਨਾ ਕਹੋ, ਮੈਨੂੰ ਬੈਠੇ ਰਹਿਣ ਦਿਓ। ਇੱਦਾਂ ਹੀ ਹੁੰਦੀ ਹੈ ਕਿ ਨਹੀਂ? ਤਾਂ ਜਦੋਂ ਤੁਸੀਂ ਖੁਸ਼ ਹੋਵੋ, ਜਦੋਂ ਤੁਸੀਂ ਖੁਸ਼ ਹੋਵੋ ਫਿਰ ਕੀ ਹੁੰਦਾ ਹੈ? ਤੁਸੀਂ ਖੁਸ਼ੀ ਨਾਲ ਆਉਂਦੇ ਹੋ, ਮੰਮੀ ਕਹਿੰਦੀ ਆ ਬੇਟਾ ਕੰਮ ਲੈ, ਹੁਣੇ ਮੰਮੀ ਕਰ ਦਿੰਦੇ, ਅੱਜ ਮੈਂ ਬਹੁਤ ਖੁਸ਼ ਹਾਂ। ਤਾਂ ਹੀ ਤਾਂ ਜਦੋਂ ਵਿਆਹ ਸ਼ਾਦੀ ਹੁੰਦੀ ਨਾ, ਉੱਥੇ ਤੁਸੀਂ ਦੇਖੋ ਜਿਹਨਾਂ ਨੂੰ ਖੁਸ਼ੀ ਹੁੰਦੀ ਉਹ ਸਾਰੇ ਕੰਮ ਰਾਤ ਨੂੰ 2-2, 3-3 ਵਜੇ ਤੱਕ ਜਾ ਕੇ ਟੈਂਟ ਦਾ ਕੰਮ ਕਰਨਾ, ਹਲਵਾਈਆਂ ਦਾ ਕੰਮ ਕਰਨਾ, ਆਹ ਕੰਮ ਕਰਨਾ, ਉਹ ਕੰਮ ਕਰਨਾ, ਥਕਾਵਟ ਹੁੰਦੀ ਨਹੀਂ ਹੈ ਕਿਉਂ ਖੁਸ਼ੀ ਇੰਨੀ ਹੈ ਕਿ ਬੰਦਾ ਸਾਰੀ ਰਾਤ ਦੌੜਾ ਫਿਰਦਾ ਹੈ। ਤਾਂ ਜਦੋਂ ਕਿਤੇ ਮੌਤ ਹੋਈ ਹੋਵੇ ਤਾਂ ਫਿਰ ਤੁਸੀਂ ਦੇਖ ਲਓ, ਤੁਹਾਡਾ ਨਾ ਉਹ ਘਰ ਦੇ ਮੈਂਬਰ ਨੂੰ ਪਾਣੀ ਤੱਕ ਪਿਲਾਉਣ ਨੂੰ ਦਿਲ ਨਹੀਂ ਕਰਦਾ ਕਿ ਭਾਈ, ਯਾਨੀ ਕਹਿਣ ਨੂੰ ਦਿਲ ਨਹੀਂ ਕਰਦਾ ਕਿ ਮੈਨੂੰ ਪਾਣੀ ਪਿਲਾ ਦੇ, ਕਿਉਂਕਿ ਪਤਾ ਉਹ ਦੁਖੀ ਇੰਨਾ ਆ, ਉਹਨੂੰ ਪਾਣੀ ਪਿਲਾਉਣ ਨੂੰ ਕਿੱਦਾਂ ਕਵਾਂ ਮੈਂ? ਹੁੰਦਾ ਕਿ ਨਹੀਂ? ਇੱਦਾਂ ਜਵਾਬ ਨਹੀਂ ਆ ਰਿਹਾ। ਫੀਲ ਕਰਦੇ ਹੋ ਕਿ ਨਹੀਂ ਤੁਸੀਂ? ਖੁਸ਼ੀ ਤੁਹਾਡੀ એનર્ਜੀ ਨੂੰ ਕਹਿ ਦਿਓ ਵਧਾਉਂਦੀ ਹੈ, ਤਾਂ ਦੁੱਖ, ਚਿੰਤਾ ਤੁਹਾਡੀ એનર્ਜੀ ਨੂੰ, ਤਾਂ ਹੀ ਤਾਂ ਜਦੋਂ ਤੁਸੀਂ ਦੁਖੀ ਹੁੰਦੇ ਹੋ ਤੁਹਾਡਾ ਦਿਲ ਕਰਦਾ ਕੋਈ ਛੇੜੇ ਨਾ, ਕੋਈ ਬੁਲਾਵੇ ਨਾ, ਬਸ ਇਕੱਲੇ ਨੂੰ ਛੱਡ ਦਿਓ, ਮੈਨੂੰ ਇਕੱਲਾ ਬਹਿ ਜਾਵਾਂ ਕਮਰਾ ਬੰਦ ਕਰਕੇ, ਚਾਹੇ ਵੇ ਮਾਂ ਆਵੇ, ਮੰਮੀ ਬੁਲਾ ਨਾ, ਮੈਂ ਬੜਾ ਦੁਖੀ ਹਾਂ, ਪਤਨੀ ਉਹ ਪਿੱਛੇ ਹੋ ਜਾ, ਤੂੰ ਆਪਣਾ ਕੰਮ ਕਰ, ਮੈਂ ਬਹੁਤ ਦੁਖੀ, ਛੇੜਨਾ ਮੈਨੂੰ। ਦੁੱਖ ਵਿੱਚ એનર્ਜੀ ਘਟਦੀ ਹੈ ਸਾਡੀ। ਹੁਣ ਜਦੋਂ ਅਸੀਂ ਜੋ ਸਾਡੇ ਕੋਲ ਹੈ ਉਹ 'ਚ ਖੁਸ਼ ਰਹਿਣਾ ਸ਼ੁਰੂ ਕਰ ਦੇਵਾਂਗੇ ਤਾਂ ਸਾਡੀ એનર્ਜੀ ਲੈਵਲ ਕੀ ਹੋਏਗਾ? ਹਾਈ। ਔਰ ਜਦੋਂ એનર્ਜੀ ਲੈਵਲ ਹਾਈ ਹੋਏਗਾ ਤਾਂ ਅਸੀਂ ਹਰ ਮੈਦਾਨ ਫਤਿਹ ਕਰਨ ਨੂੰ ਤਿਆਰ ਹੋ ਜਾਵਾਂਗੇ, ਹਰ ਮੈਦਾਨ ਵਿੱਚ ਜਿੱਤਣ ਨੂੰ ਤਿਆਰ ਹੋ ਜਾਵਾਂਗੇ, ਕਿਉਂਕਿ ਸਾਡਾ એનર્ਜੀ ਲੈਵਲ ਹੀ ਇੰਨਾ, ਕਹਿ ਦਿਓ ਹਾਈ ਹੈ ਨਾ। ਤਾਂ ਹੀ ਤਾਂ ਆਉਂਦੇ ਨੇ, ਇੱਕ ਮਸ਼ਹੂਰੀ ਆਉਂਦੀ ਹੁੰਦੀ ਹੈ, ਇੱਕ ਡੂਰਾ ਸੈੱਲ ਦੀ, ਤਾਂ ਉਹਦੇ ਨਾਲ ਇੱਕ ਦੂਜੇ ਸੈੱਲ ਦਿਖਾਉਂਦੇ ਆ ਕਿ ਇੱਕ ਸੈੱਲ ਦੀ એનર્ਜੀ ਨਾ ਇੰਨੀ ਹੁੰਦੀ ਹੈ ਕਿ ਉਹ ਖਰਗੋਸ਼ ਜੇ ਦੌੜਦੇ ਹੁੰਦੇ ਕਾਰਟੂਨ 'ਚ, ਸ਼ਾਇਦ ਮਸ਼ਹੂਰੀ ਦੇਖੀ ਹੋਵੇ ਤੁਸੀਂ। ਉਹ ਪਹਿਲਾ ਦੌੜਦਾ ਥੱਕ ਜਾਂਦਾ, ਦੂਜਾ ਦੌੜਦਾ ਥੱਕ ਜਾਂਦਾ, ਤੀਜਾ ਦੌੜਦਾ ਥੱਕ ਜਾਂਦਾ, ਪਰ ਇੱਕ ਇਕੱਲਾ ਦੌੜੀ ਜਾਂਦਾ, ਬਾਅਦ 'ਚੋਂ ਦੱਸਦੇ ਕਿ ਇਹਦੇ 'ਚ ਡਿਊਰਾ ਸੈੱਲ ਹੈ, ਇਹਦੀ એનર્ਜੀ ਬੜੀ ਹਾਈ ਹੈ। ਇਹਦਾ ਮਤਲਬ ਇਹੀ ਹੈ ਕਿ ਜਦੋਂ ਅਸੀਂ ਵੀ ਖੁਸ਼ ਰਹਿੰਦੇ ਆ ਨਾ, ਤਾਂ ਸਾਡਾ એનર્ਜੀ ਲੈਵਲ ਵੀ ਇੰਨਾ ਹਾਈ ਹੁੰਦਾ ਕਿ ਜਿੱਥੇ ਸਾਰੀ ਦੁਨੀਆ ਡਿੱਗਦੀ ਫਿਰਦੀ ਹੈ, ਗਿਰਦੀ ਫਿਰਦੀ ਹੈ, ਅਸੀਂ ਉੱਥੋਂ ਵੀ ਦੌੜਦੇ ਹੋਏ ਪਾਰ ਨਿਕਲਦੇ ਚਲੇ ਜਾਂਦੇ, ਕਿਸੇ ਰੁਕਾਵਟ ਨੂੰ ਅਸੀਂ ਮੰਨਦੇ ਹੀ ਨਹੀਂ। ਇਹ ਯਾਦ ਰੱਖਣਾ ਹਮੇਸ਼ਾ। ਇਸ ਲਈ ਤੁਸੀਂ ਇਹ ਦੇਖੋ ਕਿ ਜੇ ਮੈਂ ਕਾਮਯਾਬ ਹੋਣਾ ਚਾਹੁੰਦਾ ਹਾਂ ਤਾਂ ਮੇਰਾ ਅੰਦਰੋਂ ਖੁਸ਼ ਰਹਿਣਾ ਬਹੁਤ ਹੀ ਕੀ ਹੈ? ਖੁਸ਼ ਰਹਿਣਾ। ਆਵਾਜ਼ ਥੋੜੀ ਉੱਚੀ ਦਿਆ ਕਰੋ, ਇਹ ਤਾਂ ਖੁਸ਼ੀ ਦੀ ਗੱਲ ਵੀ ਇਦਾਂ ਬੋਲਦੇ ਤਾਂ ਬੜੇ ਦੁਖੀ ਹੋ ਕੇ ਬੋਲਦੇ ਹੁੰਦੇ ਨਾ। ਅਗਰ ਤੁਸੀਂ ਕਾਮਯਾਬ ਹੋਣਾ ਤਾਂ ਅੰਦਰੋਂ ਖੁਸ਼ ਰਹਿਣਾ, ਕਿਉਂਕਿ ਇਹ ਖੁਸ਼ੀ ਤੁਹਾਡੀ એનર્ਜੀ ਨੂੰ ਵਧਾਉਂਦੀ, ਹਾਈ ਕਰਦੀ ਹੈ। ਔਰ ਜਿੰਨਾ એનર્ਜੀ ਲੈਵਲ ਹਾਈ ਹੋਏਗਾ, ਇਸ ਲਈ ਫਿਰ ਕਹਾਂਗੇ ਚੈੱਕ ਕਰਨਾ ਕਦੀ ਕਿ ਮੈਂ ਕਦੋਂ ਜ਼ਿਆਦਾ ਕੰਮ ਕਰਦਾ, ਜਦੋਂ ਮੈਂ ਦੁਖੀ ਹੁੰਦਾ ਜਾਂ ਜਦੋਂ ਖੁਸ਼ ਹੁੰਦਾ। ਆਪਣੇ ਆਪ ਨੂੰ ਪੁੱਛ ਕੇ ਦੇਖ ਲਓ, ਆਪਣੇ ਜੀਵਨ ਦੇ ਪਿਛਲੇ ਨਾ ਤੁਸੀਂ ਜਿੰਨੇ ਦਿਨ ਜੀਏ ਹੋ, ਜਿੰਨੇ ਸਾਲ ਤੁਸੀਂ ਜੀ ਕੇ ਆਏ ਹੋ, ਉਹਨਾਂ ਤੋਂ ਤੁਸੀਂ ਆਪਣੇ ਆਪ ਹੀ, ਕਿਉਂਕਿ ਪ੍ਰੈਕਟੀਕਲੀ ਆਪਣੇ ਆਪ ਨੂੰ ਪੁੱਛ ਕੇ ਦੇਖੋ ਕਿ ਜਦੋਂ ਮੈਂ ਦੁਖੀ ਸੀ ਮੈਂ ਉਦੋਂ ਜ਼ਿਆਦਾ ਕੰਮ ਕਰਦਾ ਸੀ ਜਾਂ ਜਦੋਂ ਮੈਂ ਖੁਸ਼ ਸੀ ਉਦੋਂ ਜ਼ਿਆਦਾ ਕੰਮ ਕਰਦਾ ਸੀ। ਤਾਂ ਬੰਦੇ ਨੂੰ ਆਪਣੇ ਆਪ ਹੀ ਜਵਾਬ ਮਿਲਣਾ। ਜਦੋਂ ਖੁਸ਼ ਹੁੰਦਾ ਫਿਰ ਤਾਂ ਜੋ ਮਰਜ਼ੀ ਕਰਾ ਲਓ,
ਸਮਝਦੇ ਹੋ ਕਿ ਨਹੀਂ? ਜਦੋਂ ਮੈਂ ਖੁਸ਼ ਹੁੰਦਾ ਫਿਰ ਜੋ ਮਰਜ਼ੀ, ਪਰ ਜਦੋਂ ਦੁਖੀ ਹੁੰਦਾ ਉਸ ਵੇਲੇ ਦਿਲ ਕਰਦਾ ਕੋਈ ਛੇੜੇ ਨਾ, ਕੋਈ ਬੁਲਾਵੇ ਨਾ, ਕੋਈ ਲਾਗੇ ਵੀ ਨਾ ਆਵੇ ਮੇਰੇ, ਮੈਨੂੰ ਇਕੱਲੇ ਨੂੰ ਛੱਡ ਦਿਓ। ਹੁੰਦੀ ਹੈ ਕਿ ਨਹੀਂ ਇੱਦਾਂ? ਹੁਣ ਇੱਥੋਂ ਕੀ ਪਤਾ ਲੱਗਦਾ ਹੈ ਕਿ ਜੇ ਜੀਵਨ 'ਚ ਮੈਂ ਕਾਮਯਾਬ ਹੋਣਾ ਚਾਹੁੰਦਾ ਤਾਂ ਸਭ ਤੋਂ ਪਹਿਲਾਂ ਮੈਂ ਇਹ ਸਿੱਖਾਂ, ਇਹ ਸਮਝਾਂ ਮੈਂ ਖੁਸ਼ ਕਿੱਦਾਂ ਰਹਿ ਸਕਦਾ। ਔਰ ਖੁਸ਼ ਰਹਿਣ ਵਾਸਤੇ ਸਭ ਤੋਂ ਪਹਿਲੀ ਚੀਜ਼ ਜੋ ਸਾਨੂੰ ਪੁਆਇੰਟ ਸਿੱਖਣਾ ਪੈਣਾ ਉਹ ਇਹ ਹੈ ਕਿ ਜੋ ਮੇਰੇ ਕੋਲ ਹੈ ਮੈਂ ਉਹਦੇ ਵਾਸਤੇ ਆਪਣੇ ਰੱਬ ਦਾ ਸ਼ੁਕਰ ਕਰਾਂ। ਬੋਲੋ ਸਮਝਦੇ ਹੋ ਕਿ ਨਹੀਂ? ਜੋ ਮੇਰੇ ਕੋਲ ਹੈ ਔਰ ਜਿੰਨਾ ਮੇਰੇ ਕੋਲ ਹੈ ਮੈਂ ਉਹਦਾ ਆਪਣੇ ਆਪ ਨੂੰ ਪੁੱਛਣਾ ਹੈ, ਭਾਈ ਮੇਰੇ ਕੋਲ ਇੰਨਾ ਹੈ, ਮੈਂ ਤਾਂ ਬੈਸਟ ਕੀ ਕਰ ਸਕਦਾ। ਜਦੋਂ ਇਹ ਸਵਾਲ ਪੁੱਛਾਂਗੇ ਮਨ ਫਿਰ ਜਰਾ ਹੁਣ ਗੌਰ ਕਰਨਾ, ਮਨ ਫਿਰ ਸੋਚੇਗਾ। ਜਿੱਦਾਂ ਇੱਕ ਬੜੀ ਪਿਆਰੀ ਗੱਲ ਹੈ ਨਾ, ਇੱਕ ਜਗ੍ਹਾ ਨਾ ਕੁਕਿੰਗ ਸ਼ੋਅ ਹੋ ਰਿਹਾ ਸੀ, ਕੁਕਿੰਗ ਸ਼ੋਅ। ਉਹ ਕੁਕਿੰਗ ਸ਼ੋਅ ਵਿੱਚ 4 ਸੀਗੇ ਜਿਨ੍ਹਾਂ ਦਾ ਆਪਸ ਵਿੱਚ ਕੰਪੀਟੀਸ਼ਨ ਸੀ, 4 ਮੈਂਬਰ ਸੀ। ਤਾਂ ਉਹਨਾਂ ਨੇ ਕਿਹਾ ਕਿ ਤੁਹਾਡੇ ਸਾਹਮਣੇ ਅਸੀਂ ਇੱਕ ਚੀਜ਼ ਤੁਹਾਨੂੰ ਚਾਰਾਂ ਨੂੰ ਦੇਣੀ ਹੈ, ਇੱਕ ਚੀਜ਼ ਤੁਹਾਨੂੰ ਚਾਰਾਂ ਨੂੰ ਦੇਣੀ ਹੈ, ਜਿਹੜਾ ਬੈਸਟ ਬਣਾ ਦੇਗਾ, ਜਿਹੜਾ ਬੈਸਟ ਬਣਾ ਦੇਗਾ ਉਹ ਵਿਨਰ। ਹੁਣ ਜਦੋਂ ਚਾਰਾਂ ਮੋਰੇ ਚੀਜ਼ ਆਈ ਨਾ, ਉਹ ਚੀਜ਼ ਉੱਪਰੋਂ ਢਕੀ ਹੋਈ ਸੀ ਔਰ ਸਾਹਮਣੇ ਜੱਜ ਬੈਠੇ ਹੋਏ ਆ। ਜਦੋਂ ਚਾਰਾਂ ਦੇ ਮੋਰੇ ਚੀਜ਼ ਆਈ, ਚਾਰਾਂ ਨੇ ਬਰਤਨ ਚੱਕਿਆ ਤਾਂ ਦੇਖਿਆ ਵਿੱਚ ਆਲੂ ਸੀ, ਥੋੜਾ ਨਮਕ ਸੀ। ਕੀ ਸੀ? ਆਲੂ ਸੀ, ਨਮਕ ਸੀ। ਹੁਣ ਚਾਰਾਂ ਕੋਲ ਇੱਕੋ ਹੀ ਚੀਜ਼, ਇੱਕ ਸੋਚਦਾ ਯਾਰ ਕੱਲੇ ਆਲੂ, ਕਾਸ਼ ਨਾਲ ਮਟਰ ਹੁੰਦੇ, ਪਨੀਰ ਹੁੰਦਾ, ਮਟਰ ਪਨੀਰ, ਆਲੂ ਮਟਰ ਪਨੀਰ ਬਣਾ ਦਿੰਦਾ ਮੈਂ। ਉਹ ਸੋਚ 'ਚ ਲੱਗ ਗਿਆ। ਦੂਜੇ ਨੇ ਕਿਹਾ ਕੱਲੇ ਆਲੂ ਦਿੱਤੇ, ਕਮਾਲ ਦੀ ਗੱਲ ਆ, ਕੁਝ ਹੋਰ ਦੇ ਦਿੰਦੇ ਮੈਨੂੰ, ਕੋਈ ਗੋਭੀ ਹੁੰਦੀ, ਕੋਈ ਹੋਰ ਆਈਟਮ ਹੁੰਦੀ ਤਾਂ ਨਾਲ ਉਹਦੇ ਮੈਂ ਆਹ ਸਬਜ਼ੀ ਬਣਾਉਣੀ ਸੀ, ਉਹ ਵੀ ਸੋਚਾਂ 'ਚ ਪੈ ਗਿਆ। ਹੁਣ ਤੀਜਾ ਮਾਨੀ ਮਨ ਜੱਜਾਂ ਨੂੰ ਗਾਲਾਂ ਕੱਢਣ ਲੱਗ ਪਿਆ, ਕਮਾਲ ਦੀ ਗੱਲ ਹੈ, ਇਹਦਾ ਬੈਸਟ ਕੀ ਬਣਾਉਣਾ ਮੈਂ। ਬੋਲ ਤਾਂ ਸਕਦਾ ਨਹੀਂ ਸੀ ਪਰ ਅੱਖਾਂ ਤੋਂ ਪਤਾ ਲੱਗ ਗਿਆ ਗੁੱਸਾ ਆ ਰਿਹਾ ਇਹਨੂੰ, ਇਹਦਾ ਮੈਂ ਬੈਸਟ ਕੀ ਕਰਦਾ, ਦਿੱਤਾ ਹੀ ਥੋੜਾ ਜਿਹਾ। ਕਿੱਦਾਂ ਦੇ ਬੁਰੇ ਬੰਦੇ ਆ ਇਹ, ਇੱਦਾਂ ਦੀਆਂ ਸੋਚਾਂ ਸੋਚਣ ਲੱਗ ਪਿਆ। ਅੰਦਰੋਂ ਅੰਦਰ ਜਾਣੀ ਉਹਨਾਂ ਨੂੰ ਬੁਰਾ ਬੋਲਣ ਲੱਗ ਗਿਆ, ਇਹ ਕੀ ਦਿੱਤਾ ਮੈਨੂੰ, ਆਹ ਇਕੱਲਾ ਆਲੂ ਔਰ ਨਾਲ ਨਮਕ, ਇਹ ਕੀ ਹੈ। ਪਰ ਜਿਹੜਾ ਚੌਥਾ ਸੀ ਨਾ, ਉਹ ਕਹਿੰਦਾ ਨਮਕ ਆਲੂ, ਟਾਈਮ 15 ਮਿੰਟ ਦਾ, ਇਹਦਾ ਬੈਸਟ ਕੀ ਕਰ ਸਕਦਾ। ਉਹਨਾਂ ਫਟਾਫਟ ਆਲੂ ਛਿੱਲੇ ਔਰ ਉਹਦੇ ਚਿਪਸ ਬਣਾ ਕੇ ਨਾ, ਚਿਪਸ ਤਲ ਕੇ ਲੂਣ ਲਾਣ ਪਾ ਕੇ ਜੱਜਾਂ ਮੂਹਰੇ ਪੇਸ਼ ਕਰ ਦਿੱਤੇ। ਜਿਹੜੇ 3 ਸੀ ਉਹ ਸੋਚਦੇ ਰਹਿ ਗਏ, 2 ਸੋਚਦੇ ਰਹਿ ਗਏ, ਤੀਜਾ ਗਲਾ ਕੱਢਣ ਲੱਗ ਪਿਆ ਮਨ 'ਚ। ਪਰ ਚੌਥੇ ਨੇ ਇਹ ਦੇਖਿਆ ਬੈਸਟ ਕੀ ਕਰ ਸਕਦਾ ਹੈ, ਕਿਉਂਕਿ ਤੁਸੀਂ ਕੀ ਬੈਸਟ ਕਰ ਸਕਦੇ ਹੋ, ਆਲੂਆਂ ਦਾ ਉਬਾਲ ਕੇ ਖਾ ਸਕਦੇ ਹੋ ਜਾਂ ਚਿਪਸ ਬਣਾ ਸਕਦੇ ਹੋ ਉਹਨਾਂ ਦੇ, ਕਿਉਂਕਿ ਬਾਕੀ ਦਾ ਸਮਾਨ ਪਿਆ ਹੀ ਸੀ ਉੱਥੇ, ਕੜਾਈ ਵੀ ਸੀ, ਸਭ ਕੁਝ ਸੀ, ਸਮਾਨ ਤਾਂ ਦਿੱਤਾ ਕਿ ਇਹਦਾ ਤੁਸੀਂ ਬੈਸਟ ਕੀ ਬਣਾ ਸਕਦੇ ਹੋ, ਤਾਂ ਉਹਨਾਂ ਚਿਪਸ ਤਲ ਦਿੱਤੇ ਉਹਦੇ। ਹੁਣ ਦੱਸਣਾ ਕੀ ਚਾਹੁੰਦੇ ਤੁਹਾਨੂੰ, ਇਹ ਕਹਾਣੀ ਤੋਂ ਕੀ ਪਤਾ ਲੱਗਦਾ, ਇੱਥੇ ਵੀ ਨਾ ਬੰਦੇ ਇਸ ਤਰ੍ਹਾਂ ਦੇ ਹੁੰਦੇ ਆ। ਇੱਕ ਸੋਚਦਾ ਰਹਿੰਦਾ ਹੈ ਕਾਸ਼ ਮੇਰੇ ਰੱਬ ਨੇ ਮੈਨੂੰ ਆਹ ਦਿੱਤਾ ਹੁੰਦਾ ਨਾ, ਇਦਾਂ ਜ਼ਿੰਦਗੀ ਹੋਣੀ ਸੀ, ਫਿਰ ਕਾਸ਼ ਮੇਰੇ ਮੰਮੀ ਡੈਡੀ ਨੇ ਮੈਨੂੰ ਆਹ ਚੀਜ਼ ਦਿੱਤੀ ਹੁੰਦੀ, ਫਿਰ ਮੈਂ ਇਦਾਂ ਕਰਨਾ ਸੀ, ਫਿਰ ਮੈਂ ਉੱਦਾਂ ਕਰਨਾ ਸੀ। ਉਹ ਇਹਨਾਂ ਸੋਚਾਂ ਦੀ ਜ਼ਿੰਦਗੀ ਕੱਢ ਦਿੰਦਾ ਹੈ। ਤੇ ਇੱਕ ਦੂਜੇ ਕਿਸਮ ਦੇ ਲੋਕ ਹੁੰਦੇ ਨੇ ਗਾਲਾਂ ਕੱਢਣ ਲੱਗ ਪਏ, ਰੱਬ ਨੇ ਦਿੱਤਾ ਕੀ ਮੈਨੂੰ ਹੈ, ਕੀ ਦਿੱਤਾ ਮੈਨੂੰ, ਮੇਰੇ ਕੋਲ ਹੈ ਹੀ ਕੁਛ ਨਹੀਂ ਜਿਹਦੇ ਨਾਲ ਮੈਂ ਕੁਛ ਅੱਛਾ ਕਰ ਸਕਾਂ, ਮੇਰੇ ਕੋਲ ਹੈ ਕੀ। ਬੋਲੋ ਸਮਝਦੇ ਹੋ ਕਿ ਨਹੀਂ? ਕੀ ਹੈ ਮੇਰੇ ਕੋਲ? ਨਾ ਮੇਰੇ ਕੋਲ ਚੱਜ ਦਾ ਘਰ ਹੈ, ਨਾ ਮੇਰੇ ਕੋਲ ਚੱਜ ਦੀ ਆਹ ਹੈ, ਨਾ ਮੇਰੇ ਕੋਲ ਚੱਜ ਦਾ ਉਹ ਹੈ। ਉਹ ਦੋਸ਼ ਦੇਣ 'ਚ, ਬੁਰਾ ਬੋਲਣ 'ਚ ਲੱਗਾ ਰਹਿੰਦਾ ਹੈ। ਤਾਂ ਤੀਸਰਾ ਬੰਦਾ ਕਾਮਯਾਬ ਹੁੰਦਾ ਜਿਹੜਾ ਕਹਿੰਦਾ ਜਿੰਨਾ ਵੀ ਹੈ ਨਾ, ਜੋ ਵੀ ਹੈ ਮੈਂ ਪਲੈਨਿੰਗ ਕਰਾਂ ਇਹਦੇ ਨਾਲ ਮੈਂ ਅੱਛਾ ਕੀ ਕਰ ਸਕਦਾ। ਅੱਜ ਤੁਸੀਂ ਵੀ ਇਹੀ ਸੋਚਣਾ ਕਿ ਮੈਂ ਅੱਛਾ ਕੀ ਕਰ ਸਕਦਾ। ਬੋਲੋ ਸਮਝਦੇ ਹੋ ਕਿ ਨਹੀਂ? ਤੇ ਲੈ ਵੀ ਬੰਦਾ ਕਹਿੰਦਾ ਜੀ ਉਹ ਫਲਾਣੇ ਨੇ ਇੰਨੇ ਲੱਖਾਂ ਦਾਨ ਕੀਤਾ, ਜਦੋਂ ਲੱਖਾਂ ਆਏਗਾ ਦਾਨ, ਉਹ ਛੱਡ ਲੱਖਾਂ ਨੂੰ, ਤੂੰ ਇਹ ਦੱਸ ਤੇ ਕੋਈ 1 ਰੁਪਿਆ ਵੀ ਨਹੀਂ ਹੈ, ਫਿਰ ਦੱਸ ਤੂੰ ਅੱਛਾ ਕੀ ਕਰ ਸਕਦਾ। ਕੀ ਤੂੰ ਅੱਛਾ ਨਹੀਂ ਕਰ ਸਕਦਾ ਕੁਛ? ਜਰਾ ਸੋਚ ਕੇ ਦੇਖੋ, ਸੋਚ ਕੇ ਦੇਖੋ। ਫਰਜ਼ ਕਰੋ ਤੁਹਾਡੇ ਕੋਲ ਕੋਈ ਪੈਸਾ ਨਹੀਂ ਹੈ, ਕੀ ਤੁਸੀਂ ਕੁਛ ਅੱਛਾ ਨਹੀਂ ਕਰ ਸਕਦੇ? ਜਵਾਬ ਦਿਓ, ਕਰ ਸਕਦੇ ਹੋ ਕਿ ਨਹੀਂ? ਕੀ ਕਰ ਸਕਦੇ ਹੋ ਅੱਛਾ? ਤੁਸੀਂ ਕੀ ਕਰ ਸਕਦੇ ਹੋ ਅੱਛਾ? ਹੈ ਕੋਈ ਮਨ 'ਚ ਆ ਰਹੀ ਸੋਚ ਕੋਈ? ਕਿਉਂਕਿ ਜਦੋਂ ਸੋਚਾਂਗੇ ਨਾ ਫਿਰ ਮਨ ਨੇ ਪਲੈਨਿੰਗ ਕਰਨੀ ਹੈ। ਜਦੋਂ ਮਨ ਨੂੰ ਪੁੱਛਾਂਗੇ ਕਿ ਆਹ ਚੀਜ਼ ਮੇਰੇ ਕੋਲ ਹੈ, ਮੈਂ ਇਹਦੇ ਨਾਲ ਅੱਛਾ ਕੀ ਕਰ ਸਕਦਾ, ਮਨ ਨੇ ਰਸਤਾ ਫੇਰ ਦਿਖਾਣਾ। ਪਰ ਅਸੀਂ ਪੁੱਛਦੇ ਹੀ ਨਹੀਂ ਹੈ, ਕਦੀ ਸੋਚਦੇ ਨਹੀਂ ਹੈ। ਸਾਡੀ ਨਜ਼ਰ ਤਾਂ ਹਮੇਸ਼ਾ ਮੇਰੇ ਕੋ ਆਹ ਹੈ ਨਹੀਂ, ਮੇਰੇ ਕੋ ਉਹ ਹੈ ਨਹੀਂ, ਇਹ ਸੋਚ ਸੋਚ ਕੇ ਬੰਦਾ ਹਮੇਸ਼ਾ ਦੁਖੀ ਹੁੰਦਾ ਰਹਿੰਦਾ ਹੈ। ਜਾਂ ਸੋਚੋ ਮੈਂ ਕੀ ਅੱਛਾ ਕਰ ਸਕਦਾ, ਅਗਰ ਮੇਰੇ ਕੋ ਪੈਸਾ ਨਹੀਂ ਹੈ ਜਾਂ ਪਦਾਰਥ ਨਹੀਂ ਹੈ, ਮੈਂ ਕੀ ਅੱਛਾ ਕਰ ਸਕਦਾ? ਮੈਂ ਬਹੁਤ ਕੁਛ ਅੱਛਾ ਕਰ ਸਕਦਾ, ਮੈਂ ਕਿਸੇ ਦੀ ਹੈਲਪ ਕਰ ਸਕਦਾ, ਕਿਸੇ ਦੀ ਮਦਦ ਕਰ ਸਕਦਾ। ਬੋਲੋ ਸਮਝਦੇ ਹੋ ਕਿ ਨਹੀਂ? ਕਿਸੇ ਗਿਰੇ ਹੋਏ ਨੂੰ ਬਾਂਹ ਫੜ ਕੇ ਉਠਾ ਸਕਦਾ ਹੈ, ਔਰ ਹੋਰ ਨਹੀਂ ਤਾਂ ਮੈਂ ਸਮਾਈਲ ਦੇ ਕੇ ਕਿਸੇ ਦਾ ਹਾਲ ਚਾਲ ਪੁੱਛ ਸਕਦਾ, ਹੋਰ ਭਾਈ ਠੀਕ ਹੋ ਤੁਸੀਂ, ਦੱਸੋ ਤੁਹਾਨੂੰ ਕੋਈ ਮਦਦ ਦੀ ਲੋੜ ਹੈ, ਦੱਸੋ ਤੁਹਾਨੂੰ ਕੋਈ ਹੈਲਪ ਦੀ ਲੋੜ ਹੈ। ਕੀ ਅੱਛਾ ਕਰ ਸਕਦਾ? ਅਗਰ ਮੈਂ ਇੱਕ ਇਨਸਾਨ ਨਾਲ ਵੀ ਕੁਝ ਅੱਛਾ ਕਰਦਾ ਆ, ਕਿਉਂਕਿ ਅੱਛਾ ਕਰਨ ਵਾਸਤੇ ਸਾਨੂੰ ਕਿਸੇ ਸਾਜੋ ਸਮਾਨ ਦੇ ਅਸੀਂ ਮੁਹਤਾਜ ਨਹੀਂ ਹੈ, ਜ਼ਰੂਰਤ ਨਹੀਂ ਹੈ। ਅੱਛਾ ਕਰਨ ਵਾਸਤੇ ਸਾਡਾ ਦਿਲ ਅੱਛਾ ਹੋਣਾ ਚਾਹੀਦਾ, ਸਾਡੀ ਸੋਚ ਵਿੱਚ ਅੱਛਾ ਕਰਨ ਦੀ ਭਾਵਨਾ ਹੋਣੀ ਚਾਹੀਦੀ ਹੈ, ਇਹਦੇ ਨਾਲ ਅੱਛਾਈ ਪੈਦਾ ਹੁੰਦੀ ਹੈ। ਸਮਝ ਆ ਰਹੀ ਹੈ ਸਾਡੀ ਗੱਲ? ਔਰ ਜਦੋਂ ਇਹ ਚੀਜ਼ ਤੁਹਾਡੇ ਅੰਦਰ ਆ ਗਈ ਨਾ,
ਤਾਂ ਫਿਰ ਤੁਸੀਂ ਦੇਖੋਗੇ ਕਿ ਜੀਵਨ 'ਚ ਖੁਸ਼ੀਆਂ, ਜੀਵਨ 'ਚ ਆਨੰਦ ਕਿੱਦਾਂ, એનર્ਜੀ ਸਦਾ ਹਾਈ ਲੈਵਲ ਤੇ ਰਹਿਣੀ ਸ਼ੁਰੂ ਹੋ ਜਾਏਗੀ ਤੁਹਾਡੀ। ਇਹ ਗੱਲ ਹਮੇਸ਼ਾ ਯਾਦ ਰੱਖੋ, ਕਿਉਂਕਿ ਇਦਾਂ ਦੀਆਂ ਕਈ ਮਿਸਾਲਾਂ ਹੈ, ਇਦਾਂ ਦੀਆਂ ਕਈ ਚੀਜ਼ਾਂ ਹੈ। ਨਹੀਂ ਤਾਂ ਮਦਰ ਟਰੈਸਾ ਦੀ ਜ਼ਿੰਦਗੀ ਪੜ੍ਹ ਕੇ ਦੇਖਣੀ, ਜਰਾ ਗੌਰ ਕਰੋ ਸ਼ੁਰੂਆਤ ਕਿੱਥੋਂ ਹੋਈ ਸੀ ਲੋਕਾਂ ਦੀ ਭਲਾਈ ਕਰਨ ਵਿੱਚ। ਉਹ ਆਪ ਟੈਨਸ਼ਨ 'ਚ ਸੀ, ਪਰ ਜਦੋਂ ਦੂਜੇ ਦੀ ਮਦਦ ਕੀਤੀ ਪਹਿਲੀ ਵਾਰ ਉਹਨਾਂ ਨੂੰ ਸ਼ਾਂਤੀ ਫੀਲ ਹੋਈ, ਆਨੰਦ ਫੀਲ ਹੋਇਆ। ਉਹ ਕਹਿੰਦੇ ਜੇ ਇੱਕ ਦੀ ਮਦਦ ਕਰਕੇ ਮੈਨੂੰ ਇੰਨੀ ਖੁਸ਼ੀ ਮਿਲ ਸਕਦੀ ਹੈ ਤਾਂ ਜਦੋਂ ਹਜ਼ਾਰਾਂ ਦੀ ਕਰੂੰਗੀ ਕਿੰਨੀ ਮਿਲੇਗੀ। ਇਹ ਸੋਚ ਹੁੰਦੀ ਹੈ, ਸਮਝ ਆ ਰਹੀ ਕਿ ਨਹੀਂ? ਹੱਸ ਕੇ ਦਿਖਾਓਗੇ ਥੋੜਾ ਜਿਹਾ, ਘੱਟ ਹੱਸ ਰਹੇ ਹੋ ਤੁਸੀਂ, ਹੈ ਨਾ? ਤੁਹਾਨੂੰ ਕਿਹਾ ਖੁਸ਼ੀ ਦੀ ਕਲਾ ਹੈ। ਦੇਖੋ ਇਦਾਂ ਦੇ ਚਿਹਰੇ ਤਾਂ ਤੁਸੀਂ ਘਰ ਜਾ ਕੇ ਬਣਾ ਸਕਦੇ ਹੋ, ਉੱਥੇ ਇਦਾਂ ਦੇ ਹੁੰਦੇ ਆ ਨਾ, ਇਦਾਂ ਦੇ ਹੁੰਦੇ ਆ ਕਿ ਨਹੀਂ? ਆਫਿਸ ਵਿੱਚ ਬਹਿ ਕੇ ਕੰਮ ਕਰਦੇ ਆ, ਘਰਾਂ 'ਚ ਬੈਠੇ ਆ, ਬਸ ਹਰ ਵੇਲੇ ਮੂੰਹ ਲਟਕੇ ਹੀ ਰਹਿੰਦਾ ਹੈ, એનર્ਜੀ ਲੈਵਲ ਡਾਊਨ ਰਹਿੰਦਾ, ਤਾਂ ਹੀ ਤਾਂ ਬੰਦਾ ਕੁਝ ਕਰਨ ਨੂੰ ਦਿਲ ਨਹੀਂ ਕਰਦਾ। ਫਿਰ ਕਹਿੰਦਾ ਆਲਸ ਜਿਹਾ ਪਿਆ ਰਹਿੰਦਾ, ਸੁਸਤੀ ਪਈ ਰਹਿੰਦੀ ਹੈ, ਜੀਵਨ 'ਚ ਤਰੱਕੀ ਕਿੱਦਾਂ ਹੋਵਾਂ, ਕਾਮਯਾਬ ਕਿੱਦਾਂ ਹੋਵਾਂ। ਉਹ ਭਾਈ ਇੱਦਾਂ ਕਾਮਯਾਬੀ ਨਹੀਂ ਮਿਲਣੀ। ਇਹ ਕਾਮਯਾਬੀ ਉਦੋਂ ਮਿਲਣੀ ਜਦੋਂ ਅੰਦਰੋਂ ਖੁਸ਼ ਰਹਿਣਾ ਸ਼ੁਰੂ ਕਰ ਦਿੱਤਾ ਤੂੰ। ਯਸ, ਤੁਹਾਨੂੰ ਇੱਕ ਛੋਟੀ ਜਿਹੀ ਨਾ ਅੱਜ ਕੱਲ੍ਹ ਦੇ ਹਾਲਾਤ ਦੇ ਮੁਤਾਬਿਕ ਛੋਟੀ ਜਿਹੀ ਕਹਾਣੀ ਸੁਣਾਵਾਂਗੇ ਤੁਹਾਨੂੰ, ਜਿਹੜੀ ਕਿ ਆਪੇ ਬਣਾਈ ਹੋਈ ਹੈ ਗਿਆਨ ਦੇਣ ਵਾਸਤੇ। ਇੱਕ ਨੌਜਵਾਨ ਹੈ 22 ਸਾਲ ਦਾ 23 ਸਾਲ ਦਾ ਨਾ, ਬੜਾ ਖੁਸ਼ ਹੈ, ਘਰ ਆਉਂਦਾ ਉੜਿਆ ਫਿਰਦਾ ਹੈ, ਮੰਮੀ ਦੇਖਦੀ ਬੜਾ ਖੁਸ਼। ਪਰ ਉਹ ਖੁਸ਼ ਕਿਉਂ ਹੈ? ਕਿਉਂਕਿ ਉਹਨੂੰ ਕਿਸੇ ਨਾਲ ਪਿਆਰ ਹੋ ਗਿਆ, ਇਸ ਲਈ ਉਹਨੂੰ ਮਿਲਦਾ ਹੈ, ਅੱਗੇ ਫਟਾਫਟ ਮੈਸੇਜ ਆ ਜਾਂਦਾ ਹੈ, ਗੱਲਬਾਤ ਹੁੰਦੀ, ਬੜਾ ਖੁਸ਼ ਹੈ, ਬੜਾ ਖੁਸ਼, ਕਿਉਂਕਿ ਮੈਨੂੰ ਮੇਰਾ ਸੱਚਾ ਪਿਆਰ ਮਿਲ ਗਿਆ। ਹਫ਼ਤੇ ਕੁ ਬਾਅਦ ਕੀ ਹੋਇਆ ਕਿ ਕੁੜੀ ਨੇ ਰਿਜੈਕਟ ਕਰਤਾ, ਜਾ ਮੈਂ ਤੈਨੂੰ ਪਿਆਰ ਨਹੀਂ ਕਰਦੀ, ਛੱਡ ਦਿੱਤਾ ਤੈਨੂੰ, ਨਫ਼ਰਤ ਆ ਮੈਨੂੰ ਤੇਰੇ ਨਾਲ, ਹੁਣ ਸ਼ਕਲ ਨਾ ਦਿਖਾਈ। ਹੁਣ ਉਹੀ ਨੌਜਵਾਨ ਕਿੱਦਾਂ ਆਏਗਾ ਘਰ? ਕਿੱਦਾਂ ਆਏਗਾ? ਐਨ ਟੁੱਟਿਆ ਹੋਇਆ, ਰੋਂਦਾ ਹੋਇਆ, ਬੁਝੇ ਕਦਮਾਂ ਨਾਲ। ਉਹ ਮੰਮੀ ਕਹੇਗੀ ਕੀ ਗੱਲ ਉੜਿਆ ਫਿਰਦਾ ਸੀ, ਅੱਜ ਕੀ ਹੋ ਗਿਆ? ਮੰਮੀ ਬੁਲਾ ਨਾ, ਬਸ ਜੀਣ ਨੂੰ ਦਿਲ ਨਹੀਂ ਕਰਦਾ, ਮਰ ਜਾਣ ਨੂੰ ਦਿਲ ਕਰਦਾ, ਬਸ ਬੁਲਾ ਨਾ, ਛੇੜ ਨਾ ਮੈਨੂੰ। ਆਵੇ ਕਮਰੇ 'ਚ ਦਰਵਾਜ਼ਾ ਬੰਦ ਕਰਕੇ ਰੋਈ ਜਾਂਦਾ, ਦੁਖੀ ਹੈ। ਕਮਰੇ 'ਚ ਉੱਦਾਂ ਹੀ ਖਿਲਾਰਾ ਪਿਆ, ਮੰਮੀ ਰੋਟੀ ਲੈ ਕੇ ਆਉਂਦੀ ਹੈ, ਨਹੀਂ ਮੰਮੀ ਰੋਟੀ ਨਹੀਂ ਖਾਣੀ ਮੈਂ, ਲੈ ਜਾ ਮੈਨੂੰ ਭੁੱਖ ਹੈ ਨਹੀਂ। ਉਹ ਹੋ ਕੀ ਗਿਆ ਮੇਰੇ ਮੁੰਡੇ ਨੂੰ, ਹੈ ਬਿਮਾਰ ਹੈ ਤੂੰ, ਠੀਕ ਹੈ, ਬਸ ਮੰਮੀ ਰਹਿਣ ਦੇ, ਬਸ ਬੁਲਾ ਨਾ, ਮੈਨੂੰ ਬੋਲਣ ਨੂੰ ਦਿਲ ਨਹੀਂ ਕਰਦਾ। ਹਰ ਵੇਲੇ ਉਦਾਸ, ਮੋਬਾਈਲ ਦੇਖੀ ਜਾਣਾ, ਹੁਣ ਮੈਸੇਜ ਆਉਂਦਾ, ਹੁਣ ਆਉਂਦਾ, ਨਹੀਂ। ਦੁਖੀ ਜਿਹੀ ਜ਼ਿੰਦਗੀ ਹੋ ਗਈ, ਪਰੇਸ਼ਾਨ ਜਿਹੀ ਜ਼ਿੰਦਗੀ ਹੋ ਗਈ। 2 ਦਿਨ ਹੋ ਗਏ ਨੀਂਦ ਵੀ ਨਹੀਂ ਆ ਰਹੀ, ਉਹੀ ਸੋਚੀ ਜਾਂਦਾ ਹੈ। ਕੁੜੀ ਨੇ ਧੋਖਾ ਦੇ ਦਿੱਤਾ, ਇੱਥੇ ਮੁੰਡਾ ਵੀ ਹੋ ਸਕਦਾ, ਯਾਨੀ ਤੁਸੀਂ ਗੱਲ ਕਿਸੇ ਪਾਸੇ ਵੀ ਲਿਜਾ ਸਕਦੇ ਹੋ। ਇਹ ਨਾ ਸੋਚੋ ਕਿ ਇੱਥੇ ਕੁੜੀਆਂ ਧੋਖਾ ਦਿੰਦੀਆਂ, ਮੁੰਡੇ ਵੀ ਦੇ ਦਿੰਦੇ ਆ। ਸੋ ਇਹੀ ਤਾਂ ਸਿਰਫ ਇੱਕ ਐਗਜ਼ਾਮਪਲ ਦੇ ਰਹੀ ਹੈ ਸਮਝਾਉਣ ਦੀ ਖਾਤਰ। ਹੁਣ ਰੋ ਰਿਹਾ ਹੈ, ਰਾਤ ਨੂੰ ਨੀਂਦ ਨਹੀਂ ਆਉਂਦੀ, ਬੜਾ ਪਰੇਸ਼ਾਨ ਹੈ, ਤੁਰਦਾ ਵੀ ਇਦਾਂ, ਨਾ ਕੱਪੜੇ ਪਾਉਣ ਦਾ, ਦਾੜੀ ਵੀ ਵੱਧ ਗਈ ਥੋੜੀ, ਯਾਨੀ ਸ਼ੇਵ ਕਰਨੀ ਭੁੱਲ ਗਿਆ, ਕੱਪੜੇ ਵੀ ਬਸ ਜਿੱਦਾਂ ਦੇ ਆ ਪਾਏ ਹੋਏ ਆ। ਮੁੰਡਿਆਂ ਦਾ ਫੋਨ ਆਉਂਦਾ, ਦੋਸਤਾਂ ਦਾ, ਯਾਰ ਤੰਗ ਨਾ ਕਰੋ ਮੈਨੂੰ, ਬਸ ਹੁਣ ਜ਼ਿੰਦਗੀ ਕੁਛ ਨਹੀਂ, ਖਤਮ ਹੋ ਗਈ ਜ਼ਿੰਦਗੀ, ਬਸ ਮਰਨੀ ਹੈ, ਇਹ ਜ਼ਿੰਦਗੀ 'ਚ ਮੌਤ ਹੀ ਹੈ ਬਸ। 3 ਦਿਨ ਇਦਾਂ ਜ਼ਿੰਦਗੀ ਹੋ ਗਈ ਕਿ ਬਸ ਕੋਈ ਜਾਨ ਨਹੀਂ, ਕਮਰਾ ਵੀ ਖਿਲਰਿਆ ਪਿਆ, ਆਪਣਾ ਹਾਲ ਬੇਹਾਲ। ਰਾਤ ਦੇ 9 ਵਜੇ ਹੈ, ਰਾਤ ਦੇ 9 ਵਜੇ ਕੁੜੀ ਦਾ ਫੋਨ ਆ ਜਾਂਦਾ, ਉਹ ਸੌਰੀ ਮੇਰੇ ਤੋਂ ਗਲਤੀ ਹੋਈ, ਮਾਫ ਕਰ ਦੇ, ਮੈਂ ਤੈਨੂੰ ਬਹੁਤ ਪਿਆਰ ਕਰਦੀ। ਹੈ ਸੱਚੀ? ਆ ਜਾ ਰਾਤ ਨੂੰ ਤੈਨੂੰ 10 ਵਜੇ ਮਿਲਣਾ, ਪਾਰਕ 'ਚ ਆ ਜਾ। ਹੁਣ ਕੀ ਹੋਏਗਾ? ਨਾਲ ਹੀ ਫਟਾਫਟ ਸ਼ੇਵ, ਕੱਪੜੇ ਚੇਂਜ, ਫਟਾਫਟ ਮੰਮੀ ਰੋਟੀ ਲਿਆ, ਭੁੱਖ ਲੱਗੀ ਆ, ਜਾਣਾ ਮੈਂ ਫਟਾਫਟ, ਨਾਲ ਹੀ ਹਰ ਚੀਜ਼ ਦੀ ਤਿਆਰੀ। ਕੀ ਬਦਲ ਗਿਆ? ਬਦਲਿਆ ਕੀ? ਪਹਿਲਾਂ ਅੰਦਰ ਦੁੱਖ ਸੀ, ਕੁੜੀ ਨੇ ਮੈਨੂੰ ਛੱਡਤਾ ਜਾਂ ਮੁੰਡੇ ਨੇ ਛੱਡ ਦਿੱਤਾ, ਹੁਣ ਦੁਬਾਰਾ ਮਾਫੀ ਮੰਗ ਲਈ, ਦੁਬਾਰਾ ਮੈਨੂੰ ਕਹਿਤਾ ਆਈ ਲਵ ਯੂ, ਦੁਬਾਰਾ ਮੈਨੂੰ ਕਹਿਤਾ ਮੈਂ ਤੈਨੂੰ ਪਸੰਦ ਕਰਦੀ ਆ, ਜਾ ਮਿਲਦੇ ਆ ਪਾਰਕ 'ਚ। ਕੀ ਬਦਲਿਆ? ਪਹਿਲਾਂ ਦੁੱਖ ਸੀ, ਹੁਣ ਖੁਸ਼ੀ ਹੋ ਗਈ। ਖੁਸ਼ੀ ਆਉਣ ਨਾਲ એનર્ਜੀ ਇੰਨੀ ਵੱਧ ਗਈ ਕਿ 3 ਦਿਨ ਤੋਂ ਮਰਿਆ ਵਾਂਗੂ ਘੁੰਮ ਰਿਹਾ ਸੀ। ਸੰਸਾਰ ਲੱਗਦਾ ਸੀ ਕੁਛ ਵੀ ਹੈ ਨਹੀਂ ਦੁਨੀਆ ਤੇ, ਖਤਮ ਹੈ ਦੁਨੀਆ। ਕੀ ਹੈ ਦੁਨੀਆ? ਜੇ ਦੁਨੀਆ ਜੇ ਮਹਿਫਿਲ ਮੇਰੇ काम की नहीं, की है दुनिया, पर हुण है सब कुछ काम दा ही है भाई। लियाओ है कपड़ा, लियाओ रंग बिरंगे कपड़े, सब कुछ काम दा है, लियाओ सब कुछ। मम्मी आ जा, मम्मी भी कहती कमाल दी गल, 3 दिन पहला मुर्दियां वांगू सी, हुण फिर दोबारा जान आ गई, होया की इहनूं? हुण उहनूं की पता कि अंदर की चल रहा है। सो दसना की चाहते हैं, गल सारी अंदर दी खुशी दी है। जदों तुसीं अंदरों खुश हो ना तो जिंदगी जीण दा मजा आंदा, हर काम करन दा मजा आंदा। जदों अंदरों ही दिल टुट जावे तो फिर की हुंदा है? फिर जे दुनिया जे महफिल मेरे भाई, फिर तेन रोकिया कि ना छड़ दे, जे तेरे काम दी है नहीं तो फिर की कर रहे हैं इत्थे? क्योंकि इदां दे बंदे उदां भी दुनिया नूं लोड़ है नहीं, जिहड़े दुनिया ते बोझ बन के घूमण कि मेरे काम की। रब ने इन्ना कुछ बनाया है, वो अपनी जिंदगी ऐसी बना कि अगर कोई तेनू, क्योंकि ऐसी बहुत ऐसे देखे है कि अगर कोई तेनू छड़दा भी है ना, ਉਹਦੇ ਪਿੱਛੇ दुनिया ना छड़, बल्कि खुद नूं ऐसा बना कि कल नूं ਉਹਨੂੰ पछतावा है तेनू छड्डण ते कि ਇਹਨੂੰ ਮੈਂ ਛੱਡ ਕਿਉਂ ਦਿੱਤਾ ਭਾਈ, ਇਹ ਤਾਂ ਕੁਆਲਿਟੀ ਬੜੀ ਸੀ, ਗੁਣ ਹੀ ਬੜੇ ਸੀ। ਇਹ ਸਮਝਣਾ ਜ਼ਰਾ ਸਾਰਿਆਂ ਨੇ, ਕਿਉਂਕਿ ਤੁਸੀਂ ਇਦਾਂ ਵੀ ਜ਼ਿੰਦਗੀ ਜੀ ਸਕਦੇ ਹੋ, ਕਿਸੇ ਨੇ ਤੁਹਾਨੂੰ ਛੱਡ ਦਿੱਤਾ
ਤਾਂ ਨਸ਼ੇ ਕਰ ਕਰਕੇ, ਬੁਰਾ ਹਾਲ ਕਰ ਕਰਕੇ, ਆਪਣਾ ਹਾਲ ਬੇਹਾਲ ਕਰਕੇ ਬੈਠੇ ਰਹੋ, ਤਾਂ ਅਗਲੇ ਨੇ ਕਹਿਣਾ ਦੇਖਿਆ ਚੰਗਾ ਹੋਇਆ ਇੱਦਾਂ ਦੇ ਬੰਦੇ ਨੂੰ, ਨਲਾਇਕ ਨੂੰ ਛੱਡ ਦਿੱਤਾ, ਆਹੀ ਬਣਨਾ ਸੀ ਇਹਨਾਂ। ਅਸੀਂ ਕਹਿੰਦੇ ਕੋਈ ਛੱਡੇ ਨਾ ਤਾਂ ਖੁਦ ਨੂੰ ਕਹੋ ਅੱਛਾ ਮੈਨੂੰ ਕਮਜ਼ੋਰ ਸਮਝ ਕੇ ਛੱਡਿਆ, ਗਰੀਬ ਸਮਝ ਕੇ ਛੱਡਿਆ, ਜਾਂ ਆਹ ਕਮੀ ਕਰਕੇ ਹੁਣ ਬੈਸਟ ਬਣ ਕੇ ਦਿਖਾਉਂ ਤੈਨੂੰ, ਤਾਂ ਕਿ ਕੱਲ ਨੂੰ ਤੈਨੂੰ ਆਪਣੇ ਫੈਸਲੇ ਤੇ ਪਛਤਾਵਾ ਹੋਵੇ ਕਿ ਮੈਂ ਗਵਾਇਆ ਕੀ ਹੈ। ਸਮਝਦੇ ਹੋ ਕਿ ਨਹੀਂ? ਮਜ਼ਾ ਤਾਂ ਇਹ ਹੈ, ਇਸ ਲਈ ਪੋਜ਼ਿਟਿਵ ਰਹਿਣਾ ਚਾਹੀਦਾ। ਆਪਣੇ ਆਪ ਨੂੰ ਐਸਾ ਬਣਾਓ ਕਿ ਅਸੀਂ ਕਿਸੇ ਦੇ ਮੁਹਤਾਜ ਨਾ ਹੋਈਏ, ਯਾਨੀ ਕੋਈ ਸਾਨੂੰ ਛੱਡ ਜਾਵੇ ਤਾਂ ਸਾਨੂੰ ਦੁੱਖ ਨਾ ਹੋਵੇ, ਬਲਕਿ ਸਾਨੂੰ ਛੱਡ ਕੇ ਜਾਣ ਵਾਲੇ ਨੂੰ ਦੁੱਖ ਹੋਵੇ ਕਿ ਗਵਾਇਆ ਕੀ ਹੈ। ਇਸ ਜ਼ਿੰਦਗੀ ਇਹ ਹੁੰਦੀ ਹੈ, ਜ਼ਿੰਦਗੀ ਐਸੀ ਜੀਓ। ਫਿਰ ਤੁਸੀਂ ਦੇਖੋ, ਇਸ ਲਈ ਅੰਦਰੋਂ ਖੁਸ਼ ਰਹੋ। ਆਪਣੀ ਖੁਸ਼ੀ ਨੂੰ ਚੀਜ਼ਾਂ ਨਾਲ ਨਾ ਜੋੜੋ, ਆਪਣੀ ਖੁਸ਼ੀ ਨੂੰ ਆਪਣੇ ਅੰਦਰ ਜੋੜੋ। ਇਸ ਲਈ ਹੁਣ ਜੇ ਅਸੀਂ ਤੁਹਾਨੂੰ ਇੱਕ ਸਵਾਲ ਪੁੱਛੀਏ ਕਿ 5 ਜਿਨ੍ਹਾਂ ਨੂੰ ਤੁਸੀਂ ਸਭ ਤੋਂ ਜ਼ਿਆਦਾ ਪਿਆਰ ਕਰਦੇ ਹੋ, 5 ਉਹਨਾਂ ਦੇ ਨਾਮ ਬਤਾਓ ਸ਼ਖਸੀਅਤਾਂ ਦੇ, ਤਾਂ ਕਿਹਦਾ ਕਿਹਦਾ ਨਾਮ ਆਏਗਾ? 5 ਜਿਹਨੂੰ ਤੁਸੀਂ ਸਭ ਤੋਂ ਜ਼ਿਆਦਾ ਪਿਆਰ ਕਰਦੇ ਹੋ। ਜਵਾਬ ਨਹੀਂ ਆ ਰਿਹਾ। ਚਲੋ ਇੱਕ ਤਾਂ ਬੋਲੋ ਬਈ, ਸਭ ਤੋਂ ਪਹਿਲਾਂ ਤੁਸੀਂ ਕਿਹਨੂੰ ਕਹੋਗੇ ਮੈਂ ਪਿਆਰ ਕਰਦਾ? ਚਲੋ ਤੁਸੀਂ ਕਹਤਾ ਮਾਲਕਾਂ ਨੂੰ। ਦੂਸਰਾ, ਮਾਤਾ ਪਿਤਾ ਵੀ ਆਂਦੇ ਆ, ਪਰਿਵਾਰ ਆਂਦਾ, ਪਤਨੀ ਆਂਦੀ, ਪਤੀ ਆਂਦੇ। ਦੇਖਿਓ ਕਿਤੇ ਝਗੜਾ ਨਾ ਹੋ ਜਾਵੇ ਘਰ ਜਾ ਕੇ। ਹੈ ਮੇਰਾ ਨਾਂ ਤਾਂ ਲਿਆ ਹੀ ਨਹੀਂ ਤੂੰ। ਪਤੀ ਝਗੜਾ ਕਰੇ ਪਤਨੀ ਨੂੰ, ਮੇਰਾ ਨਾਂ ਨਹੀਂ ਲਿਆ ਤੂੰ, ਹੈ ਤਾਂ ਪਤਨੀ ਕਵੇ ਤੁਸੀਂ ਕਿਹੜਾ ਮੇਰਾ ਨਾਂ ਲਿਆ ਸੀ, ਹੈ। ਇਹਨੇ ਸੋਚੋ ਜ਼ਰਾ। ਇਸ ਲਈ ਇਨਸਾਨ ਹਮੇਸ਼ਾ ਨਾ ਜਦੋਂ ਵੀ ਲਿਸਟ ਬਣਾਉਂਦਾ ਹੈ ਨਾ, ਤਾਂ ਹਮੇਸ਼ਾ ਦੇਖਿਆ ਜਾਂਦਾ ਹੈ ਕਿ ਬੰਦਾ ਮੈਂ ਆਪਣੇ ਰੱਬ ਨੂੰ ਪਿਆਰ ਕਰਦਾ ਹਾਂ, ਮਾਤਾ ਪਿਤਾ ਨੂੰ ਪਿਆਰ ਕਰਦਾ, ਫਲਾਣੇ ਹੀਰੋ ਨੂੰ, ਫਲਾਣੀ ਹੀਰੋਇਨ ਨੂੰ ਪਿਆਰ ਕਰਦਾ। ਇੱਥੇ ਤੱਕ ਵੀ ਹੁੰਦੇ ਕਈ, ਪਰ ਅਸੀਂ ਕਹਿੰਦੇ ਨਾਮ ਕੀ ਆਉਣਾ ਚਾਹੀਦਾ ਹੈ? ਸਭ ਤੋਂ ਪਹਿਲਾਂ ਮੈਂ ਆਪਣੇ ਆਪ ਨੂੰ ਪਿਆਰ ਕਰਦਾ ਹਾਂ, ਕਿਉਂਕਿ ਆਪਣੇ ਆਪ ਤੋਂ ਹੀ ਬਾਕੀ ਸ਼ੁਰੂਆਤ ਹੁੰਦੀ ਹੈ। ਗੱਲ ਯਾਦ ਰੱਖੋ, ਜੇ ਰੱਬ ਨਾਲ ਵੀ ਪਿਆਰ ਕਰਨਾ, ਪਹਿਲਾਂ ਤੁਹਾਡਾ ਸੈੱਟ ਹੋਣਾ, ਤੁਹਾਡਾ ਸਹੀ ਹੋਣਾ ਜ਼ਰੂਰੀ ਹੈ। ਮਾਂ ਬਾਪ ਨੂੰ ਵੀ ਸੁੱਖ ਦੇਣਾ, ਪਹਿਲਾਂ ਤੁਹਾਡਾ ਸਹੀ ਹੋਣਾ ਜ਼ਰੂਰੀ ਹੈ। ਤਾਂ ਹੀ ਤਾਂ ਜਿਹੜੇ ਪਲੇਨ 'ਚ ਬਹਿੰਦੇ ਆ ਨਾ, ਉਹ ਅਨਾਉਂਸਮੈਂਟ ਕਰਦੇ ਹੈ ਕਿ ਅੱਗੇ ਜਾ ਕੇ ਜੇ ਵੈਦਰ ਖਰਾਬ ਹੋਵੇ, ਆਕਸੀਜਨ ਦੀ ਕਮੀ ਆਵੇ, ਤਾਂ ਯਾਤਰੀ ਪਹਿਲਾਂ ਆਪ ਮਾਸਕ ਲਾਉਣ, ਫਿਰ ਦੂਜਿਆਂ ਦੀ ਹੈਲਪ ਕਰਨ। ਉੱਥੇ ਇਹ ਨਹੀਂ ਕਿਹਾ ਜਾਂਦਾ ਪਹਿਲਾਂ ਬੱਚਿਆਂ ਦੀ ਹੈਲਪ ਕਰੋ, ਜਾਂ ਦੂਜਾ ਕਹਿੰਦੇ ਪਹਿਲਾਂ ਆਪ ਲਾਓ ਫਿਰ ਬੱਚਿਆਂ ਦੀ ਹੈਲਪ ਕਰੋ, ਕਿਉਂਕਿ ਜੇ ਪਹਿਲਾਂ ਤੁਸੀਂ ਸੇਫ ਹੋਵੋਗੇ ਤਾਂ ਦੂਜਿਆਂ ਨੂੰ ਤੁਸੀਂ ਫਿਰ ਹੀ ਸੇਫ ਕਰ ਪਾਓਗੇ। ਜਰਾ ਸੋਚਣਾ ਸਾਰਿਆਂ ਨੇ। ਹੁਣ ਅਸੀਂ ਤੁਹਾਨੂੰ ਪੁੱਛਾਂਗੇ ਕਿ ਤੁਸੀਂ ਕਦੀ ਕਿਹਾ ਕਿ ਆਈ ਲਵ ਮਾਈ ਸੈਲਫ? ਕਦੀ ਕਿਹਾ? ਜਾਂ ਆਈ ਲਾਈਕ ਮਾਈ ਸੈਲਫ, ਕਿ ਮੈਂ ਆਪਣੇ ਆਪ ਨੂੰ ਪਿਆਰ ਕਰਦਾ, ਆਪਣੇ ਆਪ ਨੂੰ ਲਵ ਕਰਦਾ? ਕਦੀ ਕਿਹਾ ਤੁਸੀਂ? ਕਿਸ ਨੇ ਕਿਹਾ ਕਦੀ? ਤਾਂ ਹੀ ਤਾਂ ਹਾਲ ਹੋਇਆ ਤੁਹਾਡਾ। ਇਸ ਲਈ ਕੋਈ ਆਸ਼ਚर्य ਨਹੀਂ ਹੈ, ਕੋਈ ਅਚਰਜ ਨਹੀਂ ਹੈ ਕਿ ਬੰਦਾ ਦੁਖੀ ਕਿਉਂ ਹੈ। ਇਹ ਗੱਲ ਯਾਦ ਰੱਖਣਾ ਹਮੇਸ਼ਾ, ਕਿਉਂਕਿ ਪਹਿਲਾਂ ਅਸੀਂ ਆਪਣੇ ਆਪ ਨੂੰ ਪਿਆਰ ਕਰਾਂਗੇ। ਆਪਣੇ ਆਪ ਨੂੰ ਪਿਆਰ ਕਰਨ ਦਾ ਮਤਲਬ ਕਿ ਯਾਦ ਰੱਖੋ, ਅਸੀਂ ਕਵਾਂਗੇ ਅਸੀਂ ਆਪਣੇ ਆਪ ਨੂੰ ਪਿਆਰ ਕਰਦੇ ਹਾਂ, ਆਪਣੇ ਆਪ ਨੂੰ ਪਿਆਰ ਕਰਦੇ, ਤਾਂ ਹੀ ਅਸੀਂ 3 ਸਾਢੇ 3 ਉੱਠ ਜਾਈਦਾ, ਪਹਿਲਾਂ ਮੈਡੀਟੇਸ਼ਨ ਕਰੀਦਾ ਹੈ, ਫਿਰ ਐਕਸਰਸਾਈਜ਼ ਕਰੀਦੀ ਹੈ, ਫਿਰ ਉਹ ਚੀਜ਼ਾਂ ਖਾਈਦੀਆਂ ਜੋ ਸਾਡੀ ਸਿਹਤ ਵਾਸਤੇ ਅੱਛੀਆਂ ਹੈ, ਕਿਉਂਕਿ ਆਈ ਲਵ ਮਾਈ ਸੈਲਫ। ਸਮਝਦੇ ਹੋ ਕਿ ਨਹੀਂ? ਅਸੀਂ ਉਹ ਚੀਜ਼ ਕਿਉਂ ਖਾਈਏ ਜੋ ਮੇਰੀ ਸਿਹਤ ਨੂੰ ਨੁਕਸਾਨ ਦੇਵੇ? ਕਿਉਂਕਿ ਮੈਂ ਆਪਣੇ ਆਪ ਨੂੰ ਪਿਆਰ ਕਰਦਾ ਹਾਂ। ਕਿਉਂ ਅਸੀਂ ਤੰਬਾਕੂ, ਨਸ਼ਾ ਜਾਂ ਕੋਈ ਉਹ ਚੀਜ਼ ਆਪਣੇ ਅੰਦਰ ਪਾਈਏ ਜੋ ਮੇਰੀ ਸੈਲਫ ਨੂੰ, ਮੇਰੀ ਬਾਡੀ ਨੂੰ ਖਰਾਬ ਕਰਨ? ਅਗਰ ਮੈਂ ਆਪਣੇ ਆਪ ਤੇ ਜ਼ੁਲਮ ਕਰ ਰਿਹਾ ਹਾਂ ਉਹ ਚੀਜ਼ਾਂ ਖਾ ਕੇ ਜੋ ਮੇਰੇ ਵਾਸਤੇ ਨੁਕਸਾਨਦਾਇਕ ਹੈ, ਤਾਂ ਦੂਜੇ ਦਾ ਭਲਾ ਮੈਂ ਕਦੀ ਕਰ ਸਕਦਾ? ਫਿਰ ਅਸੀਂ ਉਹ ਜਿਹਨੂੰ ਆਪਣੇ ਆਪ ਨਾਲ ਹੀ ਪਿਆਰ ਨਹੀਂ ਹੈ, ਜਦੋਂ ਇਹ ਦੇਖੀਦਾ ਨਾ ਕੋਈ ਖੜਾ ਆ ਐ ਉਹ ਸਿਗਰਟ ਲੈ ਕੇ, ਉਹ ਭਾਈ ਤੂੰ ਦੁਨੀਆ ਨੂੰ ਪਿਆਰ ਕੀ ਕਰਨਾ? ਜੇ ਤੂੰ ਕਵੇਂ ਆਈ ਲਵ ਮਾਈ ਗਰਲਫ੍ਰੈਂਡ ਜਾਂ ਆਈ ਲਵ ਮਾਈ ਬॉयਫ੍ਰੈਂਡ, ਆਈ ਲਵ ਮਾਈ ਮੰਮੀ ਪਾਪਾ, ਤੂੰ ਇਹਨਾਂ ਨਾਲ ਪਿਆਰ ਕੀ ਕਰਨਾ? ਤੈਨੂੰ ਆਪਣੇ ਆਪ ਨੂੰ ਪਿਆਰ ਹੈ ਨਹੀਂ। ਤੂੰ ਆਪਣੇ ਆਪ ਨੂੰ ਜ਼ਹਿਰ ਦੇ ਰਿਹਾ ਹੈ ਤਾਂ ਦੂਜਿਆਂ ਨੂੰ ਤੂੰ ਖੁਸ਼ੀ ਕਿੱਦਾਂ ਦੇਵੇਂਗਾ? ਇਹ ਗੱਲ ਸਮਝਣ ਵਾਲੀ ਹੈ। ਨਿੱਕੇ ਨਿੱਕੇ ਪੁਆਇੰਟ ਹੁੰਦੇ ਜਿਹਨੂੰ ਨੋਟ ਕਰਨਾ ਹੈ ਤੁਸੀਂ। ਅਗਰ ਤੁਸੀਂ ਖੁਦ ਨੂੰ ਉਹ ਚੀਜ਼ ਦਿੰਦੇ ਹੋ, ਜਰਾ ਸਮਝਣਾ ਸਾਰਿਆਂ ਨੇ। ਕੱਲ ਨਾ ਰੱਬੁਲ ਨੇ, ਤੁਹਾਡੇ ਸਾਹਿਬ ਜੀ ਨੇ ਸਾਡੇ ਕੋਲ ਸਵਾਲ ਪੁੱਛਿਆ, ਕਹਿੰਦੇ ਪਾਪਾ ਕਦੀ ਉਹ ਚੀਜ਼ ਹੋਈ ਹੋਵੇ ਕਿ ਜਿਹੜੀ ਤੁਹਾਡਾ ਖਾਣ ਨੂੰ ਦਿਲ ਕੀਤਾ ਹੋਵੇ ਤਾਂ ਕਿੰਨੇ ਮਹੀਨੇ ਤੋਂ ਖਾਧੀ ਨਹੀਂ? ਜਿੱਦਾਂ ਕਿਉਂਕਿ ਉੱਥੇ ਮਿਠਾਈ ਪਿਆ ਸੀ, ਕਈ ਚੀਜ਼ਾਂ ਪਈਆਂ ਸੀ। ਇਹ ਗੱਲ ਨਹੀਂ, ਸਾਡੇ ਮਨ 'ਚ ਕਦੀ ਹੋਇਆ ਨਹੀਂ ਕਿ ਅਸੀਂ ਖੁਆਇਸ਼ ਨੂੰ ਮਾਰ ਕੇ ਕੁਝ ਖਾਧਾ ਹੋਵੇ, ਕਿਉਂਕਿ ਜਿਹੜੀ ਚੀਜ਼ ਸਾਡੇ ਵਾਸਤੇ ਠੀਕ ਨਹੀਂ ਉਹਦੀ ਇੱਛਾ ਕਦੀ ਸਾਡੇ ਅੰਦਰ ਪੈਦਾ ਹੀ ਨਹੀਂ ਹੋਈ। ਕਦੀ ਇੱਛਾ ਪੈਦਾ ਹੀ ਨਹੀਂ ਹੋਈ ਕਿ ਅਸੀਂ 버ਗਰ ਖਾਈਏ, ਕਦੀ ਇੱਛਾ ਆਈ ਨਹੀਂ ਅੰਦਰ ਕਿ ਪੀਜ਼ਾ ਖਾਈਏ। ਸਾਡੇ ਮੂਹਰੇ ਲੱਖ ਕੋਈ ਬੈਠ ਕੇ ਪੀਜ਼ਾ 버ਗਰ ਖਾਂਦਾ ਰਹੇ, ਇੱਕ ਮਿੰਟ ਦਾ ਕਹਿ ਹੋ ਗਿਆ ਜ਼ਿਆਦਾ, ਇੱਕ ਪਲ ਵਾਸਤੇ ਵੀ ਸਾਡੇ ਅੰਦਰ ਕਦੀ ਇੱਛਾ ਨਹੀਂ ਆਉਂਦੀ ਹਾਈ ਯਾਰ ਮੈਂ ਵੀ 버ਗਰ ਖਾਵਾਂ, ਮੈਂ ਵੀ ਪੀਜ਼ਾ ਖਾਵਾਂ। ਨਹੀਂ, ਇੱਛਾ ਹੀ ਹੈ ਨਹੀਂ ਅੰਦਰ। ਹੁਣ ਇਹ ਕਿ ਰੈਟ ਕਿਲਰ ਨਾ ਤੁਹਾਡੇ ਸਾਹਮਣੇ ਪਈ ਹੋਵੇ, ਚੂਹੇ ਮਾਰਨ ਵਾਲੀ ਦਵਾਈ, ਇੱਕ ਮਿੰਟ ਵਿੱਚ ਵੀ ਜਾਂ ਇੱਕ ਪਲ ਵਾਸਤੇ ਵੀ ਤੁਹਾਡੇ ਅੰਦਰ ਇੱਛਾ ਨਹੀਂ ਆਏਗੀ ਪੀਵਾਂ ਮੈਂ, ਪੀ ਕੇ ਤਾਂ ਦੇਖਾਂ ਸਵਾਦ ਕੀ ਹੈ, ਕਿਉਂਕਿ ਤੁਹਾਨੂੰ ਪਤਾ ਮੇਰੇ ਵਾਸਤੇ ਅੱਛੀ। ਇਸ ਲਈ ਜਿਹੜੀ ਚੀਜ਼ ਸਾਨੂੰ ਸਰੀਰਕ, ਮਾਨਸਿਕ ਔਰ ਆਤਮਿਕ ਤੌਰ ਤੇ ਕਮਜ਼ੋਰ ਕਰਦੀ ਹੈ ਉਹਨੂੰ ਜ਼ਹਿਰ ਦੀ ਤਰ੍ਹਾਂ ਤਿਆਗ ਦਿਓ, ਫੇਰ ਹੀ ਤੁਸੀਂ ਜੀਵਨ 'ਚ ਅੱਗੇ ਵੱਧ ਸਕਦੇ ਹੋ।
ਪਰ ਅੱਜ ਅਸੀਂ ਆਪਣੇ ਆਪ ਨੂੰ ਕਹਿੰਦੇ ਪਿਆਰ ਕਰਦਾ ਹਾਂ, ਪਰ ਪਿਆਰ ਤਾਂ ਮੈਂ ਬਹੁਤ ਕਰਦਾ ਹਾਂ, ਪਰ ਛੋਲੇ ਕੁਲਚਿਆਂ ਦੀਆਂ ਪਲੇਟਾਂ ਖਾਣੀਆਂ, ਸਮੋਸੇ ਖਾਣੇ ਆ, ਮੈਂ ਕੋਕ ਪੀਣਾ ਨਾਲ, ਪੀਜ਼ੇ ਖਾਣੇ ਆ, 버ਗਰ ਹੱਥ 'ਚ ਹੋਣੇ ਚਾਹੀਦੇ ਆ, ਪਰ ਆਈ ਲਵ ਮਾਈ ਸੈਲਫ। ਉਹ ਕਾਹਦਾ ਤੂੰ ਆਪਣੇ ਆਪ ਨੂੰ ਪਿਆਰ ਕਰਦਾ? ਸਭ ਤੋਂ ਪਹਿਲਾਂ ਤੈਨੂੰ ਆਪਣੇ ਆਪ ਨਾਲ ਪਿਆਰ ਕਰਨਾ ਪਏਗਾ। ਕਹੋ ਆਈ ਲਵ ਮਾਈ ਸੈਲਫ, ਮੈਂ ਆਪਣੇ ਆਪ ਨੂੰ ਪਿਆਰ ਕਰਦਾ ਕਿਉਂਕਿ ਮੈਨੂੰ ਮੇਰੇ ਮਾਲਿਕ ਨੇ ਬਣਾਇਆ ਹੈ, ਔਰ ਐਸਾ ਬਣਾਇਆ ਕਿ ਮੇਰੇ ਵਰਗਾ ਦੁਨੀਆ ਦੇ ਨਾ ਕੋਈ ਹੈ ਤਾਂ ਨਾ ਹੀ ਹੋਣਾ ਹੈ। ਇਹ ਗੱਲ ਕੌੜੀ ਜ਼ਰੂਰ ਲੱਗੇਗੀ ਉਹਨਾਂ ਨੂੰ ਜਿਹਨਾਂ ਨੂੰ ਆਦਤਾਂ ਨਸ਼ੇ ਕਰਨ ਦੀਆਂ, ਜਾਂ ਆਪਣੇ ਮਨ ਭਾਂਦੀਆਂ ਰੇੜੀਆਂ ਤੇ ਜਾ ਕੇ ਨਾ, ਜਾਂ ਇਹ ਦੇਖਿਆ ਨਾ ਪੱਬਾਂ ਕਲੱਬਾਂ ਜਾ ਕੇ ਬੰਦਾ ਖਾਂਦਾ ਜੀ, ਆਹ ਆਰਡਰ ਦੇ, ਨੂਡਲ ਆਣ ਦੇ ਭਾਈ, ਆਣ ਦੇ, ਛੋਲੇ ਭਟੂਰੇ ਆਣ ਦੇ, ਫਲਾਨੀ ਚੀਜ਼ ਆਣ ਦੇ, ਉਹਨਾਂ ਨੂੰ ਬੁਰੀ ਜ਼ਰੂਰ ਲੱਗੇਗੀ। ਪਰ ਅਸੀਂ ਕਹਾਂਗੇ ਕਿ ਜ਼ਿੰਦਗੀ ਅਗਰ ਆਨੰਦ ਨਾਲ ਜੀਣੀ ਹੈ ਨਾ, ਖੁਸ਼ੀ ਨਾਲ ਜੀਣੀ ਹੈ, ਤਾਂ ਸਾਨੂੰ ਇਹ ਜੀਵਨ 'ਚ ਕੁਝ ਨਿਯਮ ਬਣਾਉਣੇ ਹੀ ਪੈਣਗੇ, ਕਿਉਂਕਿ ਹਰ ਚੀਜ਼ ਦੇ ਨਿਯਮ ਹੁੰਦੇ। ਜਿਹੜੀ ਚੀਜ਼ ਨਿਯਮ ਅੰਦਰ ਚੱਲਦੀ ਹੈ ਉਹੀ ਚੀਜ਼ ਕਾਮਯਾਬ ਹੁੰਦੀ ਹੈ। ਜਿਹਦਾ ਕੋਈ ਨਿਯਮ ਨਾ ਹੋਵੇ ਉੱਥੇ ਕਾਮਯਾਬੀ ਕਦੀ, ਖੁਸ਼ੀ ਕਦੀ ਮਿਲ ਹੀ ਨਹੀਂ ਸਕਦੀ। ਇਸ ਲਈ ਕੁਦਰਤ ਨੇ ਵੀ ਹਰ ਚੀਜ਼ ਦਾ ਨਿਯਮ ਰੱਖਿਆ ਹੈ। ਧਰਤੀ ਦੀ ਸਪੀਡ ਆਪਣੀ ਹੈ, ਯਾਨੀ ਉਹਦਾ ਵੀ ਨਿਯਮ ਹੈ ਕਿ ਉਹ ਕਦੀ ਘੱਟ ਵੱਧ ਨਹੀਂ ਹੁੰਦੀ, ਇੱਕੋ ਹੀ ਨਿਯਮ ਤੇ ਚੱਲਦੀ ਹੈ। ਤਾਂ ਹੀ ਤਾਂ ਅਸੀਂ ਪੂਰੇ ਹੱਕ ਨਾਲ ਕਹਿ ਦਿੰਦੇ, ਕੋਈ ਪੁੱਛੇ ਨਾ ਦਿਨ 'ਚ ਕਿੰਨੇ ਘੰਟੇ ਹੁੰਦੇ, ਕਹਿੰਦੇ 24 ਘੰਟੇ, ਕਿਉਂਕਿ ਪਤਾ ਹੈ ਇਹਦੀ ਸਪੀਡ ਇੰਨੀ ਰਹਿਣੀ, 24 ਘੰਟੇ ਹੀ ਹੋਣੇ ਆ। ਪੁੱਛੋ ਸਾਲ 'ਚ ਕਿੰਨੇ ਦਿਨ ਹੁੰਦੇ ਆ, ਬੰਦਾ ਕਹਿੰਦਾ 365, ਕਦੀ ਇਹ ਨਹੀਂ ਕਹਿੰਦਾ ਕਿ 350 ਹੋ ਸਕਦੇ ਆ ਜਾਂ 370 ਹੋ ਸਕਦੇ, ਕਿਉਂਕਿ ਪਤਾ ਹੈ ਕਿ ਸਪੀਡ ਹੈ। ਸਮਝਦੇ ਹੋ ਕਿ ਨਹੀਂ? ਹਰ ਚੀਜ਼ ਦਾ ਇੱਕ ਨਿਯਮ ਹੈ, ਉਹ ਨਿਯਮ ਦੇ ਨਾਲ ਚੱਲਦੀ ਹੈ। ਤਾਂ ਅੱਜ ਬੰਦਾ ਕਹਿੰਦਾ ਲੈ ਜ਼ਿੰਦਗੀ ਨਿਯਮਾਂ ਅੰਦਰ ਥੋੜੀ ਚੱਲਦੀ ਹੈ। ਅਸੀਂ ਕਹਿੰਦੇ ਜਿਹੜੀ ਜ਼ਿੰਦਗੀ ਨਿਯਮਾਂ ਤੋਂ ਬਾਹਰ ਚੱਲਦੀ ਹੈ ਨਾ, ਹੁਣ ਇੱਕ ਰੋਡ ਤੇ ਤੁਸੀਂ ਨਿਯਮ ਤੋਂ ਬਾਹਰ ਚੱਲ ਕੇ ਦੇਖ ਲਓ, ਐਦਾਂ ਪਤਾ ਲੱਗ ਜਾਏਗਾ ਤੁਹਾਨੂੰ ਕਿ ਇੱਥੇ ਫਰਜ਼ ਕਰੋ ਖੱਬੇ ਹੱਥ ਚੱਲਦੇ ਆ ਅਸੀਂ, ਕਿ ਨਿਯਮ ਹੈ ਕਿ ਅਸੀਂ ਲੈਫਟ ਸਾਈਡ ਚੱਲਣਾ ਹੈ। ਮੈਂ ਨਹੀਂ ਮੰਨਦਾ ਨਿਯਮ ਨੂੰ, ਮੈਂ ਤਾਂ ਚੱਲਣਾ ਹੀ ਰਾਈਟ ਸਾਈਡ ਆ। ਚੱਲ ਭਾਈ ਰਾਈਟ ਸਾਈਡ, 10 ਮਿੰਟ ਬਾਅਦ ਹਸਪੀਟਲ ਮਿਲੇਗਾ ਤੂੰ। ਨਿਯਮ, ਕਿਉਂਕਿ ਜਦੋਂ ਨਿਯਮ ਤੋੜਾਂਗੇ ਤਾਂ ਨੁਕਸਾਨ ਵੀ ਹੋਣਾ ਕਿ ਨਹੀਂ। ਇਸ ਲਈ ਹਰ ਚੀਜ਼ ਦਾ ਇੱਕ ਨਿਯਮ ਹੈ। ਸੋ ਆਪਣੇ ਜੀਵਨ 'ਚ ਵੀ ਅਸੀਂ ਕੁਝ ਨਿਯਮ ਬਣਾਈਏ ਕਿ ਪਹਿਲਾਂ ਆਪਣੇ ਆਪ ਨਾਲ ਦੇਖੀਏ ਕਿ ਜਿਹੜੀ ਚੀਜ਼ ਮੇਰੇ ਵਾਸਤੇ ਅੱਛੀ ਨਹੀਂ ਹੈ ਮੈਂ ਉਹਦਾ ਤਿਆਗ ਕਰਾਂ, ਤਾਂ ਜਿਹੜੀ ਚੀਜ਼ ਮੇਰੇ ਵਾਸਤੇ ਅੱਛੀ ਹੈ ਮੈਂ ਉਹਨੂੰ ਆਪਣੇ ਜੀਵਨ 'ਚ ਕੀ ਕਰਨਾ ਹੈ, ਲਿਆਣਾ ਹੈ। ਫਿਰ ਚਾਹੇ ਔਖੀ ਲੱਗੇ, ਚਾਹੇ ਬੁਰੀ ਲੱਗੇ, ਚਾਹੇ ਮਨ ਕਰੇ ਚਾਹੇ ਨਾ ਕਰੇ, ਪਰ ਇਹ ਚੀਜ਼ ਦਾ ਮੈਨੂੰ ਫਾਇਦਾ ਹੈ। ਇੱਥੇ ਮਨ ਮੰਨੇ ਨਾ ਮੰਨੇ, ਇਹ ਚੀਜ਼ ਮੈਂ ਕਰਨੀ ਜ਼ਰੂਰ ਹੈ। ਔਰ ਸਮਝਦੇ ਹੋ ਕਿ ਨਹੀਂ? ਜਿਹਦਾ ਹੀ ਕਹੀਦਾ ਕਿ ਆਪਣਾ ਨਿਯਮ ਦੱਸਿਆ, ਠੀਕ ਹੈ ਤੁਸੀਂ 3 ਵਜੇ ਨਹੀਂ ਉੱਠ ਸਕਦੇ, 5 ਵਜੇ ਉੱਠੋ। ਸਮਝਦੇ ਹੋ ਕਿ ਨਹੀਂ? ਪਰ ਬੰਦਾ ਕਹਿੰਦਾ 5 ਵਜੇ ਉੱਠ ਕਿੱਥੋਂ ਹੁੰਦਾ ਹੈ, ਉੱਠਣ ਨੂੰ ਦਿਲ ਨਹੀਂ ਕਰਦਾ। ਤਾਂ ਭਾਈ ਦਿਲ ਨਹੀਂ ਦੇਖਣਾ ਤੇਰਾ ਦਿਲ ਕੀ ਕਰਦਾ ਹੈ ਨਾ, ਕਿਉਂਕਿ ਦਿਲ ਤਾਂ ਕਦੀ ਕੰਮ ਤੇ ਜਾਣ ਨੂੰ ਵੀ ਨਹੀਂ ਕਰਦਾ, ਦਿਲ ਤਾਂ ਕਦੀ ਸਕੂਲ ਜਾਣ ਨੂੰ ਵੀ ਨਹੀਂ ਕਰਦਾ, ਦਿਲ ਤਾਂ ਕਾਲਜ ਜਾਣ ਨੂੰ ਵੀ ਨਹੀਂ ਦਿਲ ਕਰਦਾ। ਦਿਲ ਤਾਂ ਉਹ ਕੰਮ ਕਰਨ ਨੂੰ ਕਰਦਾ ਹੀ ਨਹੀਂ ਜਿੱਥੇ ਸਾਡਾ ਭਲਾ ਹੈ, ਉੱਥੇ ਵੀ ਸਾਨੂੰ ਮਨ ਮਾਰ ਕੇ ਕਰਨਾ ਪੈਂਦਾ ਹੈ। ਤੇ ਇਸ ਲਈ ਉੱਠ, ਜੇ ਜੀਵਨ 'ਚ ਸਫਲਤਾ ਚਾਹੀਦੀ ਤਾਂ ਨਿਯਮ ਬਣਾ ਕਿ ਦਿਲ ਕਰੇ ਨਾ ਕਰੇ ਮੈਂ ਇਹ ਕੰਮ ਕਰਨਾ ਹੈ। ਬੋਲੋ ਸਮਝਦੇ ਹੋ ਕਿ ਨਹੀਂ? ਜਿਹੜਾ ਕਿਸੇ ਮੁਝੇ ਜਿਮ ਜਾ ਕੇ ਐਕਸਰਸਾਈਜ਼ ਨਹੀਂ ਕਰਦਾ, ਉਹ ਜੀ ਦਿਲ ਨਹੀਂ ਕਰਦਾ। ਅੱਛਾ ਚੱਲ ਪੀਜ਼ਾ ਖਾਣ ਜਾਣਾ, ਹਾਂ ਉਹ ਦਿਲ ਕਰਦਾ, ਉੱਥੇ ਚੱਲਦੇ ਆ ਨਾ। ਯਾਨੀ ਦੱਸਣਾ ਕੀ ਚਾਹੁੰਦੇ ਆ, ਥੀਏਟਰ ਜਾਣ ਨੂੰ ਦਿਲ ਕਰਦਾ, ਮੂਵੀ ਦੇਖਣੀ 3 ਘੰਟੇ ਬਹਿ ਕੇ, ਪਰ 3 ਘੰਟੇ 'ਚੋਂ 2 ਘੰਟੇ ਆਪਣੇ ਬੋਡੀ ਦੇ ਵਾਸਤੇ ਕੁਝ ਅੱਛਾ ਕਰ ਲਈ, ਮੈਡੀਟੇਸ਼ਨ ਕਰ ਲਈ, ਐਕਸਰਸਾਈਜ਼ ਕਰ ਲਈ, ਜਿਹਦਾ ਫਾਇਦਾ ਹੋਣਾ ਹੈ, ਉਹ ਦਿਲ ਨਹੀਂ ਕਰਦਾ। ਫਿਰ ਇਨਸਾਨ ਕਹਿੰਦਾ ਮੈਨੂੰ ਤਾਂ ਜੀਵਨ 'ਚ ਕਾਮਯਾਬੀ ਚਾਹੀਦੀ, ਖੁਸ਼ੀਆਂ ਚਾਹੀਦੀਆਂ, ਕਿੱਦਾਂ ਆਏਗਾ? ਇਸ ਲਈ ਟਾਈਮ ਕਾਫੀ ਹੋ ਗਿਆ, ਇਸ ਲਈ ਆਖਰਲੇ ਵਚਨਾਂ 'ਚ ਹੁਣ ਕਵਾਂਗੇ ਕਿ ਜ਼ਿੰਦਗੀ 'ਚ ਕਾਮਯਾਬ ਹੋਣਾ ਨਾ, ਜਿਹਦਾ ਪੁਆਇੰਟ ਦੱਸੇ ਤੁਹਾਨੂੰ ਇਹ ਕੁਛ, ਕਿ ਨਿਯਮ ਬਣਾਓ ਆਪਣੇ ਜੀਵਨ ਦੇ। ਆਪਣੇ ਆਪ ਨਾਲ ਪਿਆਰ ਕਰਨਾ ਸਿੱਖੋ, ਆਪਣੇ ਆਪ ਨਾਲ ਕੀ ਕਰਨਾ ਸਿੱਖੋ, ਪ੍ਰੇਮ ਕਰਨਾ ਸਿੱਖੋ, ਕਿ ਮੈਂ ਉਹ ਚੀਜ਼ਾਂ ਆਪਣੇ ਜੀਵਨ 'ਚ ਅਪਣਾਉਣੀਆਂ ਜਿਹੜੀਆਂ ਮੇਰੇ ਵਾਸਤੇ, ਮੇਰੀ ਸਿਹਤ ਵਾਸਤੇ ਅੱਛੀਆਂ ਹੈ, ਤਾਂ ਜਿਹੜੀਆਂ ਮੇਰੀ ਸਿਹਤ ਨੂੰ, ਮੇਰੇ ਜੀਵਨ ਨੂੰ ਨੁਕਸਾਨ ਦੇਣ ਵਾਲੀਆਂ, ਉਹਨਾਂ ਚੀਜ਼ਾਂ ਨੂੰ ਆਪਣੇ ਜੀਵਨ ਤੋਂ ਦੂਰ ਰੱਖਣਾ ਹੈ। ਇਹ ਨਿਯਮ ਬਣਾਉਣਾ ਹੈ ਆਪਣੇ ਜੀਵਨ ਦਾ। ਸਮਝਦੇ ਹੋ ਕਿ ਨਹੀਂ? ਔਰ ਜੋ ਰੱਬ ਨੇ ਤੁਹਾਨੂੰ ਦਿੱਤਾ ਹੈ ਉਹਦਾ ਸ਼ੁਕਰ ਕਰਨਾ ਤੇ ਸੋਚਣਾ ਕਿ ਇਹ ਤੋਂ ਮੈਂ ਬੈਸਟ ਕੀ ਕਰ ਸਕਦਾ ਹਾਂ। ਔਰ ਫਿਰ ਇਹ ਵੀ ਯਾਦ ਰੱਖਣਾ ਹੈ ਕਿ ਇਹ ਜ਼ਿੰਦਗੀ ਇੱਕ ਸੰਘਰਸ਼ ਹੈ। ਜ਼ਿੰਦਗੀ ਕੀ ਹੈ? ਜ਼ਿੰਦਗੀ ਦਾ ਦੂਸਰਾ ਨਾਮ ਇੱਕ ਸੰਘਰਸ਼ ਹੈ, ਜਿੱਥੇ ਮੈਨੂੰ ਹਰ ਚੀਜ਼ ਨਾਲ ਸੰਘਰਸ਼ ਕਰਨਾ ਪੈਣਾ ਹੈ। ਹਰ ਚੀਜ਼ ਨਾਲ, ਕਿਉਂਕਿ ਸੰਘਰਸ਼ ਯਾਨੀ ਚੁਣੌਤੀਆਂ ਹੈ। ਮੇਰੇ ਰਸਤੇ 'ਚ ਕਈ ਚੁਣੌਤੀਆਂ ਆਉਣੀਆਂ ਹੈ, ਔਰ ਜੇ ਮੈਂ ਜੀਵਨ 'ਚ ਕਾਮਯਾਬ ਹੋਣਾ ਚਾਹੁੰਦਾ ਤਾਂ ਮੈਂ ਕਮਜ਼ੋਰ ਬਣ ਕੇ ਨਹੀਂ, ਮਜ਼ਬੂਤ ਬਣ ਕੇ ਹੀ ਹੋ ਸਕਦਾ। ਜੇ ਮਾੜੀ ਜਿਹੀ ਗੱਲ ਤੇ ਰੋਣ ਲੱਗ ਪਿਆ, ਮਾੜੀ ਜਿਹੀ ਗੱਲ ਤੇ ਮੈਂ ਚਿੰਤਾ ਲੈ ਕੇ, ਟੈਨਸ਼ਨ ਲੈ ਕੇ ਬਹਿ ਗਿਆ, ਤਾਂ ਫਿਰ ਜੀਵਨ 'ਚ ਕਦੀ ਮੈਂ ਅੱਗੇ ਵਧ ਹੀ ਨਹੀਂ ਪਾਏਗਾ। ਇਸ ਲਈ ਪੰਛੀਆਂ ਦਾ ਰਾਜਾ ਕੌਣ ਹੈ ਪਤਾ ਕਿਸੇ ਨੂੰ? ਪੰਛੀਆਂ ਦਾ ਰਾਜਾ ਕਿਹਨੂੰ ਕਿਹਾ ਜਾਂਦਾ ਹੈ? ਜਿੱਦਾਂ ਇਹ ਕਹਿੰਦੇ ਜਾਨਵਰ ਦਾ ਰਾਜਾ ਸ਼ੇਰ ਹੈ। ਸਮਝਦੇ ਹੋ ਕਿ ਨਹੀਂ? ਤਾਂ ਪੰਛੀਆਂ ਦਾ ਰਾਜਾ ਕੌਣ ਹੈ ਪਤਾ ਕਿਸੇ ਨੂੰ? ਹੈ ਉਹ ਮੋਰ ਤਾਂ ਸਾਡਾ ਰਾਸ਼ਟਰੀ ਪੰਛੀ ਹੈ, ਰਾਜਾ ਨਹੀਂ ਹੈ ਇਹ। ਇੰਡੀਆ ਨੇ ਰਾਸ਼ਟਰ ਪੰਛੀ ਬਣਾਤਾ ਤਾਂ ਰਾਜਾ ਨਹੀਂ ਬਣ ਗਿਆ ਉਹ। ਪੰਛੀਆਂ ਦਾ ਰਾਜਾ ਹੈ ਬਾਜ।
ਕਿਉਂਕਿ ਬਾਜ ਇੱਕ ਐਸਾ ਪੰਛੀ ਹੈ ਕਿ ਜਿੱਦਾਂ ਅਸੀਂ ਕਈ ਵਾਰ ਇਹਦੇ ਬਾਰੇ ਨਾ ਇੱਕ ਸਤਸੰਗ ਦੇ ਵਿੱਚ ਤਾਂ ਪੂਰਾ ਵਿਸਤਾਰ ਨਾਲ 45 ਮਿੰਟ ਦਾ ਘੰਟੇ ਦਾ ਸਤਸੰਗ ਹੀ ਬਾਜ ਤੇ ਕੀਤਾ, ਉਹਦੀ ਕੁਆਲਿਟੀ ਕੀ ਹੈ, ਗੁਣ ਕੀ ਹੈ ਉਹਦੇ, ਔਰ ਉਹ ਤੋਂ ਅਸੀਂ ਕੀ ਕੁਝ ਸਿੱਖ ਸਕਦੇ ਹਾਂ। ਪਰ ਇੱਥੇ ਸ਼ਾਰਟ ਵਿੱਚ ਦੱਸ ਦਿੰਦੇ ਆ ਕਿ ਉਹ ਬਾਰਿਸ਼ ਹੁੰਦੀ ਹੈ, ਬੱਦਲ ਗਰਜਦੇ ਹੈ, ਮੀਂਹ ਹੁੰਦਾ ਹੈ, ਤੇ ਜਿੱਥੇ ਬਾਕੀ ਪੰਛੀ ਨਾ ਆਸ਼ਰਾ ਲੱਭਦੇ ਹੈ ਕਿ ਭਾਈ ਮੈਨੂੰ ਕਿਤੇ ਥਾਂ ਮਿਲ ਜਾਵੇ ਪੇੜ ਥੱਲੇ ਬੈਠਣ ਦੀ ਤਾਂ ਕਿ ਬਾਰਿਸ਼ ਤੋਂ ਬਚ ਸਕਾਂ, ਜਾਂ ਮੈਨੂੰ ਕਿਤੇ ਟਿਕਾਣਾ ਮਿਲ ਜਾਵੇ ਜਿੱਥੇ ਬਾਰਿਸ਼ ਦਾ ਪ੍ਰਭਾਵ ਮੇਰੇ 'ਤੇ ਨਾ ਹੋਵੇ। ਪਰ ਬਾਜ ਕੀ ਕਰਦਾ, ਉਹ ਕੋਈ ਟਿਕਾਣਾ ਨਹੀਂ ਲੱਭਦਾ, ਉਹ ਆਪਣੇ ਆਪ ਨੂੰ ਇੰਨਾ ਉਚਾਈ ਤੇ ਲੈ ਜਾਂਦਾ ਕਿ ਬੱਦਲ ਥੱਲੇ ਰਹਿ ਜਾਂਦੇ, ਆਪ ਉਹ ਬਾਰਿਸ਼ ਥੱਲੇ ਹੈ ਤਾਂ ਆਪ ਉੱਪਰ ਚਲਾ ਜਾਂਦਾ, ਉੱਥੇ ਆਨੰਦ ਲੈਂਦਾ ਉਹ। ਇਹਨੂੰ ਕਹਿੰਦੇ ਆ ਸੋਚ। ਜਿੱਥੇ ਸਾਰੀ ਦੁਨੀਆ ਹਾਏ ਮੈਨੂੰ ਆਹ ਟੈਨਸ਼ਨ ਆ ਗਈ, ਹਾਏ ਮੇਰਾ ਆਹ ਹੋ ਗਿਆ, ਮੇਰਾ ਕੀ ਬਣੇਗਾ, ਉੱਥੇ ਆਪਣੀ ਸੋਚ ਨੂੰ, ਆਪਣੇ ਆਪ ਨੂੰ ਅਸੀਂ ਇੰਨਾ ਸਟਰੋਂਗ ਬਣਾ ਕੇ ਉੱਪਰ ਲਿਜਾ ਸਕਦੇ ਹਾਂ ਕਿ ਅਸੀਂ ਉਹ ਸਥਿਤੀ ਦਾ ਵੀ ਆਨੰਦ ਲੈ ਸਕਦੇ ਹਾਂ ਕਿ ਕੋਈ ਨਹੀਂ, ਜੇ ਆਈ ਹੈ ਤੇ ਅਸੀਂ ਇਹਦਾ ਵੀ। ਹੁਣ ਇਹਨੂੰ ਇਦਾਂ ਸਮਝ ਲਓ ਕਿ ਦੁਨਿਆਵੀ ਤੌਰ ਤੇ ਸਮਝਾਵਾਂਗੇ ਤੁਹਾਨੂੰ। ਇੱਕ ਬੱਚਾ ਵੀਡੀਓ ਗੇਮ ਖੇਡ ਰਿਹਾ ਹੈ, ਵੀਡੀਓ ਗੇਮ ਖੇਡ ਰਿਹਾ ਤਾਂ ਵੀਡੀਓ ਗੇਮ ਖੇਡਦਾ ਖੇਡਦਾ ਲਾਸਟ ਪਹੁੰਚ ਗਿਆ ਬੌਸ ਤੱਕ। ਬੌਸ ਸਮਝਦੇ ਹੋ ਨਾ ਤੁਸੀਂ, ਲਾਸਟ 'ਤੇ ਇੱਕ ਬੜਾ ਬੌਸ ਆਉਂਦਾ ਜਿਹਨੂੰ ਪਾਰ ਕਰਕੇ ਅਗਲੀ ਸਟੇਜ ਤੇ ਜਾਣਾ ਹੈ। ਹੁਣ ਇੱਕ ਬੱਚਾ ਜਦੋਂ ਦੇਖਦਾ ਬੌਸ ਆ ਗਿਆ ਅੱਗੇ ਬਹੁਤ ਲੰਬਾ ਚੌੜਾ, ਉਹ ਨਾਲ ਹੀ ਰਿਮੋਟ ਰੱਖ ਕੇ ਰੋਣਾ ਸ਼ੁਰੂ ਕਰ ਦਿੰਦਾ, ਹਾਏ ਮਰ ਗਿਆ ਬੌਸ ਆ ਗਿਆ, ਹੁਣ ਮੈਂ ਕੀ ਕਰੂੰਗਾ। ਫਿਰ ਕੀ ਹੋਏਗਾ, ਬੌਸ ਆਏਗਾ, ਉਹ ਕਾਰਟੂਨ ਉਹ ਗੇਮ ਨੂੰ ਖਤਮ ਕਰ ਦੇਗਾ, ਗੇਮ ਓਵਰ ਹੋ ਜਾਏਗੀ। ਪਰ ਇੱਕ ਬੱਚਾ ਹੈ ਬੌਸ ਆ ਗਿਆ, ਉਹ ਲਓ ਵੀ ਇਹਦੇ ਨਾਲ ਆਨੰਦ ਲਈਏ, ਹੁਣ ਇਹਨੂੰ ਕਿੱਦਾਂ ਮਾਰੀਏ, ਉਹਦਾ ਹੀ ਆਨੰਦ ਲੈਂਦਾ ਹੈ। ਉਹ ਰਸਤਾ ਲੱਭਦਾ, ਇੱਕ ਵਾਰ ਮਰਦਾ ਹੈ ਫਿਰ ਦੁਬਾਰਾ ਲੜਦਾ ਹੈ, ਉਹ ਦੂਸਰੀ ਵਾਰ ਮਰਦਾ ਫਿਰ ਲੜਦਾ ਹੈ, ਔਰ ਫਿਰ ਆਖਰ ਕੀ ਕਰਦਾ ਹੈ, ਉਹ ਹੱਸਦਾ ਵੀ ਹੈ, ਆਨੰਦ ਵੀ ਲੈਂਦਾ, ਔਰ ਬੌਸ ਨੂੰ ਮਾਰ ਕੇ ਅਗਲੀ ਸਟੇਜ ਤੇ। ਇਹਦਾ ਮਤਲਬ ਜਿਹੜਾ ਸੰਘਰਸ਼ ਕਰਦਾ ਹੈ ਖੁਸ਼ੀ ਦੇ ਨਾਲ ਆਨੰਦ ਲੈਂਦਾ ਹੈ ਕਿ ਆਇਆ ਹੈ ਤਾਂ ਇਹਨੂੰ ਮਾਰ ਕੇ ਅੱਗੇ ਵਧਣਾ ਹੈ। ਉਹ ਜਿੱਤਦਾ ਹੈ ਤਾਂ ਜਿਹੜਾ ਬੌਸ ਨੂੰ ਦੇਖ ਕੇ ਰੋਣ ਲੱਗ ਜਾਵੇ ਉੱਥੇ ਹੀ ਬੈਠਾ ਰਹਿੰਦਾ ਹੈ, ਉਹ ਕਦੀ ਅੱਗੇ। ਇਸ ਲਈ ਤੁਹਾਡੇ ਜੀਵਨ 'ਚ ਚੁਣੌਤੀਆਂ ਆਉਂਦੀਆਂ, ਉਹਨੂੰ ਇਹ ਨਾ ਸੋਚੋ ਮੁਸੀਬਤ ਹੈ, ਪਰੇਸ਼ਾਨੀ ਹੈ, ਇਹ ਸੋਚੋ ਇਹ ਮੇਰੇ ਮੂਹਰੇ ਇੱਕ ਚੁਣੌਤੀ ਹੈ, ਇਹਨੂੰ ਪਾਰ ਕਿੱਦਾਂ ਕਰਨਾ ਹੈ, ਇਹ ਮੇਰੇ ਮੂਹਰੇ ਕੁਐਸਚਨ ਹੈ, ਇਹਦਾ ਮੈਂ ਹੱਲ ਕਿੱਦਾਂ ਕਰਨਾ ਹੈ। ਇਹਨੂੰ ਪ੍ਰੋਬਲਮ ਨਾ ਸਮਝੋ। ਜਿੱਦਾਂ ਹੁਣ ਫਰਜ਼ ਕਰੋ ਤੁਹਾਡੇ ਜੀਵਨ 'ਚ ਕੋਈ ਬਿਮਾਰੀ ਆ ਗਈ ਤਾਂ ਤੁਸੀਂ ਇਹ ਸੋਚ, ਹਾਏ ਬਿਮਾਰੀ ਆ ਗਈ, ਮਰ ਗਏ ਹੁਣ, ਇਹ ਬਿਮਾਰੀ ਬੜੀ ਖਤਰਨਾਕ ਹੈ। ਪਰ ਤੁਸੀਂ ਇਹ ਵੀ ਸੋਚ ਸਕਦੇ ਹੋ ਇਹ ਬਿਮਾਰੀ ਇੱਕ ਸਵਾਲ ਦੀ ਤਰ੍ਹਾਂ, ਕੁਐਸਚਨ ਦੀ ਤਰ੍ਹਾਂ ਮੇਰੇ ਸਾਹਮਣੇ ਆਈ ਹੈ ਤਾਂ ਮੈਂ ਹੱਲ ਕੀ ਕਰ ਸਕਦਾ, ਇਹਨੂੰ ਮੈਂ ਖਤਮ ਕਿੱਦਾਂ ਕਰ ਸਕਦਾ, ਇਹ ਤੋਂ ਪਾਰ ਕਿੱਦਾਂ ਜਾ ਸਕਦਾ ਹੈ। ਜਦੋਂ ਹੱਲ ਲੱਭੋਗੇ ਨਾ, ਹੱਲ ਲੱਭਣਾ ਸ਼ੁਰੂ ਹੋ ਜਾਏਗਾ। ਔਰ ਦੂਜਾ, ਆਪਣੇ ਮਾਲਿਕ ਤੇ ਵਿਸ਼ਵਾਸ ਵੀ ਨਾਲ ਰੱਖਣਾ ਹੈ ਕਿ ਜੇ ਮੇਰਾ ਮਾਲਿਕ ਮੇਰੇ ਨਾਲ ਹੈ ਤਾਂ ਹਰ ਮੁਸ਼ਕਿਲ ਜੋ ਨਿਕਲਦਾ ਹੱਲ ਵੀ ਮੈਨੂੰ ਦੇਗਾ, ਕਿਉਂਕਿ ਹੌਸਲਾ ਤਾਂ ਉੱਥੋਂ ਹੀ ਮਿਲਦਾ ਹੈ ਨਾ। ਸਮਝਦੇ ਹੋ ਕਿ ਨਹੀਂ? ਇਸ ਲਈ ਬਾਜ ਕਿਉਂ ਪੰਛੀਆਂ ਦਾ ਰਾਜਾ ਹੁੰਦਾ ਹੈ, ਕਿਉਂਕਿ ਬਾਜ ਦੀ ਜ਼ਿੰਦਗੀ ਨਾ ਬਚਪਨ ਤੋਂ, ਜਨਮ ਤੋਂ ਹੀ ਬੜੀ ਸੰਘਰਸ਼ਪੂਰਨ ਹੁੰਦੀ ਹੈ। ਜਿੱਥੇ ਬਾਕੀ ਚਿੜੀਆਂ, ਬਾਕੀ ਪੰਛੀ ਜਦੋਂ ਬੱਚਾ ਪੈਦਾ ਹੁੰਦਾ ਤਾਂ ਆਉਂਦੇ ਆ ਉੜ ਕੇ ਚੋਗਾ ਉਹਦੇ ਮੂੰਹ 'ਚ ਪਾਉਂਦੇ ਆ, ਪਰ ਬਾਜ ਦੀ ਮਾਂ ਪਤਾ ਕੀ ਕਰਦੀ ਹੈ, ਉਹ ਪੰਛੀ ਦੀ ਮਾਂ ਕੀ ਕਰਦੀ ਹੈ, ਬੱਚਾ ਜਦੋਂ ਪੈਦਾ ਹੁੰਦਾ ਹੈ ਨਾ, ਉਹ ਚੋਗਾ ਕਦੇ ਲਈ ਜਾ ਕੇ ਉਹਦੇ ਮੂੰਹ 'ਚ ਨਹੀਂ ਪਾਉਂਦੀ, ਉਹ ਚੋਗਾ ਲੈ ਕੇ ਆਲਣੇ ਇੱਕ ਸਿਰੇ ਤੇ ਬੱਚਾ ਹੈ, ਦੂਜੇ ਸਿਰੇ ਤੇ ਬਹਿ ਜਾਂਦੀ ਹੈ, ਔਰ ਬੱਚੇ ਨੂੰ ਇਸ਼ਾਰੇ ਕਰਦੀ ਹੈ ਆਪਣੀ ਭਾਸ਼ਾ ਦੇ ਜ਼ਰੀਏ, ਆ ਬੱਚਾ ਘਿਸੜਦਾ ਆਂਦਾ ਹੈ ਔਰ ਆ ਕੇ ਚੋਗੇ ਨੂੰ ਖਾਂਦਾ ਹੈ। ਪਹਿਲੇ ਦਿਨ ਤੋਂ ਹੀ ਸੰਘਰਸ਼ ਸ਼ੁਰੂ ਹੋ ਜਾਂਦਾ ਉਹਦਾ। ਕਦੀ ਸਮਝਣਾ ਜ਼ਰਾ ਸਾਰਿਆਂ ਨੇ, ਸੰਘਰਸ਼ ਪਹਿਲੇ ਦਿਨ ਤੋਂ ਸ਼ੁਰੂ ਹੋ ਜਾਂਦਾ ਹੈ। ਅੱਜ ਮਾਤਾ ਪਿਤਾ ਕਹਿੰਦੇ ਸਾਡੇ ਬੱਚਿਆਂ ਨੂੰ ਹਰ ਚੀਜ਼ ਬੈਠਿਆਂ ਨੂੰ ਮੂੰਹ 'ਚ ਪਵੇ, ਤਾਂ ਜੇ ਅਸੀਂ ਇਹੀ ਸੋਚ ਰੱਖਾਂਗੇ ਤਾਂ ਸਾਡੇ ਬੱਚੇ ਜ਼ਿੰਦਗੀ 'ਚ ਕਾਮਯਾਬ ਕਦੀ ਹੋਣਗੇ ਨਹੀਂ, ਕਿਉਂਕਿ ਅੱਗੇ ਜਾ ਕੇ ਕੀ ਸੋਚ ਹੋਏਗੀ ਉਹਨਾਂ ਦੀ, ਬੈਠਿਆਂ ਨੂੰ ਕਾਮਯਾਬੀ ਮਿਲ ਜਾਵੇ, ਕੁਰਸੀ ਤੇ ਬੈਠੇ ਰਹੀਏ, ਸਫਲਤਾ ਸਾਡੀ ਝੋਲੀ 'ਚ ਆ ਕੇ ਪਵੇ, ਕਿਉਂਕਿ ਬਚਪਨ 'ਚੋਂ ਸਭ ਕੁਝ ਮਾਂ ਬਾਪ ਨੇ ਝੋਲੀ 'ਚ ਹੀ ਪਾਇਆ ਸਾਡੇ। ਤੇ ਬਚਪਨ 'ਚੋਂ ਬੱਚਿਆਂ ਨੂੰ ਦੱਸਿਆ ਜਾਵੇ ਕੁਝ ਵੀ ਹਾਸਲ ਕਰਨਾ ਤਾਂ ਮਿਹਨਤ ਉਹਦੇ ਵਾਸਤੇ ਕਰਨੀ ਪੈਣੀ ਹੈ, ਤਾਂ ਫਿਰ ਬੱਚੇ ਦੇ ਮਨ 'ਚ ਕੀ ਆ ਜਾਂਦਾ ਕਿ ਮੈਂ ਜੋ ਵੀ ਪਾਣਾ ਹੈ ਨਾ ਉਹਦੇ ਵਾਸਤੇ ਮੈਨੂੰ ਮਿਹਨਤ ਕਰਨੀ ਪੈਣੀ ਹੈ, ਉਨਾ ਹੀ ਬੱਚਾ ਸਟਰੋਂਗ ਹੋ ਜਾਂਦਾ ਹੈ। ਹੁਣ ਕਹਿੰਦੇ ਹੈ ਕਿ ਜਦੋਂ ਬੱਚਾ ਫਿਰ ਤੁਰਨ ਲੱਗ ਜਾਂਦਾ ਹੈ, ਆਪਣੇ ਆਪ ਘਿਸੜਦਾ ਆਂਦਾ ਹੈ, ਔਰ ਫਿਰ ਇੱਕ ਦਿਨ ਆਂਦਾ ਹੈ ਕਿ ਜਦੋਂ ਬੱਚਾ ਤੁਰਨ ਲੱਗ ਜਾਂਦਾ, ਹੁਣ ਜਦੋਂ ਮਾਂ ਦੇਖਦੀ ਬੱਚਾ ਤੁਰਨ ਲੱਗ ਗਿਆ, ਉਹ ਬੱਚੇ ਨੂੰ ਆਪਣੇ ਪੰਜੇ 'ਚ ਪਕੜ ਕੇ 14-15 ਕਿਲੋਮੀਟਰ ਉੱਪਰ ਚਲੀ ਜਾਂਦੀ ਹੈ। ਕੀ ਕਰਦੀ ਹੈ? ਉੜ ਕੇ ਨਾ ਬੱਚੇ ਨੂੰ ਪੰਜੇ 'ਚ ਫੜ ਕੇ ਧਰਤੀ ਤੋਂ 15-16 ਕਿਲੋਮੀਟਰ ਉੱਪਰ ਜਾਂਦੀ ਹੈ। ਬੱਚਾ ਹਵਾ 'ਚ ਆਂਦਾ ਥੱਲੇ ਨੂੰ ਬੜੀ ਤੇਜ਼ੀ ਨਾਲ, ਬੱਚਾ ਪਰ ਮਾਰਦਾ, ਪੈਰ ਮਾਰਦਾ, ਡਰਦਾ ਹੈ, ਪਰ ਮਾਂ ਨੂੰ ਕੁਝ ਨਹੀਂ, ਪਕੜਦੀ ਨਹੀਂ ਹੈ, ਸਿੱਟ ਦਿੰਦੀ ਹੈ ਥੱਲੇ। ਹੁਣ ਕੀ ਹੁੰਦਾ ਹੈ ਜਦੋਂ ਬੱਚਾ 1.5 ਕਿਲੋਮੀਟਰ ਜਾਂ 2 ਕਿਲੋਮੀਟਰ ਦੀ ਦੂਰੀ ਤੇ ਰਹਿ ਗਿਆ ਹੁੰਦਾ ਨਾ, ਗਿਰਨ ਲੱਗਿਆ, ਔਰ ਗਿਰਨ ਲੱਗਦਾ ਜ਼ਮੀਨ ਤੇ, ਮਾਂ ਆਂਦੀ ਹੈ ਪੰਜੇ 'ਚ ਦੁਆਰਾ ਪਕੜ ਕੇ ਉਹਨੂੰ ਜ਼ਮੀਨ ਤੇ ਰੱਖ ਦਿੰਦੀ ਹੈ, ਜ਼ਮੀਨ ਤੇ ਰੱਖ ਦਿੰਦੀ ਹੈ, ਤਾਂ ਬੱਚੇ ਜਾਨ ਥੋੜੀ ਆਂਦੀ ਹੈ, ਫਿਰ ਮਾਂ ਚੱਕਦੀ ਹੈ, ਫਿਰ ਲੈ ਕੇ ਜਾਂਦੀ ਉੱਪਰ ਨੂੰ, ਫਿਰ ਜਾ ਕੇ ਛੱਡ ਦਿੰਦੀ ਹੈ। ਏਦਾਂ ਵਾਰ-ਵਾਰ ਉਦੋਂ ਤੱਕ ਕਰਦੀ ਜਦ ਤੱਕ ਬੱਚੇ ਨੂੰ ਆਪਣਾ ਪੰਖ ਨਹੀਂ ਫੈਲਾ ਦਿੰਦਾ। ਇਹਨੂੰ ਕਹਿੰਦੇ ਹੈ
ਆਪਣੇ ਬੱਚੇ ਨੂੰ ਇੰਨਾ ਮਜ਼ਬੂਤ ਬਣਾ ਦੇਣਾ, ਸਟਰੋਂਗ ਬਣਾ ਦੇਣਾ ਕਿ ਜੇ ਬਚਪਨ 'ਚ ਹੀ ਇੰਨਾ ਸਟਰੋਂਗ ਬਣ ਜਾਏਗਾ, ਅਸੀਂ ਕਹਿੰਦੇ ਲੈ ਤਾਂ ਫਿਰ ਦੁਨੀਆ ਦੇ ਕਿਸੇ ਵੀ ਕੋਨੇ ਚਲਾ ਜਾਵੇ, ਕੋਈ ਮੁਸੀਬਤ ਕੋਈ ਪਰੇਸ਼ਾਨੀ ਕਦੀ ਉਹਨੂੰ ਡਰਾ ਸਕੇਗੀ ਨਹੀਂ। ਪਰ ਜਦੋਂ ਅਸੀਂ ਪਹਿਲੇ ਹੀ ਬੱਚੇ ਨੂੰ ਫਿਕਰ ਨਾ ਕਰ ਪੁੱਤ, ਮਾਂ-ਬਾਪ ਕਹਿੰਦੇ ਤੇਰੇ ਨਾਲ ਆ ਮੈਂ, ਤੂੰ ਟੈਨਸ਼ਨ ਨਾ ਲੈ, ਤਾਂ ਮਾਂ-ਬਾਪ ਨੂੰ ਪੁੱਛੇ ਜੇ ਕੱਲ ਨੂੰ ਤੁਸੀਂ ਮਰ ਗਏ ਤਾਂ ਫਿਰ ਬੱਚਾ ਟੈਨਸ਼ਨ ਨਹੀਂ ਲਏਗਾ? ਤੁਸੀਂ ਕਿਹੜਾ ਸਦਾ ਬੈਠੇ ਰਹਿਣਾ ਹੈ? ਜਾਂ ਬੱਚਾ ਕਿਤੇ ਪ੍ਰਦੇਸ਼ ਚਲਾ ਜਾਵੇ ਫਿਰ ਉੱਥੇ ਜਾ ਕੇ ਤੁਸੀਂ ਫੜ ਲੈਣਾ ਬੱਚੇ ਦੀ ਬਾਂਹ? ਨਹੀਂ, ਬੱਚੇ ਨੂੰ ਇੰਨਾ ਨਿਰਭਰ ਬਣਾਓ, ਇੰਨਾ ਸਟਰੋਂਗ ਬਣਾਓ ਕਿ ਬੇਟਾ ਆਪਣੇ ਪੈਰਾਂ ਤੇ ਖੜਾ ਹੋ, ਕਾਮਯਾਬ ਹੋ। ਅਗਰ ਜ਼ਿੰਦਗੀ 'ਚ ਅੱਗੇ ਵਧਣਾ, ਕਿਉਂਕਿ ਹਰ ਜਗ੍ਹਾ ਅਸੀਂ ਤੇਰੇ ਨਾਲ ਖੜੇ ਨਹੀਂ ਹੋ ਸਕਦੇ, ਹਰ ਜਗ੍ਹਾ ਅਸੀਂ ਤੇਰੀ ਬਾਂਹ ਨਹੀਂ ਫੜ ਸਕਦੇ, ਇਸ ਲਈ ਆਪਣੇ ਆਪ ਨੂੰ ਇੰਨਾ ਮਜ਼ਬੂਤ ਬਣਾ ਔਰ ਆਪਣੇ ਮਾਲਿਕ ਤੇ ਵਿਸ਼ਵਾਸ ਕਰ, ਕਿਉਂਕਿ ਅਸੀਂ ਹੋਈਏ ਨਾ ਹੋਈਏ ਉਹਦੀ ਰਹਿਮਤ ਸਦਾ ਤੇਰੇ। ਇੱਕ ਵਿਸ਼ਵਾਸ ਦਾ ਰਿਸ਼ਤਾ ਜੋੜੀਏ ਆਪਣੇ ਮਾਲਿਕ ਦੇ ਨਾਲ, ਕਿਉਂਕਿ ਹੌਸਲਾ ਉੱਥੋਂ ਮਿਲਦਾ ਹੈ। ਸਮਝ ਆ ਰਹੀ ਕਿ ਨਹੀਂ? ਇਸ ਲਈ ਕੁਝ ਪੁਆਇੰਟ ਤੁਹਾਨੂੰ ਦੱਸੇ ਹੈ, ਅਗਰ ਇਹਨਾਂ ਪੁਆਇੰਟਾਂ ਨੂੰ ਜ਼ਿੰਦਗੀ 'ਚ ਤੁਸੀਂ ਅਪਣਾ ਲਓਗੇ ਤਾਂ ਜੀਵਨ 'ਚ ਕਮੀ ਕੋਈ ਨਹੀਂ ਰਹੇਗੀ। ਸਟਰੋਂਗ ਬਣੋ ਜੀਵਨ ਦੇ ਵਿੱਚ। ਪਰ ਬੰਦਾ ਅਜੇ ਕੀ ਹੈ, ਮਾੜਾ ਜਿਹਾ ਸਿਰ ਦਰਦ ਹੁੰਦਾ ਰੋਣਾ ਸ਼ੁਰੂ ਕਰ ਦਿੰਦਾ, ਮਾੜਾ ਜਿਹਾ ਪੇਟ ਦਰਦ ਹੁੰਦਾ ਤਾਂ ਦੁਖੀ ਹੋ ਕੇ ਬੈਠ ਜਾਂਦਾ ਹੈ, ਹਾਏ ਮੈਂ ਮਰ ਗਿਆ, ਪਤਾ ਨਹੀਂ ਇਦਾਂ ਲੱਗਦਾ ਜਿੱਦਾਂ ਕਿੱਡਾ ਵੱਡਾ ਇਹਨੂੰ ਰੋਗ ਹੋ ਗਿਆ। ਇਹ ਮਾੜੀਆਂ ਪ੍ਰੋਬਲਮਾਂ ਤੇ ਰੋਣਾ ਬੰਦ ਕਰੀਏ, ਮਜ਼ਬੂਤ ਬਣਾਈਏ ਆਪਣੇ ਆਪ ਨੂੰ ਔਰ ਵਿਸ਼ਵਾਸ ਕਰੀਏ ਆਪਣੇ ਮਾਲਿਕ ਤੇ ਕਿ ਕੋਈ ਸ਼ਕਤੀ ਹੈ ਮੇਰੇ ਅੰਦਰ ਬੈਠੀ ਹੋਈ। ਜਿੱਦਾਂ ਸ਼ੁਰੂ 'ਚ ਕਿਹਾ ਸੀ ਕਿ ਮੈਡੀਟੇਸ਼ਨ ਕਰੀਏ, ਧਿਆਨ ਕਰੀਏ, ਸੱਚੇ ਫਕੀਰਾਂ ਦੇ ਸੰਤਾਂ ਦੇ ਕੋਲ ਬੈਠੀਏ, ਉਹਨਾਂ ਨਾਲ ਜੁੜੀਏ ਤਾਂ ਕਿ ਅਸੀਂ ਆਪਣੇ ਅੰਦਰ ਉਹ ਸਰਵ ਸ਼ਕਤੀਸ਼ਾਲੀ ਪਰਮਾਤਮਾ ਨੂੰ ਜਾਣ ਸਕੀਏ। ਕਿਉਂਕਿ ਜਦੋਂ ਉਹਦੇ ਨਾਲ ਸਾਡਾ ਕਨੈਕਸ਼ਨ ਜੁੜਦਾ ਹੈ ਨਾ, ਸਾਡੀ ਸਾਰੀ ਕਮਜ਼ੋਰੀ, ਸਾਡੀਆਂ ਸਾਰੀਆਂ ਚਿੰਤਾਵਾਂ, ਸਾਡੇ ਸਾਰੇ ਡਰ ਖਤਮ ਹੋਣੇ ਸ਼ੁਰੂ ਹੋ ਜਾਂਦੇ, ਕਿਉਂਕਿ ਪਤਾ ਲੱਗਦਾ ਕੋਈ ਸ਼ਕਤੀ ਹੈ ਮੇਰੇ ਅੰਦਰ ਬੈਠੀ ਹੋਈ ਜੋ ਮੈਨੂੰ ਹਰ ਜਗ੍ਹਾ ਸੰਭਾਲ ਸਕਦੀ ਹੈ। ਮਾਂ ਦੇ ਗਰਭ 'ਚ ਕੌਣ ਸੰਭਾਲਦਾ ਤੁਹਾਨੂੰ? ਮਾਂ ਸੰਭਾਲਦੀ ਹੈ। ਮਾਂ ਨੂੰ ਤਾਂ ਪਤਾ ਵੀ ਨਹੀਂ ਹੁੰਦਾ ਅੰਦਰ ਕੀ ਚੱਲ ਰਿਹਾ ਹੈ, ਉੱਥੇ ਵੀ ਉਹ ਤਾਕਤ ਤੁਹਾਨੂੰ ਸੰਭਾਲਦੀ ਹੈ। ਇਸ ਲਈ ਜਿਹੜੀ ਸ਼ਕਤੀ ਸਭ ਨੂੰ ਸੰਭਾਲਣ ਵਾਲੀ ਹੈ, ਉਹ ਸ਼ਕਤੀ ਤੁਹਾਨੂੰ ਵੀ ਸੰਭਾਲੇਗੀ। ਬਸ ਉਹਨੂੰ ਸਮਝਣ ਦੀ ਕੋਸ਼ਿਸ਼ ਕਰੋ, ਉਹਨੂੰ ਜਾਣਨ ਦੀ ਕੋਸ਼ਿਸ਼ ਕਰੋ, ਆਪਣੇ ਅੰਦਰ ਪਹਿਚਾਨਣ ਦੀ ਕੋਸ਼ਿਸ਼ ਕਰੋ। ਬਸ ਇਹ ਜੁਗਤੀ ਲਓ ਕਿ ਕਿੱਦਾਂ ਅਸੀਂ ਉਹ ਸ਼ਕਤੀ ਨਾਲ ਜੋੜ ਸਕਦੇ ਹਾਂ, ਕਿੱਦਾਂ ਅਸੀਂ ਆਪਣਾ ਕਨੈਕਸ਼ਨ ਉਹਦੇ ਨਾਲ ਜੋੜ ਸਕਦੇ ਹਾਂ ਤਾਂ ਕਿ ਅਸੀਂ ਆਪਣੇ ਜੀਵਨ 'ਚ ਪੂਰਾ ਆਨੰਦ ਲੈ ਸਕੀਏ। ਇਸ ਲਈ ਫਿਰ ਕਹਾਂਗੇ ਜ਼ਿੰਦਗੀ ਆਨੰਦ ਲੈਣ ਵਾਸਤੇ ਇਹਨੂੰ ਐਸਾ ਬਣਾਓ ਕਿ ਜੀਵਨ ਦਾ ਹਰ ਪਲ ਖੁਸ਼ੀ ਦੇ ਨਾਲ, ਆਨੰਦ ਨਾਲ ਗੁਜ਼ਰੇ। ਇਸ ਲਈ ਇੱਥੇ ਇੱਕੋ ਹੀ ਗੱਲ ਹੁਣ ਆਖਰ ਵਿੱਚ ਕਹਾਂਗੇ ਕਿ ਜਿਹੜੇ ਪੁਆਇੰਟ ਦੱਸੇ ਉਹ ਯਾਦ ਰੱਖਣਾ ਔਰ ਸਭ ਤੋਂ ਬੜੀ ਗੱਲ ਆਪਣੇ ਮਾਲਿਕ ਤੇ ਵਿਸ਼ਵਾਸ ਰੱਖਣਾ ਕਿ ਮੈਨੂੰ ਆਪਣੇ ਮਾਲਿਕ ਤੇ ਪੂਰਾ ਬਸ ਇਹ ਵਿਸ਼ਵਾਸ ਰੱਖਣਾ ਹੈ ਤਾਂ ਹਰ ਕਦਮ ਤੇ ਮਾਲਿਕ ਨਾਲ ਹੈ। ਦੇਖੋ ਜੀਵਨ 'ਚ ਕਿੰਨਾ ਆਨੰਦ ਆਏਗਾ। ਔਰ ਅਸੀਂ ਫਿਰ ਕਹਾਂਗੇ ਕਿ ਜਦੋਂ ਵੀ ਵਕਤ ਮਿਲੇ ਨਾ ਸਤਸੰਗ ਜ਼ਰੂਰ ਸੁਣਿਆ ਕਰੋ। ਜੇ ਆਪਾਂ ਫਿਜ਼ੀਕਲੀ ਤੌਰ ਤੇ, ਸਰੀਰਕ ਤੌਰ ਤੇ ਸਤਸੰਗ ਤੱਕ ਨਹੀਂ ਪਹੁੰਚ ਸਕਦੇ ਤਾਂ ਘਰ ਬਹਿ ਕੇ ਭਾਵੇਂ ਬੰਦਾ YouTube ਤੇ ਸਤਸੰਗ ਸੁਣੇ, Facebook ਤੇ ਸਤਸੰਗ ਸੁਣੇ, ਕਿਉਂਕਿ ਅੱਛੇ ਵਿਚਾਰ ਸਾਡੇ ਅੰਦਰ ਜਾਣਗੇ ਨਾ, ਅੱਛੇ ਬੋਲ ਸਾਡੇ ਅੰਦਰ ਜਾਣਗੇ ਤਾਂ ਸਵੇਰੇ ਅਸੀਂ ਇੱਕ ਗੱਲ ਕਹਾਂਗੇ, ਅਗਰ ਸਵੇਰੇ ਉੱਠਦੇ ਹੀ 10-15 ਮਿੰਟ ਵੀ ਤੁਸੀਂ ਸਤਸੰਗ ਸੁਣ ਲਿਆ ਨਾ ਤਾਂ ਤੁਹਾਨੂੰ ਹੁਣ ਕਈ ਜੀ ਬਾਹਰੋਂ ਫੋਨ ਕਰਦੇ ਆ ਸਾਨੂੰ ਕਿ ਮਾਲਕੋ ਉਹ ਗੱਡੀ ਚਲਾਉਣ ਵਾਲੇ ਜਾਂ ਕੋਈ ਕਿ ਜਦੋਂ ਸਤਸੰਗ ਸੁਣ ਲਈਦਾ ਇਦਾਂ ਸਾਡਾ ਨਾ ਚਾਰਜ ਹੋ ਜਾਂਦੇ ਅਸੀਂ ਕਿ ਫਿਰ ਸਾਰਾ ਦਿਨ ਦੌੜੇ ਰਹੀਏ, ਸਾਰੀ ਰਾਤ ਕੰਮ ਕਰਦੇ ਰਹੀਏ, ਥਕਾਵਟ ਹੁੰਦੀ ਨਹੀਂ ਹੈ। ਕਿਉਂਕਿ ਜਦੋਂ ਅੱਛੇ ਬੋਲ ਪਹਿਲੇ ਹੀ ਸਾਨੂੰ ਮਿਲ ਜਾਂਦੇ ਆ ਨਾ ਤਾਂ ਫਿਰ ਸਾਡਾ ਮਾਈਂਡ, ਜਿੱਦਾਂ ਦੱਸਿਆ ਕਿ ਮੋਬਾਈਲ ਨੂੰ ਅਸੀਂ ਸਵੇਰੇ ਚਾਰਜ ਕਰਦੇ ਕਿਉਂਕਿ ਪਤਾ ਪੂਰਾ ਦਿਨ ਦਾ ਕੰਮ ਵੀ ਲੈਣਾ ਹੈ, ਅਸੀਂ ਇਹ ਤੋਂ ਫਾਇਦਾ ਵੀ ਲੈਣਾ ਹੈ। ਇਸੇ ਤਰ੍ਹਾਂ ਆਪਣੇ ਮਾਈਂਡ ਨੂੰ ਵੀ ਚਾਰਜ ਕਰੋ। ਇਸ ਲਈ YouTube ਤੇ Facebook ਤੇ ਬੰਦਾ ਸਤਸੰਗ ਸੁਣੇ, ਅੱਛੇ ਵਿਚਾਰ ਸੁਣੇ ਤਾਂ ਫਿਰ ਬੰਦੇ ਦਾ ਕੀ ਹੁੰਦਾ, ਜਦੋਂ ਸਵੇਰੇ ਪੋਜ਼ਿਟਿਵਿਟੀ ਅੰਦਰ ਜਾਂਦੀ ਨਾ, ਬੰਦੇ ਦਾ ਮਨ ਖੁਸ਼ ਹੁੰਦਾ ਹੈ ਔਰ ਜਦੋਂ ਦਾ ਮਨ ਖੁਸ਼ ਹੈ ਤਾਂ એનર્ਜੀ ਨਾਲ ਭਰਪੂਰ ਬੰਦਾ ਸਾਰਾ ਦਿਨ ਕਹਿੰਦਾ ਕੁਝ ਵੀ ਕਰਾ ਲਓ ਮੈਂ। ਕਿਉਂ ਗੱਲ ਤਾਂ ਇਹ ਹੈ ਕਿ ਦਿਲ ਖੁਸ਼ ਰਹਿਣਾ ਚਾਹੀਦਾ ਹੈ। ਅੱਛਾ ਕਰਾਂਗੇ, ਸਿਮਰਨ ਕਰਾਂਗੇ, ਆਪਣੇ ਮਾਲਿਕ ਨੂੰ ਯਾਦ ਕਰਾਂਗੇ, ਆਪਣੇ ਮਾਲਿਕ ਤੇ ਵਿਸ਼ਵਾਸ ਰੱਖਾਂਗੇ ਤਾਂ ਅੰਦਰ ਖੁਸ਼ੀਆਂ ਵੀ ਫੇਰ ਹੀ ਆਣਗੀਆਂ। ਇਸ ਲਈ ਆਪਣੇ ਮਾਲਿਕ ਤੇ ਵਿਸ਼ਵਾਸ ਰੱਖੋ। ਔਰ ਜਿਹੜੇ ਜੀਵ, ਕਿਉਂਕਿ ਕਈ ਵਾਰ ਜੀਵ ਸੋਚਦੇ ਕਿ YouTube ਤੇ ਸਤਸੰਗ ਕਿੱਦਾਂ ਸੁਣਨਾ ਹੈ, ਤਾਂ ਬਸ YouTube ਦਾ ਪੇਜ ਖੋਲ ਕੇ ਸਰਬ ਸਾਂਝਾ ਦਰਬਾਰ ਭਰੋ ਤਾਂ ਤੁਹਾਨੂੰ ਆਪਣੇ ਆਪ ਹੀ ਹਰ ਰੋਜ਼ ਤੁਹਾਨੂੰ ਸਤਸੰਗ ਦੀ ਨੋਟੀਫਿਕੇਸ਼ਨ ਵੀ ਆ ਜਾ ਕਰੇਗੀ ਔਰ ਤੁਸੀਂ ਹਰ ਰੋਜ਼ ਸਤਸੰਗ ਸੁਣ ਕੇ ਆਪਣੇ ਜੀਵਨ 'ਚ ਹੋਰ ਜ਼ਿਆਦਾ ਪੋਜ਼ਿਟਿਵ એનર્ਜੀ ਲੈ ਸਕਦੇ ਹੋ ਤਾਂ ਕਿ ਤੁਹਾਡੇ ਜੀਵਨ 'ਚ ਸਦਾ ਖੁਸ਼ੀਆਂ ਆਉਂਦੀਆਂ ਰਹਿਣ, ਪੋਜ਼ਿਟਿਵਿਟੀ ਬਣੀ ਰਹੇ। ਚਲੋ ਸਮਝਦੇ ਹੋ ਕਿ ਨਹੀਂ? ਇਸ ਲਈ ਹੱਸ ਕੇ ਦਿਖਾਓ ਜ਼ਰਾ। ਹੁਣ ਇਹ ਵੀ ਦੱਸੋ ਕਿ ਜੋ ਸਮਝਾਇਆ ਉਹ ਉੱਤੇ ਅਮਲ ਕਰੋਗੇ ਕਿ ਨਹੀਂ? ਇਸ ਲਈ ਸਭ ਤੋਂ ਪਹਿਲਾਂ ਦੇਖਣਾ ਜੋ ਮੇਰੇ ਕੋਲ ਨਾ ਬੈਸਟ ਕੀ ਕਰ ਸਕਦਾ। ਸ਼ੁਕਰ ਕਰਨਾ ਆਪਣੇ ਮਾਲਿਕ ਦਾ ਕਿ ਸ਼ੁਕਰ ਹੈ ਮੇਰੇ ਮਾਲਿਕ, ਤੂੰ ਇਹ ਜ਼ਿੰਦਗੀ ਦਿੱਤੀ ਹੈ, ਤੇਰਾ ਸ਼ੁਕਰ ਹੈ। ਜੋ ਮੇਰੇ ਕੋਲ ਹੈ ਉਹਦੇ ਨਾਲ ਖੁਸ਼ੀ ਲਵਾਂ ਮੈਂ, ਕਿਸੇ ਵੱਲ ਦੇਖ ਕੇ ਸ਼ਿਕਾਇਤਾਂ ਨਹੀਂ ਕਰਨੀਆਂ, ਉਹਦੇ ਕੋਲ ਆ ਹੈ। ਔਰ ਦੂਸਰੀ ਗੱਲ, ਜੇ ਕੋਈ ਮੈਨੂੰ ਬੁਰਾ ਬੋਲਦਾ ਹੈ ਜਾਂ ਕੋਈ ਮੇਰੇ ਨਾਲ ਬੁਰਾ ਕਰਦਾ ਹੈ ਤਾਂ ਮੈਂ ਉਹਨੂੰ ਦਿਲ ਤੇ ਲਾ ਕੇ ਨਹੀਂ ਬੈਠਣਾ, ਆਪਣੇ ਆਪ ਨੂੰ ਇੰਨਾ ਬੈਸਟ ਬਣਾਉਣਾ ਕੱਲ ਨੂੰ ਉਹਨੂੰ ਪਤਾ ਲੱਗੇ ਕਿ ਭਾਈ ਠੀਕ ਹੈ, ਭਾਈ ਇਹਨੂੰ ਛੱਡਤਾ ਮੈਂ, ਇਹਦੇ ਨਾਲ ਇਦਾਂ ਕੀਤਾ। ਬੈਸਟ ਬਣਾਓ ਆਪਣੇ ਆਪ ਨੂੰ ਕਿਉਂਕਿ ਤੁਸੀਂ ਖਾਸ ਹੋ। ਸਮਝਦੇ ਹੋ ਕਿ? ਇਸ ਲਈ ਇਹ ਕੁਝ ਨਿਯਮ ਤੁਹਾਨੂੰ ਦੱਸੇ ਹੈ, ਇਸ ਨਿਯਮ ਦੇ ਅੰਦਰ ਚੱਲਦੇ ਰਹੋਗੇ ਤਾਂ ਜੀਵਨ 'ਚ ਕਦੀ ਕਮੀ ਨਹੀਂ ਆਏਗੀ। ਔਰ ਫਿਰ ਦੱਸਾਂਗੇ ਕਿ ਆਪਣੇ ਮਾਲਿਕ ਤੇ ਵਿਸ਼ਵਾਸ ਰੱਖੋ ਤਾਂ ਹਰ ਮੁਸ਼ਕਿਲ ਦਾ ਹੱਲ ਹੋਏਗਾ, ਝੋਲੀਆਂ ਖੁਸ਼ੀਆਂ ਨਾਲ
ਭਰਨਗੀਆਂ, ਕਿਉਂਕਿ ਜਿਹੜਾ ਆਪਣੇ ਮਾਲਿਕ ਦਾ ਹੋ ਜਾਂਦਾ ਫਿਰ ਇੱਥੇ ਉੱਥੇ ਰਖਵਾਲਾ ਮੇਰਾ ਸਤਿਗੁਰ ਦੀਨ ਦਿਆਲਾ, ਫਿਰ ਉਹ ਮਾਲਿਕ ਹਰ ਜਗ੍ਹਾ ਉਹਦੀ ਸੰਭਾਲ ਵੀ ਕਰਦੇ ਔਰ ਉਹਨੂੰ ਜੀਵਨ 'ਚ ਕਮੀ ਵੀ ਕੋਈ ਨਹੀਂ ਆਣ ਦਿੰਦੇ। ਇਸ ਲਈ ਵਿਸ਼ਵਾਸ ਰੱਖੋ, ਆਉਣ ਵਾਲਾ ਸਮਾਂ ਤੁਹਾਡੇ ਸਭ ਦੇ ਵਾਸਤੇ ਖੁਸ਼ੀਆਂ, ਕਾਮਯਾਬੀ, ਸਫਲਤਾ ਭਰਿਆ ਹੋਏਗਾ। ਇਹੀ ਸਾਡੀ ਉਸ ਮਾਲਿਕ ਦੇ ਚਰਨਾਂ 'ਚ ਅਰਦਾਸ ਹੈ। ਹੁਣ ਅੰਤ ਵਿੱਚ ਇਹੀ ਬੇਨਤੀ ਫਿਰ ਮਾਲਿਕ ਦੇ ਚਰਨਾਂ 'ਚ ਕਰਾਂਗੇ ਕਿ ਆਉਣ ਵਾਲਾ ਸਮਾਂ ਤੁਹਾਡੇ ਸਭ ਦੇ ਵਾਸਤੇ ਕਾਮਯਾਬੀ, ਸਫਲਤਾ, ਖੁਸ਼ੀਆਂ ਭਰਿਆ ਹੋਵੇ। ਤੁਹਾਡੀਆਂ ਸਭ ਦੀਆਂ ਤਕਲੀਫਾਂ, ਦੁੱਖਾਂ, ਦਰਦਾਂ ਨੂੰ ਮਾਲਿਕ ਦੂਰ ਕਰੇ। ਤੁਹਾਡੇ ਸਭ ਦੇ ਅੰਦਰ ਸੱਚਾ ਪ੍ਰੇਮ, ਸੱਚਾ ਵਿਸ਼ਵਾਸ ਮਾਲਿਕ ਪੈਦਾ ਕਰਨ ਕਿ ਇਹ ਜੀਵਨ ਦਾ ਤੁਸੀਂ ਪੂਰਾ ਆਨੰਦ ਲੈ ਸਕੋ ਔਰ ਤੁਹਾਡੇ ਅੰਦਰ ਉਹ ਪਿਆਰ, ਉਹ ਵਿਸ਼ਵਾਸ, ਉਹ ਸਾਹਸ ਹੋਵੇ ਕਿ ਤੁਹਾਡੇ ਜੀਵਨ 'ਚ ਜੋ ਟੈਨਸ਼ਨਾਂ, ਜੋ ਚਿੰਤਾਵਾਂ ਹੈ, ਇਹ ਸਾਰੀਆਂ ਦੂਰ ਹੋ ਜਾਣ ਔਰ ਤੁਹਾਡੀ ਜ਼ਿੰਦਗੀ ਖੁਸ਼ੀਆਂ ਦੇ ਨਾਲ, ਰਹਿਮਤਾਂ ਨਾਲ ਭਰਪੂਰ ਹੋ ਜਾਵੇ ਔਰ ਸਦਾ ਹੀ ਇਦਾਂ ਹੀ ਜਿੱਦਾਂ ਅੱਜ ਤੁਸੀਂ ਮੁਸਕਰਾ ਰਹੇ ਹੋ, ਇਸੇ ਤਰ੍ਹਾਂ ਤੁਹਾਡੇ ਜੀਵਨ 'ਚ, ਤੁਹਾਡੇ ਚਿਹਰਿਆਂ ਤੇ ਸਦਾ ਮੁਸਕਰਾਹਟ ਬਣੀ ਰਵੇ ਔਰ ਉਹ ਮਾਲਕ ਆਪਣੀ ਕਿਰਪਾ ਦਿਆ ਮਿਹਰ ਹਮੇਸ਼ਾ ਤੁਹਾਡੇ ਤੇ ਬਣਾਏ ਰੱਖਣ। ਇਹੀ ਸਾਡੀ ਉਸ ਮਾਲਕ ਦੇ ਚਰਨਾਂ 'ਚ ਅਰਦਾਸ ਬੇਨਤੀ ਹੈ। ਔਰ ਹੁਣ ਅੰਤ ਵਿੱਚ ਤੁਹਾਡੇ ਸਭ ਦੇ ਅੰਦਰ ਵਸਦੇ ਉਸ ਮਾਲਿਕ ਨੂੰ ਅਸੀਂ ਪ੍ਰਣਾਮ ਕਰਦੇ ਹਾਂ। ਸਾਡਾ ਪ੍ਰਣਾਮ स्वीकार करो। जय मालिकां दी। वीडियो अच्छी लगी हो तो कृपया इसे शेयर जरूर करें। आपके शेयर करने से अगर किसी की जिंदगी में अच्छा बदलाव आता है, पॉजिटिव चेंज आती है, तो ये भी आपकी तरफ से किया गया एक नेक कर्म होगा, एक सेवा होगी। तो वीडियो को शेयर जरूर करें और वीडियो देखने के लिए सर्व संजय दरबार कांटियां शरीफ यूट्यूब चैनल को सब्सक्राइब करें और फेसबुक पेज को फॉलो करना ना भूलें। जय मालिकां दी।